ਮਾਇਆ ਮਦ ਤਰ ਮਾਇਆ ਨਾਲ ਮਤਿਆ ਹੋਇਆ ਕਾਮ ਭਰਿਆ ਹੋਇਆ ਤਾਂ ਮੈਂ ਹੈਗਾ ਕਾਮ ਕ੍ਰੋਧ ਮਾਇਆ ਦਾ ਮਦ ਹੰਕਾਰ ਮਤ ਸਰ ਇਹ ਮਤ ਮੇਰੀ ਇਹਨਾਂ ਚੀਜ਼ਾਂ ਨਾਲ ਭਰੀ ਹੋਈ ਹੈ। ਇੱਛਾਵਾਂ ਕਾਮਨਾਵਾਂ ਕ੍ਰੋਧ ਦੀਆਂ ਇੱਛਾਵਾਂ ਕ੍ਰੋਧ ਇਹਦੇ ਨਾਲ ਮਤ ਭਰੀ ਹੋਈ ਹੈ। ਮਤ ਸਰ ਇਹ ਸੰਪੋ ਮੋਹ ਮਾਹੀ ਇਹ ਤਾਂ ਮੇਰੇ ਚ ਬੇਅੰਤ ਹੈ। ਇਹ ਤਾਂ ਬਹੁਤ ਹੈ, ਇਹਦੀ ਘਾਟ ਨਹੀਂ ਕੋਈ ਮੇਰੇ ਅੰਦਰ। ਠੀਕ ਹੈ, ਅਗਲੀਆਂ ਜਿਹੜੀਆਂ ਗੱਲਾਂ ਨੇ ਇਹਦੀ ਘਾਟ ਹੈ। ਪਰ ਗੁਰ ਕੀ ਸੇਵਾ ਇਹ ਸੁਪਨ ਅੰਤਰ ਨਹੀਂ ਦਇਆ ਤਾਂ ਸੁਪਨੇ ਚ ਵੀ ਨਹੀਂ ਮੈਨੂੰ ਚੇਤਾ ਇਹਨਾਂ ਦਾ। ਚਲੋ ਜਾਗਦੇ ਨੂੰ ਤਾਂ ਕੀ ਹੋਣਾ, ਸੁਪਨੇ ਚ ਵੀ ਨਹੀਂ ਕਦੇ ਆਈਆਂ ਚੀਜ਼ਾਂ। ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰਬਾਣੀ ਦੇ ਵਿਚਾਰ ਕਰਨੀ, ਅੰਤਰਾਤਮਾ ਦੀ ਗੱਲ ਤੇ ਵਿਚਾਰ ਕਰਨੀ ਕਦੇ ਸੁਪਨੇ ਚ ਵੀ ਨਹੀਂ ਕੀਤੀ। ਵੇਲੇ ਨਹੀਂ ਹੈਗਾ, ਇਹਦਾ ਟਾਈਮ ਨਹੀਂ ਹੈ। ਹਾਂਜੀ, ਦੀਨ ਦਿਆਲ ਕਿਰਪਾਲ ਦਮੋਦਰ ਭਗਤੀ ਬਸਲ ਪੈ ਹਾਰੀ ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ। ਦੀਨ ਦਿਆਲ ਕਿਰਪਾਲ ਦਮੋਦਰ ਕਿਰਪਾਲ ਦਮੋਦਰ ਭਗਤੀ ਬਸਲ ਪੈ ਹਾਰੀ ਸਭ ਕਿਹਦੇ ਨਾਮ ਨੇ? ਜਿਹਦੀ ਵਜ੍ਹਾ ਜਿਹੜਾ ਸਾਹ ਲੈਂਦਾ, ਜਿਹੜਾ ਇਹਦਾ ਮੂਲ ਆ, ਉਹਦੇ ਨਾਮ ਨੇ। ਪਰਮੇਸ਼ਰ ਦੇ ਨਾਮ ਨਹੀਂ ਆਣੇ, ਕਿਉਂਕਿ ਇਹਨੇ ਆਪਣੇ ਉੱਪਰਲੇ ਅਫਸਰ ਦੇ ਨਾਮ ਲੈਣੇ। ਜੀਵ ਦੇ ਉੱਪਰ ਜਿਹੜਾ ਅਫਸਰ ਹੈ ਇਹਦੀ ਪਹੁੰਚ ਉੱਥੇ ਤੇ ਹੀ ਹੈ, ਉਦੋਂ ਗਾਹਾਂ ਤਾਂ ਇਹਦੀ ਪਹੁੰਚ ਨਹੀਂ ਹੈ। ਗਾਹਾਂ ਨਹੀਂ ਨੂੰ ਪਤਾ ਕੀ ਹੈ। ਇਹਦੇ ਵਿਚਾਲੇ ਜਿਹੜਾ ਹੈਗਾ ਇਹ ਤੋਂ ਉੱਪਰ ਹੈ, ਜਿਹੜਾ ਜੀ ਤੋਂ ਇਹ ਪੈਦਾ ਹੋਇਆ ਇਹਦੇ ਭਾਵੇਂ ਉਹੀ ਬੜਾ। ਉਹ ਗਾਹਾਂ ਜਿਹਦੀ ਵਜ੍ਹਾ ਨਾਲ ਉਹਨੂੰ ਜਨਮ ਮਿਲਿਆ, ਮਨ ਦਾ ਜਨਮ ਤਾਂ ਬਾਅਦ ਚ ਹੋਇਆ ਹੈ। ਪਹਿਲਾਂ ਉਹਨੇ ਭਗਤੀ ਕੀਤੀ ਹੈ। ਗੁਰ ਸੇਵਾ ਤੇ ਭਗਤ ਕਮਾਈ ਤਾਂ ਮੈਂ ਮਾਨਸ ਦੇ ਹੀ ਪਾਈ। ਮਾਨਸ ਦੇ ਹੀ ਉਹਨੇ ਲਈ, ਉਹਨੂੰ ਮਿਲੀ ਹੈ। ਤਾਂ ਸਾਹ ਲੈਂਦਾ, ਤਾਂ ਉਹਨੂੰ ਚਿੰਤਾ ਹੈ ਮਾਨਸ ਦੇ ਦੀ। ਤਾਂ ਦਿਨ ਰਾਤ ਨਹੀਂ ਸੌਂਦਾ, ਨੀਂਦ ਨਹੀਂ ਆਉਂਦਾ। ਇਹਨੂੰ ਨਹੀਂ ਚਿੰਤਾ, ਇਹਨੇ ਕਿਹੜਾ ਭਗਤੀ ਕੀਤੀ ਹੈ। ਇਹਨੇ ਤਾਂ ਭਗਤੀ ਹੁਣ ਕਰਨੀ ਹੈ। ਭਗਤੀ ਕੀ ਕਰਨੀ ਹੈ? ਜਿਹੜੀ ਕਮੀ, ਜਿਹੜੀ ਖੁਰਾਕ ਉਹਨੂੰ ਚਾਹੀਦੀ ਹੈ, ਜਿਹਦੀ ਵਜ੍ਹਾ ਨਾਲ ਉਹਨੇ ਦੇਹ ਲਈ ਹੈ, ਉਹ ਖੁਰਾਕ ਉਹਨੂੰ ਚਾਹੀਦੀ ਹੈ ਗਿਆਨ ਦੀ। ਬ੍ਰਹਮ ਗਿਆਨੀ ਦਾ ਭੋਜਨ ਜੇ ਸ਼ਬਦ ਵਿਚਾਰ ਕਰੇ ਤਾਂ ਉਹਨੂੰ ਉਹ ਖੁਰਾਕ ਮਿਲੇ। ਉਹਦੇ ਵਾਸਤੇ ਕੁਛ ਨਹੀਂ ਕਰਦਾ, ਇਹਦਾ ਸਰੀਰ ਵਾਸਤੇ ਹੀ ਕਰਦਾ ਜੋ ਕੁਛ ਕਰਦਾ। ਸਰੀਰ ਇਹਨੂੰ ਚਾਹੀਦਾ, ਸਰੀਰ ਜੀਵ ਨੂੰ ਚਾਹੀਦਾ ਹੈ। ਅੱਖਾਂ ਦੇਖਣ ਨੂੰ ਚਾਹੀਦੀਆਂ ਨੇ, ਕੰਨ ਸੁਣਨ ਨੂੰ ਚਾਹੀਦੇ ਨੇ। ਇਹ ਸਰੀਰ ਦੇ ਵਿੱਚ ਉਲਝ ਗਿਆ, ਰੰਗ ਤਮਾਸ਼ਾ ਪਿਛਲਾ ਭੁੱਲ ਗਿਆ, ਉਹ ਵਿਸਰ ਗਿਆ। ਉਹਦਾ ਹੀ ਸਮਰਨ ਕਰਨਾ ਜੋ ਪਿਛਲਾ ਭੁੱਲਿਆ। ਅਗਲਾ ਸ਼ਬਦ ਸਮਰਨ ਤੇ ਹੀ ਹੈ, ਅਗਲਾ ਸ਼ਬਦ ਸਾਰਾ ਹੀ ਸਮਰਨ ਤੇ। ਉਹ ਜਿਹੜੀ ਭੁੱਲ ਗਿਆ ਚੀਜ਼ ਉਹ ਸਮਰਨ। ਮੇਰਾ ਜਨਮ ਕਿਉਂ ਹੋਇਆ, ਮੈਂ ਕੀ ਕਰਨਾ ਹੈ, ਕੀ ਕਰਨਾ ਚਾਹੀਦਾ, ਕਿਹੜੇ ਕੰਮ 'ਚ ਮੈਂ ਲੱਗਿਆ ਹੋਇਆ। ਜਦੋਂ ਇਹ ਗੱਲ ਦਾ ਪਤਾ ਲੱਗੂ ਫਿਰ ਸਿਮਰਨ ਸ਼ੁਰੂ ਹੋਊਗਾ। ਪਤਾ ਕਾਹਦੇ ਨਾਲ ਲੱਗੂ? ਪਤਾ ਲੱਗੂਗਾ ਜਪ ਨਾਲ, ਬਾਣੀ ਗੁਰਬਾਣੀ ਵੱਲ ਧਿਆਨ ਨਾਲ ਸੁਣੇ ਤੇ ਸਮਝੇ ਤੇ ਪਤਾ ਲੱਗੂਗਾ। ਆਈ ਹੈ ਇਹ ਸੁਪਨੇ ਅੰਦਰ ਨਹੀਂ, ਸੁਪਨੇ ਦੇ ਅੰਦਰ ਵੀ ਨਹੀਂ। ਇਹ ਸਮਝਣ ਵਾਲੀ ਗੱਲ ਹੈ। ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੇ 'ਚ ਵੀ ਨਹੀਂ ਹਨ। ਇਹਦਾ ਮਤਲਬ ਇਸ ਵਾਸਤੇ ਆਇਆ ਸੀਗਾ। ਇਹ ਜਪ ਦੀ ਗੱਲ ਹੈ। ਜਦ ਇਹਦਾ ਪਤਾ ਲੱਗ ਗਿਆ ਆਇਆ ਦੀ ਬੇਸਬਰ ਦੀ ਗੱਲ, ਇਸੇ ਤੇ ਧਿਆਨ ਰੱਖਣਾ, ਇਹੀ ਕੁਛ ਕਰਨਾ। ਬਾਕੀ ਭੁੱਲ ਜਾਣਾ, ਜੋ ਕੁਛ ਹੁਣ ਕਰਦਾ ਉਹ ਭੁੱਲ ਜਾਣਾ, ਜੋ ਕੁਛ ਨਹੀਂ ਕਰਦਾ ਉਹ ਚੇਤਾ ਰੱਖਣਾ। ਸਿਮਰਨ ਦਾ ਮਤਲਬ ਇਹੀ ਆ। ਉਹ ਸਿਮਰਨ ਦਾ ਮਤਲਬ ਕੀ? ਜੋ ਕਰਨਾ ਹੈ ਕੰਮ ਉਹ ਕਰਨਾ। ਹੁਣ ਉਹ ਭੁੱਲਿਆ ਹੋਇਆ, ਫਿਰ ਆਹ ਭੁੱਲ ਜਾਣਾ ਸੰਸਾਰ। ਕਿਉਂਕਿ ਅਬਰ ਕਾਜ ਤੇਰੇ ਕਿਤੇ ਨਾ ਕੰਮ ਲਿਖਿਆ ਨਾ, ਤਾਂ ਕਿਸੇ ਕੰਮ ਹੀ ਨਹੀਂ ਹੈ। ਦਿਆ ਜਾਣੇ ਜੀ ਕੀ ਉਸ ਪੁੰਨ ਦਾਨ ਹਾਂ ਜੀ, ਹਾਂ। ਦੀਨ ਦਿਆਲ ਕਿਰਪਾਲ ਦਮੋਦਰ ਭਗਤੀ ਬਸਲ ਪੈ ਭਗਤ ਬੈਸਲ ਪੈ ਹਾਰੀ। ਭਗਤ ਬੈਸਲ ਹੈ ਜਿਹੜਾ ਭਗਤ ਕਰਦਾ ਹੈ, ਭਗਤੀ ਕਰਦਾ ਹੈ, ਉਹਦੇ ਨਾਲ ਛੜੇ ਨਹੀਂ ਜਾਂਦੀ ਭਗਤੀ। ਜਿਹੜੀ ਭਗਤੀ ਛੜੀ ਉਹ ਭਗਤੀ ਦਰਅਸਲ ਚ ਹੁੰਦੀ ਹੋਣੀ ਸੀ। ਜਿਹੜੀ ਭਗਤੀ ਇਹਦਾ ਗਿਆਨ ਦੀ ਇਹਨੂੰ ਕੌਣ ਛੱਡ ਲੂਗਾ? ਜਿਹੜੇ ਛੱਡਣ ਵਾਲੇ ਤੇ ਉਹਦਾ ਸਾਰੇ ਹੀ ਭਗਤੀ ਤੋਂ ਹੀਣੇ ਤੇ। ਰਿਸ਼ੀ ਮੁਨੀਆਂ ਕੋਲ ਤਾਂ ਭਗਤੀ ਹੋਣੀ ਸੀ। ਰਿਸ਼ੀ ਮੁਨੀਆਂ ਨੂੰ ਤਾਂ ਭਗਤੀ ਦਾ ਗਿਆਨ ਹੀ ਨਹੀਂ ਸੀ।
ਰਿਸ਼ੀ ਮੁਨੀ ਅੰਮ੍ਰਿਤ ਖੋਜਦੇ ਰਹੇ ਨੇ, ਮਿਲਿਆ ਨਹੀਂ ਕਿਸੇ ਨੂੰ। ਜਿਹੜੀ ਭਗਤੀ ਰਿਸ਼ੀ ਮੁਨੀ ਕਰਾਉਂਦੇ ਰਹੇ ਨੇ ਉਹ ਭਗਤੀ ਸੀ, ਉਹ ਨਹੀਂ ਸੀ, ਉਹ ਗਿਆਨ ਦੀ ਭਗਤੀ ਨਹੀਂ ਸੀ, ਅਗਿਆਨਤਾ ਦੀ ਸੀ। ਮੂਰਖ ਬਣਾਇਆ ਲੋਕਾਂ ਨੂੰ। ਆਪਦਾਨ ਨਹੀਂ ਸੀ ਦਿੰਦੇ, ਲੋਕਾਂ ਦੇ ਵਚਨ ਲੈ ਲੈਂਦੇ ਸੀ। ਹਰੀਚੰਦ ਰਾਜੇ ਤੇ ਰਾਜ ਲੈ ਲਿਆ ਮੂਰਖ ਬਣਾ ਕੇ, ਵਚਨ ਦੇ ਦੇ। ਐਵੇਂ ਰੋਵੇ ਰਾਜਾ ਕੰਨ ਪੜਾਏ, ਤਾਂ ਹੀ ਕਿਹਾ ਹੋਇਆ ਰਾਜਿਆਂ ਦੇ ਕੰਨ ਪੜਾ ਕੇ ਰੋਂਦੇ ਫਿਰਦੇ ਨੇ, ਮਿਲਿਆ ਕੱਖ ਵੀ ਨਹੀਂ। ਇਹ ਭਗਤੀ ਮੂਰਖ ਬਣਾਉਣ ਵਾਲੀ ਹੈ। ਪੰਡਤ ਨੇ ਜੋ ਕੁਝ ਕਿਹਾ ਜਾਂ ਜੋਗੀਆਂ ਨੇ ਜੋ ਕੁਝ ਕਿਹਾ, ਇਹ ਜਿਹੜੇ ਸੰਤ ਪ੍ਰਚਾਰ ਕਰ, ਸੰਤਾਂ ਦਾ ਮਿਲਿਆ ਜੁਲਿਆ ਪ੍ਰਚਾਰ ਹੈ ਨਾ ਜੋ ਨਾ ਇਹਨਾਂ ਦਾ ਪ੍ਰਚਾਰ ਜੋਗੀਆਂ ਵਾਲਾ, ਨਾ ਪੰਡਤ ਵਾਲਾ। ਨਾ ਇਹਨਾਂ ਨੂੰ ਸਿਮਰਨ ਦਾ ਪਤਾ ਕੀ ਹੁੰਦਾ, ਨਾ ਇਹਨਾਂ ਨੂੰ ਜਪ ਦਾ ਪਤਾ ਕੀ ਹੁੰਦਾ, ਨਾ ਇਹਨਾਂ ਨੂੰ ਆਰਾਧਨਾ ਦਾ ਪਤਾ ਕੀ ਹੁੰਦਾ, ਨਾ ਇਹਨਾਂ ਨੂੰ ਭਗਤੀ ਦਾ ਪਤਾ ਕੀ ਹੁੰਦਾ। ਜੇ ਜੋਗੀਆਂ ਨੂੰ ਪਤਾ ਹੁੰਦਾ ਤਾਂ ਕੋਈ ਪ੍ਰਾਪਤੀ ਨਾ ਹੋ ਜਾਂਦੀ ਉਹਨਾਂ ਨੂੰ, ਕਿਉਂਕਿ ਪਤਾ ਨਹੀਂ ਸੀ ਕਿਸੇ ਨੂੰ ਵੀ ਇਹਦਾ। ਭਗਤੀ ਸੱਚ ਲੋੜ ਦਾ ਸਾਰੇ ਨਾ ਛਾਪਣ ਲੱਗ ਜਾਣ, ਦੁਨੀਆ ਨਾਲ ਲੋੜ ਛਾਪ ਲਵੇ। ਛਾਪਦੇ ਹੀ ਨੇ, ਫੜੇ ਕਾਹਦੇ ਜਾਂਦੇ ਨੇ? ਗੈਰ ਕਾਨੂੰਨੀ ਨਹੀਂ, ਛਾਪੇ ਨਹੀਂ ਹੁੰਦੇ ਇਹੋ ਜਿਹੇ। ਛਾਪ ਨਹੀਂ, ਜੇ ਕਰੰਸੀ ਹੂਬਹੂ ਛਾਪ ਦੇਣ, ਕਾਮਯਾਬ ਹੋਏ ਨਾ, ਫੜੇ ਨਹੀਂ ਆ ਸਕਦੇ। ਫਿਰ ਛਾਪ ਦੇਣਦੇ ਨੇ ਪਰ ਫੜੇ ਜਾਂਦੇ ਨੇ। ਹੂਬਹੂ ਕਰੰਸੀ ਨਹੀਂ ਛਾਪ ਸਕਦੇ। ਇਹੀ ਭਗਤੀਆਂ ਨੇ, ਇਹ ਡੁਪਲੀਕੇਟ ਕਰੰਸੀ ਹੈ ਸਾਰੀ। ਨਾਮ ਸੰਤਾਂ ਵਾਲਾ ਜਪ ਤਪ, ਇਹ ਡੁਪਲੀਕੇਟ ਕਰੰਸੀ ਹੈ। ਇਹ ਦਰਗਾਹ 'ਚ ਪ੍ਰਮਾਣ ਨਹੀਂ। ਆ ਜਿਹੜੀ ਦੱਸੀ ਹੋਈ ਗੱਲ ਹੈ, ਇਹ ਨਾਨਕ ਬੁਲਾਇਆ ਬੋਲਿਆ, ਆਪਣੀ ਮਰਜ਼ੀ ਨਾਲ ਕੋਈ ਨਹੀਂ ਬੋਲਿਆ ਭਗਤ। ਇਹ ਤਾਂ ਦਰਗਾਹ 'ਚ ਦੱਸੀ ਹੈ ਭਗਤੀ ਐਂ ਕਰਨੀ ਹੈ। ਇਹ ਖੋਜੀ ਨਹੀਂ, ਆਪਣੀ ਕਰੀ ਜਾਂਦੇ ਨੇ। ਇੰਨੀ ਉਹ ਗੱਲ ਆ, ਹੋਰ ਕੁਛ ਨਹੀਂ। ਜਿਹੜੀ ਪਿੱਛੋਂ ਚਲੀ ਆਈ ਹੈ ਨਾ ਖੋਟੀ ਭਗਤੀ, ਖੋਟਾ ਜਪ, ਖੋਟਾ ਤਪ, ਖੋਟਾ ਨਾਮ, ਉਹ ਖੋਟੇ ਹੀ ਲਈ ਫਿਰਦੇ ਨੇ। ਤਾਂ ਹੀ ਕਿਹਾ ਸੀ ਨਾ, ਖੋਟੇ ਕੋ ਖਰਾ ਕਹੇ। ਇਹ ਖੋਟੇ ਨੂੰ ਖਰਾ ਕਹੀ ਜਾਂਦੇ ਨੇ। ਖੋਟੇ ਸੰਤਾਂ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਨੇ ਲੋਕ। ਖੋਟਾ ਬ੍ਰਹਮ ਗਿਆਨੀ ਕਹੀ ਜਾਂਦੇ ਨੇ। ਬਾਅਦ ਫੜ ਨਹੀਂ ਹੁੰਦੇ। ਕਿੰਨੇ ਫੜ ਹੁੰਦੇ ਨੇ? ਪਹਿਲਾਂ ਉਹਨਾਂ ਦੇ ਵਿਸ਼ਵਾਸ ਕਰੀ ਜਾਂਦੇ ਨੇ, ਸੋਨਾ ਦੇਈ ਜਾਂਦੇ ਨੇ, ਪੈਸੇ ਦੇਈ ਜਾਂਦੇ, ਦੁੱਗਣੇ ਤਿੱਗਣੇ। ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣ। ਜੇ ਖਰੇ ਦੀ ਸਾਰ ਜਾਣਦੇ ਹੁੰਦੇ, ਖੋਟੇ ਨੂੰ ਖਰਾ ਕਿਉਂ ਕਹਿੰਦੇ? ਇੱਕ ਵੀ ਸੰਤ ਸਾਬਤ ਕਰੇ ਮੈਂ ਬ੍ਰਹਮ ਗਿਆਨੀ ਹਾਂ, ਇੱਕ ਵੀ ਸਾਬਤ ਕਰੇ। ਕੀ ਹੈ ਉਹ ਕਹੂੰਦਾ ਨਹੀਂ, ਉਹ ਦਾਸ ਹੈ। ਜਿਹੜਿਆਂ ਦੇ ਬੋੜ ਲੱਗੇ ਨੇ ਉਹ ਸਾਰੇ ਹੀ ਭਰਮ ਗਿਆਨੀ ਨੇ, ਲੰਪਟ ਚੋਰ ਨੇ, ਉਹ ਝੂਠੇ ਨੇ, ਪਖੰਡੀ ਬੋੜ ਲਾ ਕੇ ਲੋਕ ਲੁੱਟਣੇ ਉਹਨਾਂ ਨੇ ਬੋੜ ਲਾ ਕੇ। ਭਗਤੀ ਜਿਹੜੀ ਹੈ ਸੱਚਖੰਡ ਦੀ ਅਲੱਗ ਕਿਸਮ ਦੀ ਭਗਤੀ ਹੈ, ਅਲੱਗ ਕਿਸਮ ਦਾ ਜਪ ਹੈ, ਅਲੱਗ ਕਿਸਮ ਦਾ ਤਪ ਹੈ। ਪਰ ਜਿਹੜੇ ਪ੍ਰਚਲਿਤ ਹੋਏ ਨੇ ਡੇਰਿਆਂ ਦੇ ਭਗਤੀ ਪੀਠਾਂ ਬਣੀਆਂ ਹੋਈਆਂ ਨੇ, ਭਗਤ ਪ੍ਰਚਾਰ ਕਰਦੇ ਨੇ, ਉਹ ਜਦੇ ਹੀ ਇਹਨੂੰ ਪਲਟ ਦਿੰਦੇ ਨੇ। ਬਾਅਦ ਚ ਚੱਲਣ ਨਹੀਂ ਦਿੰਦੇ। ਉਹ ਜੇ ਚੱਲਣ ਦੇਣ ਉਹਨਾਂ ਨੂੰ ਦਾਸ ਬਣਨਾ ਪੈਂਦਾ। ਠੱਗੀ ਠੋਰੀ ਨਹੀਂ ਚੱਲਦੀ ਉਹਨਾਂ ਦੀ। ਉਹ ਮਹਾਂਪੁਰਸ਼ ਨਹੀਂ ਕਹਾ ਸਕਦੇ। ਉਹ ਚੱਲਣ ਨਹੀਂ ਦਿੰਦੇ, ਉਹਨੂੰ ਫਿਰ ਬਦਲ ਦਿੰਦੇ ਨੇ। ਸੰਤਾਂ ਦਾ ਜ਼ੋਰ ਇਸੇ ਕਰਕੇ ਲੱਗਿਆ ਹੋਇਆ। ਇਹਨਾਂ ਨੂੰ ਕਿਸੇ ਨੇ ਛੱਡਣਾ ਨਹੀਂ। ਜਿੱਦਣ ਇਹ ਭਗਤੀ ਚਾਲੂ ਹੋ ਗਈ, ਇਹਨਾਂ ਨੂੰ ਕੋਈ ਨਹੀਂ ਸੁਣਦਾ। ਜਿੱਦਣ ਬੋਲਦੇ ਨੇ ਲੋਕ ਇਹਨਾਂ ਦੇ ਖਿਲਾਫ ਜ਼ਰੂਰ, ਪਰ ਗੁਰਬਾਣੀ ਦੀ ਸਮਝ ਨਾਲ ਬੋਲਣਗੇ, ਫਿਰ ਆਪੇ ਬਹਿ ਜਾਣਗੇ ਭਿੱਜੀ ਹੋਈ ਬਿੱਲੀ ਨੂੰ। ਭਿੱਜੀ ਹੋਈ ਬਿੱਲੀ ਬਹਿ ਜਾਂਦੀ ਐ, ਬਹਿ ਜਾਣਾ ਇਹਨਾਂ ਨੂੰ ਟੱਕੇ। ਗੁਰਬਾਣੀ ਨੇ ਸਭ ਕੁਝ ਬਦਲਤਾ। ਬਦਲੀ ਹੋਈ ਚੀਜ਼ ਦਾ ਪ੍ਰਚਾਰ ਨਹੀਂ ਕੀਤਾ। ਪੰਡਤ ਵੀ ਵਰਦਾ ਸੀ। ਪੰਡਤ ਜੇ ਬਦਲੀ ਹੋਈ ਚੀਜ਼ ਦਾ ਪ੍ਰਚਾਰ ਕਰ ਦਿੰਦੇ, ਹੁਣ ਵੀ ਨਹੀਂ ਕਰ ਰਹੇ। ਕਿ ਗੁਰਦੁਆਰੇ ਜਦ ਕਰਨ ਲੱਗੇ ਮਾਇਆ ਖਤਮ ਹੋ ਜੂ, ਗੁਰਦੁਆਰਿਆਂ 'ਚ ਚੜਾਵਾ ਖਤਮ ਹੋ ਜੂਗਾ। ਇਹਨਾਂ ਨੂੰ ਕਿਸੇ ਨੇ ਭੀੜ ਨਹੀਂ ਰਹਿਣੀ। ਫਿਰ ਗੁਰੂ ਅਮਰਦਾਸ ਕੋਲ 14-15 ਆਦਮੀ ਸੀ ਕੋਲ, ਲੰਗਰ ਵੇਲੇ ਆਉਂਦੇ ਹੁੰਦੇ। ਇਹਨਾਂ ਦੇ ਹੁਣ ਹਜ਼ਾਰਾਂ ਦੀ ਤਾਦਾਦ 'ਚ ਹੁੰਦੇ ਨੇ। ਹੁਣ ਕਾਹਦੇ ਜ਼ਿਆਦਾ ਹੁੰਦੇ ਨੇ, ਉਦੋਂ ਕਾਹਦੇ ਨਹੀਂ ਸੀ ਜ਼ਿਆਦਾ। ਹੁਣ ਭਗਤੀ ਖੋਟੀ ਦਾ ਪ੍ਰਚਾਰ ਹੁੰਦਾ, ਉਦੋਂ ਖਰੀ ਦਾ ਹੁੰਦਾ ਸੀ। ਗਾਹਕ ਥੋੜੇ ਨੇ,
ਖਰੀ ਤਾਂ ਸਿਰ ਵੱਟੇ ਮਿਲਦੀ, ਖਰੀ ਤਾਂ ਮਨ ਵਿੱਚ ਸਤਿਗੁਰ ਕੇ ਪਾਸ ਹੈ, ਤਾਂ ਮਨ ਵੇਚਣਾ ਪੈਂਦਾ। ਇੱਥੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਲੋਕ ਤਾਂ ਮਨ ਨੂੰ ਖੁੱਲ੍ਹਾ ਮਨ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ, ਪੂਰੀਆਂ ਪਾਰੀਆਂ ਕੁਛ ਨਹੀਂ ਹੁੰਦੀਆਂ, ਠੱਗੀ ਹੈ। ਅਰਦਾਸ ਕਰ ਦੇਣੀ ਹੈ, ਪੂਰੀਆਂ ਕਿਹਦੀਆਂ ਹੁੰਦੀਆਂ ਨੇ? ਪੂਰੀਆਂ ਹੁੰਦੀਆਂ ਹੁਣ ਸਰਕਾਰ ਤੇ ਕੀ ਇਤਰਾਜ਼ ਹੈ? ਲੋਕਾਂ ਨੂੰ ਜਿੰਨੇ ਮਰਜ਼ੀ ਟੈਕਸ ਲਾਈ ਜਾਵੇ, ਦੇਣਾ ਤਾਂ ਪਰਮੇਸ਼ਰ ਨੇ। ਫਿਰ ਆਤਮ ਹੱਤਿਆ ਕਿਉਂ ਹੋਵੇ, ਡਿਪਰੈਸ਼ਨ ਕਿਉਂ ਹੋਵੇ ਲੋਕਾਂ ਨੂੰ? ਉਧਰ ਤਾਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ, ਲੋਕ ਡਿਪਰੈਸ਼ਨ ਨਾਲ ਵਰਤੇ ਜਾਂਦੇ ਨੇ, ਚਿੰਤਾ ਨਾਲ। ਫਿਰ ਕਿਉਂ ਮਰਨ? ਸਭ ਠੱਗੀ ਹੈ ਧਰਮ ਦੇ ਨਾਂ ਤੇ। ਉਹ ਕਾਹਦੇ ਕਹਿਣਗੇ ਠੱਗੀ ਹੈ? ਪਤਾ ਉਹਨਾਂ ਨੂੰ ਹੈ ਵੀ ਹੁੰਦਾ ਕੁਛ ਨਹੀਂ। ਉਹ ਜਿਹੜੇ ਤਨਖਾਹਾਂ ਲੈਂਦੇ ਨੇ ਗ੍ਰੰਥੀ, ਉਹ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰ। ਉਹਨਾਂ ਨੂੰ ਨੌਕਰੀ ਕਰਨ ਦੀ ਕੀ ਲੋੜ ਪਈ? ਕਿਉਂ ਨੌਕਰੀ ਕਰਨ? ਕਿਉਂ ਝਟਕਾਂ ਖਾਣ? ਕਿਉਂ ਪ੍ਰੈਸ਼ਰ ਚੜ੍ਹਨ? ਕਿਉਂ ਲਾਲਾ ਚੱਟਣ ਇਹਨਾਂ ਦੀਆਂ? ਆ ਜਿਹੜੇ ਸਿਆਸਤਦਾਨ, ਕੀ ਲੋੜ ਪਈ ਹੈ ਜੇ ਮਨੋਕਾਮਨਾ ਪੂਰੀਆਂ ਹੁੰਦੀਆਂ ਹੋਣ? ਫਿਰ ਵੀ ਝੂਠ ਬੋਲੀ ਜਾਂਦੇ ਨੇ। ਸੱਚ ਹੈ ਜਾਣਦੇ ਨੇ, ਸਾਰੇ ਜਾਣਦੇ ਨੇ, ਉਹ ਝੂਠ ਬੋਲੀ ਜਾਂਦੇ ਨੇ। ਹਾਂਜੀ। ਦੀਨ ਦਿਆਲ ਕਿਰਪਾਲ ਦਮੋਦਰ ਭਗਤੀ ਬਛਲ ਪੈ ਹਾਰੀ। ਭਗਤ ਬਛਲ ਪੈ ਹਾਰੀ। ਭਗਤੀ ਦੇ ਵਿੱਚ ਛਲ ਕਪਟ ਨਹੀਂ ਚੱਲਦਾ। ਜਦੋਂ ਗੁਰਬਾਣੀ ਦੀ ਸਮਝ ਆਉਂਦੀ ਹੈ, ਛਲ ਕਪਟ ਭਗਤੀ ਦਾ ਸਾਰੇ ਲੁੱਗਾ ਕਰ ਦਿੰਦੇ ਨੇ। ਛੜੇ ਹੋਏ ਲੋਕ ਕਿਉਂ ਨੇ? ਅਰਦਾਸਾਂ ਕਿਉਂ ਕਰਾਉਂਦੇ ਨੇ? ਗਿਆਨ ਹੈ ਨਹੀਂ ਨਾ। ਉਹ ਗਿਆਨ ਜਦੋਂ ਪਰਮਾਤਮਾ ਗਿਆਨ ਹੋਵੇ, ਕੋਈ ਨਹੀਂ ਛੱਡ ਸਕਦਾ ਇਹਨਾਂ ਨੂੰ। ਇਹ ਗਿਆਨ ਭਗਤ ਵਛਲ ਹੈ। ਭਗਤ ਬਛਲ ਪੈ ਹਾਰੀ। ਭਗਤੀ ਛੜੀ ਨਹੀਂ ਜਾ ਸਕਦੀ। ਅਖੰਡ ਪਾਠ ਤੂੰ ਉਹਦੇ ਨਾਲ ਤੁਹਾਨੂੰ ਗਿਆਨ ਨਹੀਂ ਹੋ ਸਕਦਾ। ਭਗਤੀ ਛੜੀ ਉਹ ਅਖੰਡ ਪਾਠ ਕਰਾਉਂਦਾ ਹੀ ਤਾਂ ਹੈ ਜੇ ਉਹਨੂੰ ਅਗਿਆਨਤਾ ਹੈ। ਨਹੀਂ ਆਪ ਹੀ ਨਾ ਪਾਠ ਕਰੇ, ਕਰਾਉਂਦਾ ਕਾਹਦੇ ਆ? ਪੈਸੇ ਦੇ ਕੇ। ਪੈਸੇ ਦੇ ਕੇ ਪਾਠ ਕਰਾਉਣਾ ਸਗੋਂ ਅਪਰਾਧ ਹੈ। ਆਪ ਨਹੀਂ ਨਾ ਕਰਨਾ ਚਾਹੁੰਦਾ, ਭਗਤੀ ਪੈਸੇ ਦੇ ਕੇ ਕਰਾਉਂਦਾ। ਇਹ ਤਾਂ ਅਹੰਕਾਰ ਦਾ ਪ੍ਰਤੀਕ ਹੈ। ਆਪ ਕਰੇ, ਆਪ ਕਾਹਦੇ ਨਹੀਂ ਕਰਦਾ? ਕਹਿੰਦਾ ਮੇਰੇ ਕੋਲ ਪੈਸੇ ਨੂੰ ਮੈਨੂੰ ਕੀ ਲੋੜ ਹੈ? ਕਿਰਾਏ ਦੇ ਬੰਦੇ ਮਿਲਦੇ ਨੇ ਜਿਹੜਾ ਕੰਮ ਕਰਨ ਨੂੰ। ਆਪ ਕਰਨ ਦੀ ਕੀ ਲੋੜ ਆ? ਮੇਰਾ ਦਿਨ 5 ਰੁਪਏ ਦਿੰਦਾ, ਵੋਟ ਪਾਸ ਕਰਾ ਲੈਂਦਾ। ਆਪ ਕਾਹਦੇ ਕਰੇ ਹੋ? ਪੈਸੇ ਦਿੰਦਾ, ਧੋਬੀ ਤੇ ਪ੍ਰੈਸ ਕਰਾ ਲੈਂਦਾ। ਆਪ ਕਾਹਦੇ ਕਰੇ ਹੋ? ਉਹ ਤਾਂ ਇਹੋ ਜਿਹਾ ਹੀ ਕੰਮ ਹੈ। ਜਿਵੇਂ ਅਸੀਂ ਪੈਸੇ ਦੇ ਕੇ ਮਜ਼ਦੂਰ ਲਿਆਉਂਦਾ, ਪੈਸੇ ਦਿੰਦਾ, ਕੰਮ ਕਰਾ ਲੈਂਦਾ। ਇਹ ਹੰਕਾਰ ਦਾ ਪ੍ਰਤੀਕ ਹੈ। ਗੱਲਾਂ ਕੀਤੀਆਂ ਬੜਿਆਂ ਨੇ, ਉਹਨਾਂ ਦਾ ਬਿਜ਼ਨਸ ਹੈ, ਆਮਦਨ ਹੈ, ਧਰਮ ਧੰਦਾ ਬਣ ਚੁੱਕਿਆ। ਬਿਜ਼ਨਸ ਹੈ ਉਹਨਾਂ ਦਾ, ਉਹਨਾਂ ਦਾ ਬਿਜ਼ਨਸ ਹੈ। ਇਹ ਮੂਰਖ ਨੇ, ਕਰਾਉਣ ਵਾਲੇ ਮੂਰਖ ਨੇ। ਭਗਤ ਬਛਲ ਗਿਆਨ ਦਾ ਪ੍ਰਚਾਰ ਹੀ ਨਹੀਂ ਹੋਣ ਦਿੰਦੇ। ਪੈ ਹਾਰੀ, ਪੈ ਵੀ ਮੂਰੇ ਹਾਰ ਜਾਂਦੀ ਹੈ। ਇਹਦੇ ਪੈ ਰਹਿੰਦੀ ਹੋਈ ਨਹੀਂ ਹੈ। ਜੇ ਗਿਆਨ ਹੋ ਜਾਵੇ, ਪੈ ਰਹਿੰਦੀ ਹੋਈ ਨਹੀਂ ਹੈ। ਪੈ ਨੂੰ ਵੀ ਹਾਰ ਦੇ ਦਿੰਦਾ ਹੈ। ਕਾਲ ਵੀ ਹਾਰ ਜਾਂਦਾ ਇਹਦੇ ਮੂਰੇ, ਮੌਤ ਵੀ ਹਾਰ ਜਾਂਦੀ ਹੈ ਇਹਦੇ ਮੂਰੇ। ਪੈ ਮੌਤ ਦੀ ਹੁੰਦੀ, ਹੋਰ ਕਾਲ ਦੀ ਪੈ ਨਹੀਂ ਹੁੰਦੀ। ਬਾਕੀ ਮੌਤ ਤੋਂ ਸਾਰੀਆਂ ਪੈਆਂ ਛੋਟੀਆਂ ਨੇ, ਆਖਰੀ ਇੱਕ ਪੈ ਮੌਤ ਦੀ। ਰਾਜੇ ਦਾ ਸਭ ਕੁਝ ਚਲਿਆ ਜਾਵੇ, ਜੇ ਉਹਦੀ ਜਾਨ ਬਖਸ਼ੀ ਹੋਵੇ, ਉਹ ਕਹਿੰਦਾ ਬਹੁਤ ਹੈ। ਪੈਗਾ ਦੀ ਰਹੀ ਜਾਂਦਾ ਸਭ ਤੋਂ ਮੌਤ ਦੀ। ਜਿੱਥੇ ਪਹਿਲਾਂ ਸਿਰੇ ਦੇ ਤਾਂ ਮਰਨੇ ਕਬੂਲ ਕਰ ਲਿਆ। ਇਹ ਭਗਤੀ ਤਾਂ ਹੈ, ਪਹਿਲਾਂ ਮਰਨ ਕਬੂਲ। ਇਹ ਭਗਤੀ ਤਾਂ ਮਿਲਦੀ ਹੈ ਜੇ ਮਰਨ ਕਬੂਲ ਕਰ ਲਵੇ। ਮਰਨ ਕਬੂਲ ਕਰ ਲਿਆ, ਪੈ ਚਲੀ ਗਈ। ਪੈ ਚਲੀ ਗਈ ਤੇ ਬਾਅਦ ਸੱਚ ਬੋਲੂ। ਸੱਚ ਨਹੀਂ ਬੋਲਿਆ ਜਾ ਸਕਦਾ। ਸੱਚ ਆਪਣੇ ਧਰਮ ਦੇ ਖਿਲਾਫ ਕਿਵੇਂ ਬੋਲੂਗਾ? ਗੁਰੂ ਨਾਨਕ ਆਪਣੇ ਧਰਮ ਦੇ ਖਿਲਾਫ ਬੋਲ ਰਿਹਾ। ਜਿਹੜਾ ਧਰਮ ਕਰਪਟ ਹੋ ਚੁੱਕਿਆ, ਵੇਦਾਂ ਨੂੰ ਛੱਡ ਕੇ, ਵੇਦ ਨੂੰ ਛੱਡ ਕੇ ਕਰਪਟ ਹੋ ਗਿਆ ਸਾਰਾ ਧਰਮ। ਅੱਜ ਗੁਰਬਾਣੀ ਨੂੰ ਛੱਡ ਕੇ ਕਰਪਸ਼ਨ ਆ ਬੜੀ ਗੁਰਦੁਆਰਿਆਂ 'ਚ। ਕਰਪਟ ਹੋ ਗਏ ਸਾਰੇ।
जो करप्शन है, करप्ट हो गया सारा करता जिन्होंने लोगों ने, वो सारे ये तो खिलाफ बोलना पऊगा। जे ना बोले तो ठीक नहीं होना। जिन्हें लड़ाई लड़नी है गुरमती उन्होंने इन्हों के खिलाफ झंडा चकना पऊगा। हशर कुछ भी हो चाहे वो अगे होया नहीं, पहला होया नहीं, पहला सिर नहीं दिते तो हुण दिते जाणगे, फिर की हो जूगा। नाले इन्हां दा पता लग जूवे कौन ने सिख ने सिखी विरोधी ने। इन्हां दा भी तो टेस्ट हो जूगा। अगे टेस्ट नहीं होया, भाईधारियां दा टेस्ट नहीं होया। वो कौन थे? वेदां तो खिलाफ वाले सी, धर्म तो खिलाफ वाले सी भाईधारी। उन्हां दा तां उही हिंदू धर्म सी, सिख वेदां नूं मनण वाले। चल मुसलमान तां दूए धर्म वाले सी, उन्हां दा कोई रौला नहीं। रौला जद भी पिया जे कबीर नाल पिया, नामदेव नाल पिया, इन हिंदू धर्म वालियां नूं होया पहलों तकलीफ हुई है। मुसलमानां कोल तां शिकायत कीती, ओह तां राजे ते, ਉਹਦਾ ਰਾਜ ਸੀ ਉਹਨਾਂ ਦਾ। ਉਹਨਾਂ ਕੋਲ ਤਾਂ ਸ਼ਿਕਾਇਤ ਕੀਤੀ ਹੈ ਵੀ ਤੁਹਾਡੇ ਧਰਮ ਨੂੰ ਵੀ ਇਹ ਨਿੰਦਿਆ ਕਰਦੇ ਨੇ, ਸਾਡੇ ਦੀ ਤਾਂ ਕਰਦੇ ਹੀ ਕਰਦੇ ਨੇ। ਹਿੰਦੂ ਧਰਮ ਦੀ ਮੁਸਲਮਾਨ ਵੀ ਨਿੰਦਿਆ ਕਰਦੇ ਤੇ ਉਹਦੀ ਤਕਲੀਫ ਮੁਸਲਮਾਨਾਂ ਨੂੰ ਨਹੀਂ ਸੀ। ਮੁਸਲਮਾਨਾਂ ਨੂੰ ਉਹਨਾਂ ਦੀ ਗੱਲ ਕਹਿੰਦੇ ਤੇ ਵੀ ਤੁਹਾਡੇ ਖਿਲਾਫ ਆਹ ਗੱਲ ਕਹਿਤੀ, ਤਾਂ ਭੜਕ ਜਾਂਦੇ ਸੀ ਉਹ। ਭਗਤ ਵਛਲ ਭੈ ਹਾਰੀ, ਭਗਤ ਵਛਲ ਹੈ, ਭਗਤ ਨੂੰ ਕੋਈ ਉਲਟੇ ਰਸਤੇ ਨਹੀਂ ਪਾ ਸਕਦਾ, ਛਲ ਕਪਟ ਨਹੀਂ ਹੋ ਸਕਦਾ ਉਹਦੇ ਨਾਲ। ਪੈ ਹਾਰੀ, ਪੈ ਉਹਦੇ ਕੋਲ ਹੁੰਦੀ ਹੋਣੀ, ਪੈ ਉਹਨੂੰ ਹੁੰਦੀ ਹੋਣੀ। ਇਹ ਪੈ ਰਹਿਣ ਨਹੀਂ ਦਿੰਦਾ, ਛਲ ਕਪਟ ਇਹਦੇ ਨਾਲ ਕੋਈ ਕਰ ਨਹੀਂ ਸਕਦਾ। ਛਲ ਕਪਟ ਕੋਈ ਕਰ ਨਹੀਂ ਸਕਦਾ, ਕਿੱਡਾ ਹੀ ਸਿਆਣਾ ਹੋਵੇ। ਉਹ ਇਹਦੇ ਕੋਲ ਪੂਰੀ ਬੁੱਧੀ ਹੈ, ਸੰਸਾਰ 'ਚ ਪੂਰੀ ਬੁੱਧੀ ਹੈ ਉਹਦੀ। ਇਹਦਾ ਛਲ ਕੌਣ ਕਰ ਲੂਗਾ? ਆਪ ਛਲ ਕਰਦਾ ਨਹੀਂ, ਦੂਆ ਇਹਦੇ ਨਾਲ ਛਲ ਕਰ ਨਹੀਂ ਸਕਦਾ। ਖਾਲਸੇ ਨਾਲ ਕਰ ਨਹੀਂ ਸਕਦਾ, ਖਾਲਸਾ ਕਿਸੇ ਨੇ ਛਲ ਕਰਦਾ ਨਹੀਂ। ਪਰ ਕ੍ਰਿਸ਼ਨ ਤਾਂ ਛੜੀ ਹੈ ਇਹਨਾਂ ਦਾ, ਉਹਦਾ ਤਾਂ ਨਾਂ ਹੀ ਛੜੀ ਹੈ। ਕ੍ਰਿਸ਼ਨ ਦੇ ਉੱਤੇ ਜਿਹੜਾ ਧਰਮ ਖੜਾ ਹੈ, ਜਿਹੜਾ ਮੰਨਦਾ, ਉਹ ਤਾਂ ਆਪ ਛੜੀਆ ਮੰਨਦੇ ਨੇ। ਉਹਨਾਂ ਦਾ ਰੋਲ ਮਾਡਲ, ਉਹਨਾਂ ਦਾ ਅਵਤਾਰ, ਉਹਨਾਂ ਦਾ ਭਗਵਾਨ ਤਾਂ ਆਪ ਛੜੀਆ ਹੈ। ਇਸ ਕਰਕੇ ਛਲ ਕਪਟ ਕਰਨਾ ਹਿੰਦੂਆਂ ਨੂੰ ਜਾਇਜ਼ ਹੋ ਸਕਦਾ, ਸਿੱਖਾਂ ਨੂੰ ਨਹੀਂ ਹੋ ਸਕਦਾ। ਸਿੱਖਾਂ ਵਾਸਤੇ ਨਹੀਂ ਛਲ ਕਪਟ ਜਾਇਜ਼। ਇੱਥੋਂ ਦੋ ਧਰਮ ਅਲੱਗ ਅਲੱਗ ਹੋ ਗਏ। ਇੱਕ ਛਲ ਕਪਟ ਨੂੰ ਜਾਇਜ਼ ਸਮਝਦਾ, ਇੱਕ ਛਲ ਕਪਟ ਤੋਂ ਖਿਲਾਫ ਹੈ। ਸਿੱਖ ਲੀਡਰ ਸਿੱਖ ਸੰਗਤ ਨਾਲ ਛਲ ਕਪਟ ਕਰਦੇ ਨੇ, ਝੂਠੇ ਵਾਅਦੇ ਕਰਕੇ ਵੋਟਾਂ ਲੈ ਲੈਂਦੇ ਨੇ। ਛਲ ਕਪਟ ਹੈ ਵੀ, ਝੂਠ ਬੋਲ ਕੇ ਵੋਟਾਂ ਲੈ ਲਈਆਂ, ਬਾਅਦ ਵਾਅਦੇ ਨਾ ਪੂਰੇ ਕਰਨੇ ਵੀ ਛਲ ਕਪਟ ਦੇ ਵਿੱਚ ਆ ਜਾਂਦਾ। ਉਹ ਗੱਲ ਕਰਨ ਜਿਹੜੀ ਪੂਰੀ ਕਰ ਸਕਦੇ ਨੇ, ਬਾਕੀ ਗੱਲ ਕਰਨੇ ਨਾ ਕਿਉਂ ਕਰਦੇ ਨੇ ਛਲ ਕਪਟ? ਸਿੱਖ ਨਹੀਂ ਛਲ ਕਪਟ ਕਰ ਸਕਦਾ, ਦੁਨੀਆ ਕਰਦੀ ਰਹੇ। ਉਹ ਨਹੀਂ ਉਹ ਗੱਲ ਕਹੋ ਜਿੰਨੀ ਤੁਸੀਂ ਪੂਰੀ ਕਰ ਸਕਦੇ ਹੋ, ਫਿਰ ਸਿੱਖੀ ਹੈ। ਥੋੜੇ ਵਿਸ਼ਵਾਸ ਕੌਣ ਕਰੂ ਤੇ ਸਿੱਖੀ ਬਦਨਾਮ ਕਰਤੀ। ਦੁਨੀਆ ਕਰਦੀ ਰਹੇ ਛਲ ਕਪਟ, ਗੁਰੂ ਘਰ ਨਾਲ ਛਲ ਕਪਟ ਹੋਇਆ ਹੈ। ਧੋਖਾ ਕੀ ਹੋਇਆ? ਸੌਂ ਖਾ ਕੇ ਮੁੱਕਰ ਗਏ, ਛਲ ਕਪਟ ਨਹੀਂ ਹੋਇਆ ਹੈ। ਕਹਿ ਕੇ ਮੁੱਕਰ ਗਏ, ਧਰਮ ਦਾ ਵਿੱਚ ਲਿਆ ਕੇ ਧਰਮ ਹਾਰ ਗਏ ਹੋ ਆਪਣਾ। ਗੁਰੂ ਘਰ ਨੇ ਕੋਈ ਵਾਅਦਾ ਕਰਕੇ ਧਰਮ ਨਹੀਂ ਹਾਰਿਆ। ਗੁਰੂ ਤੇਗ ਬਹਾਦਰ ਨੇ ਕਿਹਾ ਵੀ ਜਾਓ ਕਹਿ ਦੋ ਵੀ ਸਾਡਾ ਗੁਰੂ ਹੈਗਾ, ਉਹਨੂੰ ਮਨਾ ਲਓ, ਮੁਸਲਮਾਨ ਕਰ ਲਓ, ਸਾਰੇ ਹੋ ਜਾਣਗੇ। ਤਾਂ ਗਿਆ ਬਾਹਾਂ ਜਿਹਨਾਂ ਦੀ ਪਕੜੀਏ, ਸਰਦੀਜੇ ਬਾਹਾਂ ਨਾ ਛੋੜੀ। ਉਹਨਾਂ ਨੇ ਫਿਰ ਛਲ ਕਪਟ ਕਰ ਲਿਆ, ਮੁਸਲਮਾਨਾਂ ਨਾਲ ਫਿਰ ਅੜ ਗਏ। ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿੰਨੇ ਕੁ ਸਾਲ ਬੀਤੇ ਸੀ? ਗੁਰੂ ਤੇਗ ਬਹਾਦਰ ਦੇ ਬਾਅਦ ਕਿੰਨੇ ਕੁ ਸਾਲ ਨੇ ਜਦ ਬਦਲ ਕੇ ਮੁਸਲਮਾਨਾਂ ਨਾਲ ਲੜ ਕੇ ਘੇਰਾ ਪਾ ਲਿਆ। ਉਸੇ ਧਰਮ ਨੂੰ ਘੇਰਾ ਪਾ ਲਿਆ ਜਿਸ ਧਰਮ ਨੇ ਇਹਨਾਂ ਦਾ ਜਨੇਊਰ ਤਿਲਕ ਬਚਾਇਆ ਸੀ। ਇਹ ਧਰਮ ਨੂੰ ਖਤਮ ਕਰ ਦਿੱਤੀ। ਤੇ ਛਲ ਕਪਟ ਨੇ ਤਾਂ ਹੋਰ ਕੀ ਹੈ? ਛਲ ਕਪਟ ਇਹਨਾਂ ਦੇ ਜਾਇਜ਼ ਹੈ, ਇਹਨਾਂ ਦੇ ਜਾਇਜ਼ ਹੈ ਛਲ ਕਪਟ, ਸਾਡੇ ਨਹੀਂ ਜਾਇਜ਼ ਹੈ। ਅਸੀਂ ਛਲ ਕਪਟ ਫਿਰ ਵੀ ਨਹੀਂ ਕਰਨਾ, ਇਹਨਾਂ ਨਾਲ ਵੀ ਨਹੀਂ ਕਰਨਾ। ਅਸੀਂ ਪ੍ਰਚਾਰ ਛਲ ਕਪਟ ਤੋਂ ਖਿਲਾਫ ਇਹ ਕਰਨਾ ਹੈ, ਛਲ ਕਪਟ ਨਹੀਂ ਕਰਨਾ। ਸੱਚ ਦਾ ਪ੍ਰਚਾਰ ਕਰਨਾ, ਬੁਰੇ ਦਾ ਭਲਾਈ ਕਰਨਾ। ਫਿਰ ਵੀ
ਕਿਉਂਕਿ ਉਹ ਸਾਡੇ ਕੋਲ ਹੈ ਸ਼ਲੋਕ ਫਰੀਦਾ ਬੁਰੇ ਦਾ ਭਲਾ ਕਰ। ਸਾਡੇ ਲਿਖਿਆ ਹੋਇਆ ਹੈ, ਸਾਨੂੰ ਹੁਕਮ ਹੈ ਬੁਰੇ ਦਾ ਭਲਾ ਕਰਨ ਦਾ। ਅਸੀਂ ਗੁਰਬਾਣੀ ਤੋਂ ਬਾਹਰ ਨਹੀਂ ਜਾ ਸਕਦੇ, ਚਾਹੇ ਸਾਨੂੰ ਚੰਗਾ ਲੱਗੇ ਚਾਹੇ ਨਾ ਲੱਗੇ। ਅਸੀਂ ਚਾਹੁੰਦੇ ਹੋਏ ਵੀ ਬਦਲਾ ਲੈਣਾ, ਬਦਲਾ ਨਹੀਂ ਲੈ ਸਕਦੇ। ਬੈਰੀ ਬਗਾਨਾ ਕੋਈ ਹੈ ਨਹੀਂ। ਸਰਹੰਦ ਬਦਲਾ ਨਹੀਂ ਲਿਆ ਜੇ ਕਿਸੇ ਨੂੰ ਪਤਾ ਹੋਵੇ, ਬਦਲਾ ਨਹੀਂ ਸੀਗਾ। ਇਹ ਗਰਭ ਤੇ ਪ੍ਰਹਾਰ ਸੀ, ਹੰਕਾਰ ਤੇ ਪ੍ਰਹਾਰ ਸੀ। ਇੱਕ ਹੰਕਾਰ ਹੈ ਤੇ ਪ੍ਰਹਾਰ ਸੀ, ਗਰਭ ਪ੍ਰਹਾਰੀ ਹੈ। ਇਹ ਗਿਆਨ ਗਰਭ ਪ੍ਰਹਾਰੀ ਹੈ। ਉਹਨੂੰ ਹੰਕਾਰ ਨਾ ਹੋ ਜਾਵੇ ਇਹਨਾਂ ਨੂੰ ਵੀ ਅਸੀਂ ਛਲ ਕਪਟ ਕਰਕੇ ਬਚ ਸਕਦੇ ਹਾਂ। ਹਾਂਜੀ, ਕਹਿਤ ਕਬੀਰ ਭੀਰ ਜਨ ਰੱਖੋ, ਹਰ ਸੇਵਾ ਕਰੋ ਤੁਮਾਰੀ। ਕਹਿਤ ਕਬੀਰ ਭੀਰ ਜਨ ਰੱਖੋ, ਜਾਂਦੇ ਭੀੜ ਪਈ ਹੋਈ ਆ। ਕੀ ਆ? ਜਵਨੀ ਇਹਦੇ ਪਿੱਛੋਂ ਲੈਂਦਾ, ਜਾਂਦੇ ਪਿੱਛੋਂ ਜੰਮਣ ਬਣਦੀ ਭੀੜ ਹੈ ਇਹਦੇ ਤੇ ਪਈ ਹੋਈ। ਭੀੜ ਜਨ ਰੱਖੋ, ਇਹ ਭੈ ਵਿੱਚ ਦਿਨ ਕੱਢਦਾ, ਨਿਰਭੈ ਕਰਦੇ ਇਹਨੂੰ। ਹਰ ਸੇਵਾ ਕਰੂੰ ਤੁਮਾਰੀ, ਹਰ ਸੇਵਾ ਕਰੂੰ ਹੈ, ਹਰ ਮੈਂ ਤੇਰੀ ਸੇਵਾ ਕਰਾਂ। ਮੇਰੇ ਤੋਂ ਜਿਹੜਾ ਹੈ ਨਾ ਬੋਝ, ਹੋਵੇ ਉਹ ਪਰਮ ਔਰ ਭਾਰ ਦਾ ਬੋਝ ਲਾ ਦੇ। ਹੋਵੇ ਦਾ ਮੋਹ ਦਾ, ਭਰਮ ਦਾ ਔਰ ਭੈ ਦਾ ਇਹ ਬੋਝ ਲਾ ਦੇ। ਇਹ ਮੇਰੇ ਤੇ ਪੀੜੀ ਹੈ, ਇਹ ਬੋਝ ਮੇਰੇ ਤੇ ਬਹੁਤ ਔਖਾ ਕਰਦਾ ਮੈਨੂੰ। ਹਾਂਜੀ, ਜੇ ਸਿਮਰਨ ਹੋਏ ਮੁਕਤ ਦੁਆਰ, ਜਾਹੇ ਵੈਕੁੰਠ ਨਹੀਂ ਸੰਸਾਰ। ਬੜਾ ਸਿਮਰਨ ਦੀ ਗੱਲ ਕੀਤੀ ਹੈ। ਸਿਮਰਨ ਹੁੰਦਾ ਕੀ ਹੈ? ਸਾਰਾ ਹੀ ਸਿਮਰਨ ਬਦਲਦਾ ਇਹਨਾਂ ਨਾਲ। ਸਿਮਰਨ ਕਰਦਾ ਕੌਣ ਸੀ? ਸੰਤਾਂ ਨੂੰ ਇਹ ਵੀ ਨਹੀਂ ਪਤਾ ਵੀ ਸਿਮਰਨ ਕਿਹਦੇ ਨਾਲ ਸੰਬੰਧ ਹੈ, ਜਪ ਕਿਹਦੇ ਨਾਲ ਸੰਬੰਧ ਹੈ। ਸਿਮਰਨ ਦਾ ਸੰਬੰਧ ਜੋਗੀ ਨਾਲ ਹੈ, ਜਪ ਦਾ ਸੰਬੰਧ ਪੰਡਤ ਨਾਲ ਹੈ। ਜਿਹੜਾ ਜਾਪ ਹੈ ਦਾ ਸੰਬੰਧ ਪੰਡਤ ਨਾਲ ਹੈ। ਜਾਪ ਜਪਦੇ ਨੇ ਪੰਡਤ, ਜਾਪ ਕਰਦੇ ਨੇ, ਗ੍ਰੰਥ ਪੜ੍ਹਦੇ ਨੇ। ਸਿਮਰਨ ਜੋਗੀ ਦਾ, ਜੋਗੀਆਂ ਦੇ 4 ਫਿਰਕੇ ਹੋ ਗਏ ਸੀ ਗਾਹਾਂ ਜਾ ਕੇ। ਜਾਂ ਕਾਮਯਾਬੀ ਨਹੀਂ ਨਾ ਹੋਈ ਜੋਗੀਆਂ ਨੂੰ ਪਹਿਲੇ ਫਿਰਕੇ ਨਾਲ, ਪਹਿਲੇ ਕੰਮ ਨਾਲ, ਤੇ ਦੂਜਾ ਕੱਢ ਲਿਆ। ਪਹਿਲਾਂ ਇਕੱਲੀ ਸਮਾਧੀ ਲਾਉਂਦੇ ਨੇ, ਫਿਰ ਮੂਹਰੇ ਕੋਈ ਵਸਤੂ ਰੱਖਣ ਲੱਗੇ ਸਮਾਧੀ ਦੇ ਮੂਹਰੇ। ਕਿਉਂਕਿ ਜੇ ਇਕੱਲੀ ਸਮਾਧੀ ਆਕਾਸ਼ ਚਲਾਈਏ ਸੌ ਜਾਂਦਾ, ਨੀਂਦ ਆ ਜਾਂਦੀ ਹੈ, ਦੇਖ ਪੈਂਦਾ। ਫਿਰ ਮੂਹਰੇ ਧਿਆਨ ਜੋੜਨ ਲੱਗੇ, ਮੂਹਰੇ ਕੋਈ ਚੀਜ਼ ਰੱਖ ਕੇ। ਜਦ ਤੁਸੀਂ ਧਿਆਨ ਮਾਇਆ ਨਾਲ ਜੋੜ ਲਿਆ, ਮੂਹਰੇ ਕੋਈ ਰੱਖ ਲਈ ਚੀਜ਼, ਫਿਰ ਧਿਆਨ ਤਾਂ ਉਹਦੇ ਲੱਗਿਆ ਤੁਹਾਡਾ। ਪਰਮੇਸ਼ਰ ਨਾਲ ਕਿੱਥੇ ਲੱਗਾ? ਵਸਤੂ ਧਿਆਨ ਹੈ ਤੁਹਾਡਾ, ਦੇਖ ਤਾਂ ਕੁਝ ਹੋ ਰਹੇ ਹੋ, ਉਹ ਵੀ ਨਿਸਫਲ ਹੋ ਗਿਆ। ਫਿਰ ਮੰਤਰ ਲੈ ਕੇ ਜਪ ਕਰਨ ਲੱਗੇ। ਜਾਪ, ਉਹਨੂੰ ਮੰਤਰ ਜਾਪ ਕਹਿੰਦੇ ਨੇ। ਮਾਲਾ ਨਹੀਂ ਸੀ ਲੈਂਦੇ, ਬਾਰ-ਬਾਰ ਰਟਣ ਯੋਗ ਕਹਿੰਦੇ ਸੀ ਉਹਨੂੰ। ਬਾਰ-ਬਾਰ ਇੱਕ ਮੰਤਰ ਉਚਾਰਨ ਕਰਨਾ, ਮੰਤਰ ਕਰਕੇ ਪੜ੍ਹ ਕੇ ਜੰਤਰ ਬਣਾ ਲੈਣੇ। ਤਵੀਤ ਵਗੈਰਾ, ਤਵੀਤ ਬਣਦੇ ਨੇ ਲੋਕਾਂ ਨੂੰ। ਉਹਨੂੰ ਜੰਤਰ, ਉਹ ਤੰਤਰ ਬਣ ਜਾਂਦਾ ਸੀ। ਤਾਂਤਰਿਕ ਵਿਦਿਆ ਇੱਥੋਂ ਹੀ ਪੈਦਾ ਹੋਈ ਹੈ। ਜਿਹੜੇ ਬਣਦੇ ਨੇ ਨਾ, ਉਹ ਇੰਨੇ ਜਾਪ ਕਰਕੇ ਮੈਂ ਆਹ ਬਣਾਇਆ, ਤਿਆਰ ਕੀਤਾ, ਪਾ ਲਓ ਇਹਦੇ ਨਾਲ ਹੋ ਜੂ ਟੈਲੀਵਿਜ਼ਨ ਤੇ। ਇਹ ਉਹੀ ਨੇ ਜੋਗੀਆਂ 'ਚ ਆਇਆ ਹੋਇਆ ਹੈ। ਹੁਣੇ ਵਿਕਸਪ ਹੋ ਗਏ, ਕਿਸੇ ਨੂੰ ਪਤਾ ਹੀ ਨਹੀਂ ਸਿਮਰਨ ਜੋਗੀ ਦਾ। ਕਿਉਂਕਿ ਮੁਕਤੀ ਪੰਡਤ ਕਦੇ ਨਹੀਂ ਭਾਲਦਾ। ਮੁਕਤੀ ਦੀ ਗੱਲ ਪੰਡਤ ਨਹੀਂ ਕਰ ਰਿਹਾ। ਪੰਡਤ ਗੱਲ ਹੈ ਸੁਰਗ ਔਰ ਨਰਕ ਦੀ ਗੱਲ, ਪੰਡਤ ਗੱਲ ਹੈ ਪੁੰਨ ਪਾਪ ਦੀ ਗੱਲ, ਜੋਗੀ ਗੱਲ ਹੈ ਮੁਕਤੀ ਦੀ ਗੱਲ। ਅਲੱਗ-ਅਲੱਗ ਨੇ ਦੋਏ ਚੀਜ਼ਾਂ। ਸੰਤਾਂ ਨੂੰ ਇਹ ਗੱਲ ਦਾ ਹੀ ਨਹੀਂ ਪਤਾ। ਪਤਾ ਤਾਂ ਉਸ ਗੱਲ ਦਾ ਤਾਂ ਹੁੰਦਾ ਜੇ ਬੈਗ ਪਿੱਛੇ ਤੋਂ ਲਿਆਉਂਦੇ 4000 ਸਾਲ ਤੋਂ ਸਟੱਡੀ ਕਰਦੇ ਧਰਮ ਦੀ, ਫਿਰ ਪਤਾ ਲੱਗਦਾ। ਆ ਜਿਹੜੇ ਬੱਕ ਮਾਰਦੇ ਨੇ ਵਿਦਵਾਨ, ਕਿਹਨੂੰ ਪਤਾ ਇਸ ਗੱਲ ਦਾ? ਕਿਸੇ ਨੂੰ ਵੀ ਨਹੀਂ ਪਤਾ। ਹਵਾ ਉਹ ਇੱਕ ਦੋ ਬਾਣੀਆਂ ਜੀ ਦੇ ਯਾਦ ਪੂਰੀਆਂ ਵੀ ਨਹੀਂ, ਉਹ ਵੀ ਸਵਾਲ ਕਰੀ ਜਾਂਦੇ ਧਰਮ ਦੇ। ਪਤਾ ਹੀ ਕਾਸੇ ਦਾ ਨਹੀਂ ਜਿਹਨਾਂ ਨੂੰ ਹੈ। ਇੱਕ ਵਿਸ਼ਾ ਹੈ ਧਰਮ ਦਾ। ਵਕੀਲ ਨੇ, ਬੜੇ ਬੜੇ ਵਕੀਲ ਪਏ ਨੇ, ਬੜੇ ਤੋਂ ਬੜੇ ਪਏ ਨੇ, ਸਮਝੇ? ਛੋਟੇ ਵੀ ਨੇ, ਛੋਟੇ ਨਹੀਂ ਬੋਲਦੇ ਫਿਰ ਬੜਿਆਂ ਦੇ ਸਾਹਮਣੇ। ਹੁਣ ਪਤਾ ਵੀ ਸਿਆਣੇ ਨੇ। ਧਰਮ ਦੇ ਖੇਤਰ 'ਚ ਕੋਈ ਵੀ ਛੋਟਾ ਨਹੀਂ, ਸਾਰੇ ਬੜੇ ਮੰਨਦੇ ਨੇ ਆਪਣੇ ਆਪ ਨੂੰ।
सबको पूरा हाँ क्यों इतने किहड़ा कोई डिग्री है सबको डिग्री तो कोई गल है नहीं कटना पूरा है। अगला वाला धर्म च सब तो ਵੱਡਾ ਜਿਹੜਾ ਹੈ ਨਾ ਵੱਧ ਨਿਜ਼ਾਮੀ ਜਿਹਨੂੰ ਕਹਿੰਦੇ ਨੇ ਸਾਰੇ ਧਰਮ ਦੇ ਵਿੱਚ ਆਊਟ ਆਫ ਕੰਟਰੋਲ ਚੱਲਦੇ ਨੇ ਕੋਈ ਕੰਟਰੋਲ ਹੀ ਨਹੀਂ ਕਹਿੰਦਾ ਧਰਮ 'ਚ ਕੌਣ ਗਿਆਨਵਾਨ ਹੈ ਕੌਣ ਅਗਿਆਨੀ ਹੈ ਕੋਈ ਪਤਾ ਹੀ ਨਹੀਂ ਕਿਸੇ ਨੂੰ ਇਹਦੇ ਵਿੱਚ ਕਦੇ ਇਹਨਾਂ ਨੇ ਰੱਖਿਆ ਹੀ ਨਹੀਂ ਹੋਇਆ ਦੇਖੋ ਖੇਲਾਂ ਦੇ ਵਿੱਚ ਦੇਖਦੇ ਨੇ ਯੋਗਤਾ ਖੇਲਾਂ ਦੀ ਫੀਲਡ ਵਿੱਚ ਦੇਖਦੇ ਨੇ ਸਾਰੀਆਂ ਫੀਲਡਾਂ ਦੇ ਧਰਮ ਦੀ ਫੀਲਡ 'ਚ ਕੋਈ ਚੈੱਕ ਹੀ ਨਹੀਂ ਹੈ ਕਿਸੇ ਦਾ ਕੌਣ ਗਿਆਨਵਾਨ ਹੈ ਕੌਣ ਨਹੀਂ ਹੈ ਸਾਰਿਆਂ ਜਗ੍ਹਾ ਮੁਕਾਬਲੇ ਨੇ ਪਹਿਲਵਾਨਾਂ ਦੇ ਕੁਸ਼ਤੀਆਂ ਦੇ ਮੁਕਾਬਲੇ ਨੇ ਕ੍ਰਿਕਟ ਦੇ ਮੁਕਾਬਲੇ ਨੇ ਫੁੱਟਬਾਲ ਦੇ ਮੁਕਾਬਲੇ ਹਾਕੀ ਦੇ ਮੁਕਾਬਲੇ ਐਥਲੀਟਾਂ ਦੇ ਮੁਕਾਬਲੇ 'ਚ ਮੁਕਾਬਲਾ ਹੀ ਨਹੀਂ ਕੋਈ ਸਾਰੇ ਭਜਦੇ ਨੇ ਬੇਈਮਾਨ ਨੇ ਨੂੰ ਉਹਨਾਂ ਨੂੰ ਪਤਾ ਜੇ ਇੱਧਰ ਮੁਕਾਬਲੇ ਜਾ ਕੇ ਨੰਗੇ ਹੋ ਜਾਂਦੇ ਝੂਠੇ ਮੁਕਾਬਲੇ 'ਚ ਕਿਵੇਂ ਹੋਣ ਸਾਰੀਆਂ ਪਤਾ ਝੂਠੀਆਂ ਨੇ ਮੁਕਾਬਲੇ 'ਚ ਹੁਣ ਖਤਮ ਹੋ ਜਾਣ ਝੂਠ ਕਦੇ ਸੱਚ ਦੇ ਮੁਕਾਬਲੇ 'ਚ ਆਉਂਦਾ ਹੀ ਨਹੀਂ ਰਾਜਾ ਵੀ ਨਹੀਂ ਸ਼ੁਰੂ ਕਰਦਾ ਹੈ ਉਹਨੂੰ ਪਤਾ ਵੀ ਮੇਰੇ ਜਿਹੜੇ ਨੇ ਵੋਟਾਂ ਤੋਂ ਆਉਣ ਵਾਲੇ ਕੱਲ ਨੂੰ ਨੰਗੇ ਹੋ ਗਏ ਹੁਣ ਬੀਜੇਪੀ ਵਾਲੇ ਸੰਤਾਂ ਦੀ ਮਗਰ ਨੇ ਮੁਕਾਬਲਾ ਉਹ ਸ਼ੁਰੂ ਕਰ ਲਿਆ ਉਹਦਾ ਬੀਜੇਪੀ ਵਾਲਿਆਂ ਦੀ ਫੱਟੀ ਪੁੱਜੂਗੀ ਸਾਰੇ ਸੰਤ ਝੂਠੇ ਸਾਬਤ ਹੋ ਜਾਣਗੇ ਉਹਨਾਂ ਦਾ ਧਰਮ ਹੈ ਖੋਟਾ ਸਾਬਤ ਹੋ ਜੂ ਕਿ ਇਹਨੇ ਵੋਟ ਨਹੀਂ ਦੇਣੀ ਲੋਕ ਬਾਕੀ ਹੋ ਜਾਣਗੇ ਜਿਹੜੇ ਲੋਕ ਪਖੰਡ ਵਾਸਤੇ ਫਾਇਦਾ ਉਠਾਉਂਦੇ ਨੇ ਉਹ ਕਿਉਂ ਨੰਗਾ ਹੋਣ ਦੇਣੇ ਨੂੰ ਇਹ 'ਚ ਨਹੀਂ ਮੁਕਾਬਲਾ ਕੋਈ ਇਹ ਕਿਉਂ ਨਹੀਂ ਹੈ ਕਿਉਂਕਿ ਰਾਜਾ ਪਖੰਡਵਾਦ ਪੈਦਾ ਕਰਦਾ ਹੁੰਦਾ ਹੈ ਰੱਖਦਾ ਹੁੰਦਾ ਰਾਜੇ ਨੂੰ ਪਖੰਡਵਾਦੀ ਰਾਜੇ ਦੇ ਪੈਦਾ ਕੀਤੇ ਜਿਹੜੇ ਲੋਕਾਂ ਨੂੰ ਟਿਕਾ ਕੇ ਰਾਜੇ ਨਾਲ ਜੋੜੀ ਰੱਖਦੇ ਨੇ ਰਾਜਾ ਉਹਨਾਂ ਦੀ ਕਮਜ਼ੋਰੀ ਨੂੰ ਛੁਪਾਉਂਦਾ ਉਹ ਰਾਜੇ ਦੀ ਕਮਜ਼ੋਰੀ ਨੂੰ ਛੁਪਾਉਂਦੇ ਨੇ ਇਹਨਾਂ ਦਾ ਮੇਲ ਹੈ ਵਿਸ਼ਨੂੰ ਭਗਤੀ ਦਾ ਮਤਲਬ ਇਹੀ ਹੈ ਵਿਸ਼ਨੂੰ ਰਾਜਾ ਹੈ ਵੈਸ਼ਨੂੰ ਭਗਤ ਜਿਹੜੀ ਆ ਮਤ ਹੈ ਗੁਰਮਤ ਇਹ ਤਾਂ ਦੋ ਹੀ ਖਿਲਾਫ ਨੇ ਇਹਦੇ ਸ਼ਿਵ ਜੀ ਵੀ ਖਿਲਾਫ ਹੈ ਇਹਦੇ ਵਿਸ਼ਨੂੰ ਵੀ ਖਿਲਾਫ ਹੈ ਇਹ ਵਿਚਾਲੇ ਹੈ ਦੋਹਾਂ ਦੇ ਇਹ ਕਹਿੰਦੀ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਗੁਰਬਾਣੀ ਨੇ ਦੋਏ ਗਲਤ ਨੇ ਮੰਨੀ ਜਾਂਦੀ ਹੈ ਗਲਤ ਨੂੰ ਗਲਤ ਕਿਹਾ ਦੋਏ ਹੈ ਹੀ ਗਲਤ ਦੋਏ ਬ੍ਰਹਮਾ ਸੀ ਜਿਹੜੇ ਬਾਹਮਣ ਸੀ ਉਹ ਨਾਲ ਜੋੜ ਲਏ ਰਾਜੇ ਨੇ ਪੰਡਤ ਬਣ ਗਏ ਉਹ ਪੰਡਤ ਬਣ ਗਏ ਹੁਣ ਬਾਹਮਣਾਂ ਦੇ ਦੋ ਧੜੇ ਨੇ ਇੱਕ ਹੈ ਬ੍ਰਹਮ ਗਿਆਨੀ ਵੀ ਹੈ ਇਹਨਾਂ ਦੇ ਵਿੱਚ ਪਰ ਉਹ ਬ੍ਰਹਮ ਗਿਆਨੀ ਉਹਨਾਂ ਕੋਲ ਬ੍ਰਹਮ ਗਿਆਨ ਹੈ ਨਹੀਂ ਪੂਰਾ ਨਹੀਂ ਹੈ ਉਹਨਾਂ ਦਾ ਉਹ ਪੁੰਨ ਪਾਪ ਨੂੰ ਮੰਨੀ ਜਾਂਦੇ ਨੇ ਹੈ ਉਹਨਾਂ ਦੇ ਕੋਲ ਆਦਮੀ ਪਰ ਉਹਨਾਂ ਕੋਲ ਗਿਆਨ ਪੂਰਾ ਨਹੀਂ ਉਹਨਾਂ ਦਾ ਤੜਾਈ ਗੁਰਮਤਿ ਨਾਲ ਆ ਕੇ ਖੜਦਾ ਹੁੰਦਾ ਪਹਿਲਾਂ ਵੀ ਉਹਨਾਂ ਜੋ ਆਏ ਨੇ ਜਿਹੜੇ ਲੋਕ ਆਏ ਨੇ ਉਹਨਾਂ ਜੋ ਸਹਿਮਤ ਹੋਏ ਨੇ ਭੱਟ ਕੌਣ ਸੀ ਭੱਟ ਉਹਨਾਂ ਜੋ ਆਏ ਸੀ ਸਾਰਸਵਤ ਬ੍ਰਾਹਮਣ ਸੀ ਉਹ ਵੀ ਉਹਨਾਂ ਵਿੱਚੋਂ ਜਿਹੜੇ ਉਹਨਾਂ ਤੋਂ ਪ੍ਰਭਾਵਿਤ ਲੋਕ ਨੇ ਉਹੀ ਗੁਰਮਤਿ ਨਾਲ ਉਹੀ ਭਗਤ ਬਣਦੇ ਉਹਨਾਂ ਕੋਲ ਗਿਆਨ ਥੋੜਾ ਹੁੰਦਾ ਹਾਂਜੀ ਜੈ ਸਿਮਰਨ ਹੋਏ ਮੁਕਤ ਦਵਾਰ ਜੈ ਸਿਮਰਨ ਹੋਏ ਮੁਕਤ ਦਵਾਰ ਜਾਹੇ ਬੈਕੁੰਠ ਨਹੀਂ ਸੰਸਾਰ ਦੁਆਰਾ ਹੈ ਨਹੀਂ ਇਹਦੇ ਕੋਲ ਬੰਦ ਹੋਇਆ ਹੈ ਮੁਕਤੀ ਦਾ ਦਵਾਰ ਜਿਹੜੇ ਸਿਮਰਨ ਨਾਲ ਮੁਕਤੀ ਦਾ ਦਵਾਰਾ ਖੁੱਲ ਜਾਂਦਾ ਹੈ ਨਾ ਹੋਏ ਮੁਕਤ ਦਵਾਰ ਹੋ ਜਾਂਦਾ ਮੁਕਤ ਦਵਾਰ ਖੁੱਲ ਜਾਂਦਾ ਮੂੰਹ ਖੁੱਲ ਜਾਂਦਾ ਜਾਹੇ ਬੈਕੁੰਠ ਨਹੀਂ ਮੁਕਤੀ ਦਾ ਦਵਾਰਾ ਤੇਰਾ ਖੁੱਲ ਜਾਣਾ ਮੁਕਤੀ ਦਾ ਦਵਾਰਾ ਭਰਮ ਦਾ ਬੰਦ ਕੀਤਾ ਹੋਇਆ ਇਹ ਭਰਮ ਦੇ ਆਂਡੇ 'ਚ ਬੰਦ ਹੈ ਭਰਮ ਦੇ ਵਿੱਚ ਛੇਦ ਹੋਊਗਾ ਕਿਰਨ ਜਾਊਗੀ ਅੰਦਰ ਕਾਕਾ ਕਿਰਨ ਕਬਲ ਵਿੱਚ ਪਾਵੈ ਜੇ ਇੱਕ ਕਿਰਨ ਵੀ ਚਲੀ ਗਈ ਨਾ ਅੰਦਰ ਗਿਆਨ ਦੀ ਉਹਨੇ ਛੇਦ ਕਰਕੇ ਉਹ ਮੁਕਤ ਦੁਆਰਾ ਬਣ ਜਾਣਾ ਜਿਵੇਂ ਸੂਰਜ ਦੀ ਕਿਰਨ ਕੋਈ ਆਦਮੀ ਬੰਦ ਹੈ ਸਾਰੇ ਪਾਸਿਆਂ ਤੇ ਕਿਸੇ ਐਸੀ ਪਤਲੀ ਚੀਜ਼ ਨਾ ਬੰਦ ਹੈ ਕਿ ਅੰਦਰ ਬਿਲਕੁਲ ਹਨੇਰਾ ਇੱਕ ਕਿਰਨ ਵੀ ਥੋੜੀ ਜਿਹੀ ਚਲੀ ਜਾਵੇ ਕੋਈ ਥੋੜਾ ਬਰੀਕ ਸਰਾਖ ਹੋ ਜਾਵੇ ਇੱਕ ਕਿਰਨ ਚਲੀ ਗਈ ਨਾ ਅੰਦਰ ਉਹ ਮੁਕਤ ਦੁਆਰਾ ਹੋ ਗਿਆ
ਉੱਥੇ ਦੀ ਆਤਮਾ ਨੇ ਨਿਕਲ ਜਾਣਾ। ਕਹਿੰਦਾ ਮੁਕਤ ਦੁਆਰਾ ਸਭ ਕਰਿਆ ਤਾਂ ਹੀ ਗਿਆ ਨਾ, ਬਹੁਤ ਭੀੜ ਹੈ। ਉਹ ਕਹਿੰਦਾ ਇੰਨਾ ਹੀ ਬਹੁਤ ਹੈ। ਹਵਾ ਲੀਕ ਕਰਨ ਨੂੰ, ਹਵਾ ਜਿੱਥੋਂ ਲੀਕ ਹੁੰਦੀ ਹੈ ਟਿਊਬ ਦੇ ਵਿੱਚ ਕਿਰਨ ਨਹੀਂ ਜਾਂਦੀ, ਉੱਥੇ ਕਿਰਨ ਨਹੀਂ ਜਾ ਸਕਦੀ ਅੰਦਰ, ਪਰ ਹਵਾ ਨਿਕਲ ਜਾਂਦੀ ਹੈ। ਜੇ ਟਿਊਬ ਨੂੰ ਆਪਾਂ ਆਕਾਸ਼ ਵੱਲ ਸੂਰਜ ਵੱਲ ਕਰੀਏ ਵੀ ਸੁਰਾਖ ਉਹ ਦੀਦਾ ਨਹੀਂ ਹੈ ਆਰ ਪਾਰ ਰੋਸ਼ਨੀ, ਪਰ ਹਵਾ ਨਿਕਲ ਜਾਂਦੀ ਹੈ। ਟਿਊਬ ਜੋ ਹਵਾ ਤਾਂ ਨਿਕਲ ਜਾਂਦੀ ਹੈ, ਰੋਸ਼ਨੀ ਜਾਂਦੀ ਨਹੀਂ ਆਰ ਪਾਰ। ਹਵਾ ਤਾਂ ਬਹੁਤ ਮੋਟੀ ਚੀਜ਼ ਹੈ, ਤਾਂ ਹਵਾ ਨੂੰ ਵੀ ਸੂਖਮ ਹੈ ਆਤਮਾ ਤਾਂ। ਹਵਾ ਤਾਂ ਮਾਇਆ, ਜਿੱਥੇ ਮਾੜਾ ਜਿਹਾ ਸੁਰਾਖ ਹੋ ਗਿਆ ਕਬੀਰ ਕਹਿੰਦਾ ਉਹ ਤਾਂ ਬਹੁਤ ਬੜੀ ਚੀਜ਼ ਹੈ, ਬਿਨਾਂ ਸੁਰਾਖ ਤੇ ਵੀ ਨਿਕਲ ਜਾਂਦੀ ਹੈ। ਇਹ ਤਾਂ ਸੁਰਾਖ ਹੋਵੇ ਪਰ ਦਿਖੇ ਨਾ ਕਿਰਨ ਤਾਂ ਵੀ ਨਿਕਲ ਜਾਂਦੀ। ਛੇਦ ਹੈ, ਭੇਦਾ ਭੇਦ ਮਿਲਾਵਾ ਹੋਏ ਦਾ ਮਤਲਬ ਇਹੀ ਹੈ। ਜਿਹੜਾ ਪੜਦਾ ਭਰਮਦਾ ਉਹਦੇ ਵਿੱਚ ਹੀ ਜਦ ਸੁਰਾਖ ਹੋ ਜਾਏ, ਮਿਲ ਗਿਆ ਬਾਹਲਾ ਆਕਾਸ਼ ਅੰਦਰਲਾ ਇੱਕ ਮਿਲ ਗਿਆ, ਮਿਲਾਵਾ ਹੋਏ ਮਿਲ ਜਾਂਦੇ ਦੋਏ। ਥੋੜਾ ਜਿਹਾ ਪਾਣੀ ਤੋੜ ਦਈਏ, ਦੋਹਾਂ ਦਾ ਪਾਣੀ ਬਰਾਬਰ ਹੋ ਜਾਂਦਾ। ਹਾਂ, ਜੇ ਸਿਮਰਨ ਹੋਏ ਮੁਕਤ ਦੁਆਰ, ਜਾਹੇ ਬੈਕੁੰਠ ਨਹੀਂ। ਦੇਖੋ ਜੇ ਸਿਮਰਨ ਅਸਲੀ ਹੈ ਤਾਂ ਮੁਕਤ ਦੁਆਰਾ ਖੁੱਲ ਜਾਣ। ਸਿਮਰਨ ਕਰਦੇ ਨੇ ਜੋਗੀ, ਮੁਕਤ ਦੁਆਰਾ ਖੁੱਲ ਨਹੀਂ ਰਿਹਾ। ਗੱਲ ਇਹ ਹੈ, ਕਿਉਂ ਨਹੀਂ ਖੁੱਲ ਰਿਹਾ? ਕਬੀਰ ਦਾ ਵੀ ਨਹੀਂ ਸੀ ਖੁੱਲਿਆ। ਜਦ ਖੁੱਲ ਗਿਆ, ਕਦ ਖੋਲਿਆ ਜਾਂ ਅਸਲੀ ਸਿਮਰਨ ਦਾ ਪਤਾ ਲੱਗਿਆ, ਮਗਰ ਉਹ ਸਿਮਰਨ ਕੀਤਾ ਮੁਕਤ ਦੁਆਰਾ ਖੁੱਲ ਗਿਆ। ਤਾਂ ਉਹ ਕਹਿ ਰਿਹਾ ਆਗੇ ਸਿਮਰਨ ਦਾ ਹੀ ਮੈਸੇਜ ਦਿੱਤਾ ਕਿ ਸ਼ਿਵ ਦੀ ਨਗਰੀ ਹੈ ਇਹ, ਜੋਗੀਆਂ ਦਾ ਸਥਾਨ ਹੈ ਅਸਲ ਦੇ ਵਿੱਚ। ਇਹ ਯੁੱਧਿਆ ਹੈਗਾ ਰਾਮ ਦਾ ਸਥਾਨ, ਰਾਜੇ ਦਾ ਸਥਾਨ ਯੁੱਧਿਆ ਹੈ। ਵਿਸ਼ਨੂੰ ਦਾ ਸਥਾਨ ਯੁੱਧਿਆ ਹੈ, ਜਿਹੜਾ ਵੱਡਾ ਜਿੱਥੇ ਰੌਲਾ ਪਾਉਂਦੇ ਯੁੱਧਿਆ ਦਾ ਨਾ, ਰਾਮ ਦਾ ਜਨਮ ਹੈ ਨਾ ਉੱਥੇ ਤਾਂ ਕਹਿੰਦੇ ਉਹ ਵਿਸ਼ਨੂੰ ਭਗਤੀ ਯੁੱਧਿਆ 'ਚ ਹੈ। ਸ਼ਿਵ ਭਗਤ ਨੇ ਉਹ ਕਾਸ਼ੀ 'ਚ ਨੇ, ਸ਼ਿਵ ਜੀ ਦੇ ਜਿਹੜੇ ਭਗਤ ਨੇ। ਅਸਲ ਤਾਂ ਸ਼ਿਵ ਜੀ ਦਾ ਸਥਾਨ। ਪੰਡਤ ਕਿਉਂ ਬੈਠੇ ਨੇ? ਪੰਡਤ ਤਾਂ ਹੁਣ ਕਾ 1000 ਸਾਲ 1500 ਸਾਲ ਤੇ ਰਲੇ ਨੇ ਜਾ ਕੇ, 1000 ਜਾਤੇ ਮੁਸਲਮਾਨ ਆਏ ਨੇ ਨਾ। ਇਹ ਪਹਿਲਾਂ ਸ਼ਿਵ ਜੀ ਦੀ ਯਾਰ, ਸ਼ਿਵ ਭਗਤਾਂ ਦੀ ਯਾਰ ਵਿਸ਼ਨੂੰ ਭਗਤਾਂ ਦੀ ਲੜਾਈ ਰਹੀ ਹੈ ਪਹਿਲਾਂ ਹਿੰਦੁਸਤਾਨ 'ਚ। ਜਿਹੜੀ ਰਾਵਣ ਦੀ ਲੜਾਈ ਹੈ ਰਾਮਚੰਦਰ ਨਾਲ, ਰਾਵਣ ਸ਼ਿਵ ਭਗਤ ਹੈ ਨਾ, ਰਾਮਚੰਦਰ ਨਾਲ ਲੜਾਈ ਹੋਦੀ। ਜਿਹੜੇ ਰਾਮਚੰਦਰ ਨਾਲ ਸਹਿਮਤ ਨੇ ਰਿਸ਼ੀ ਮੁਨੀ, ਉਹਨਾਂ ਨੇ ਅੱਗੇ ਖਰਾਬ ਕਰਦਾ, ਤਾਂ ਉਹਨੂੰ ਇਹ ਬੁਰਾ ਕਹਿੰਦੇ ਨੇ, ਰਾਖਸ਼ ਕਹਿੰਦੇ ਨੇ। ਪਰ ਉਹਨੂੰ ਇਹ ਵੀ ਮੰਨਦੇ ਨੇ ਚਾਰੇ ਵੇਦਾਂ ਦਾ ਗਿਆਤਾ, ਵੇਦਾਂ ਚਾਰਾਂ ਦਾ ਗਿਆਤਾ ਉਹ ਰਾਮਚੰਦਰ ਨਹੀਂ ਹੈ, ਨਾ ਰਾਮਚੰਦਰ ਦਾ ਕੋਈ ਗੁਰੂ ਹੈ ਗਿਆਤਾ। ਇਹਦਾ ਮਤਲਬ ਹੈ ਗੁਰਮਤਿ ਦੀ ਭਗਤੀ ਰਾਵਣ ਕੋਲ ਹੈ, ਇਹਨਾਂ ਕੋਲ ਨਹੀਂ ਹੈ। ਪੰਡਤ ਗੁਰਮਤਿ ਤੋਂ ਵਿਰੋਧ ਹੈ, ਰਾਵਣ ਉਹਦੇ ਨਾਲ ਹੈ। ਹੁਣ ਵੀ ਦੱਖਣ ਵਾਲੇ ਸਾਰੇ ਜਿਹੜੇ ਨੇ, ਦੱਖਣ ਵਾਲੇ ਸਿੱਖਾਂ ਨਾਲ ਖੜੇ ਨੇ, ਇਹ ਪੰਡਤ ਨਹੀਂ ਖੜੇ ਸਿੱਖੀ ਨੂੰ। ਦੱਖਣ ਤਾਂ ਹੀ ਉਹ ਰਾਵਣ ਦੇ ਪੁੱਤਰ ਜਿਹੜੇ ਜਾਣਦੇ ਨੇ ਇਹ, ਉਹ ਰਾਮ ਦੇ ਤਾਂ ਹੀ ਜਾਣ ਲੱਗੇ ਸੀ। ਉਹ ਵੇਦ ਨਾਲ ਖੜੇ ਨੇ। ਇਹ ਪਿਛਲੀ ਗੱਲ ਚੱਲੀ ਆਉਂਦੀ, ਅੱਜ ਦੀ ਨਹੀਂ ਹੈ। ਜਦ ਤੋਂ ਮੁਸਲਮਾਨ ਆ ਕੇ ਦੋਹਾਂ ਨੂੰ ਖਤਰਾ ਹੋ ਗਿਆ, ਕੰਪਰੋਮਾਈਜ਼ ਕਰ ਲਿਆ ਇਹਨਾਂ ਨੇ ਵੀ ਆਪਾਂ ਲੜਾਈ ਛੱਡ ਦੋ, ਨਹੀਂ ਦੋਹਾਂ ਨੂੰ ਮੁਸਲਮਾਨ ਬਣਾ ਦੇਣਗੇ। ਪਹਿਲਾਂ ਜੋਗੀ ਭਜਾਏ ਇਹਨਾਂ ਨੇ ਮੁਸਲਮਾਨਾਂ ਨੇ, ਉਹ ਜਾ ਬੜੇ ਉੱਤੇ। ਕੋਈ ਜੋਗੇ ਨੇ ਫਿਰ ਬਾਬਲਾਂ ਵੱਲ ਹੋ ਗਏ ਵੀ ਜਨੇਊ ਲਾਹੋ ਇਹਨਾਂ ਦੇ। ਫਿਰ ਪੰਡਤ ਇਕੱਠੇ ਹੋ ਗਏ, ਨੌਵੇਂ ਬਾਦਸ਼ਾਹ ਕੋ ਆਏ, ਤਾਂ ਜਨੇਊ ਬਚੇ। ਇਹਨਾਂ ਨੇ ਕਿਹਾ ਵੀ ਜਨੇਊ ਤਾਂ ਸਾਡੇ ਬਚ ਗਏ, ਚਲੋ ਛੱਡੋ ਹੁਣ ਇਹਨਾਂ ਨੂੰ ਖਤਮ ਕਰੋ। ਕਮਿਟਮੈਂਟ ਤਾਂ ਕੀਤੀ ਸੀ ਸਿੱਖ ਬਣਨ ਦੀ, ਫਿਰ ਮੁੱਕਰ ਗਏ। ਆਪਣਾ ਜਿਹੜਾ ਪਖੰਡਵਾਦ ਵਾਲਾ ਧਰਮ ਸੀ ਉਹੀ ਬਚਾ ਲਿਆ। ਖਾਣਾ ਪੀਣਾ ਜਾਂਦਾ ਸੀ ਪੰਡਤ ਦਾ, ਕਰਕੇ ਖਾਣਾ ਪਊ। ਪੰਡਤ ਨੇ ਕਿਹਾ ਕਰਕੇ ਖਾਣਾ ਪਊ, ਫਿਰ ਆਪਾਂ ਨੂੰ ਕਰਕੇ ਕੌਣ ਖਾਵੇ? ਇਹ ਹੈ ਧਰਮ ਦਾ ਇਤਿਹਾਸ, ਧਰਮ ਦਾ ਸੱਚਾ ਇਤਿਹਾਸ ਇਹੀ ਹੋਇਆ। ਬਾਕੀ ਇਤਿਹਾਸਕਾਰ ਤਾਂ ਪੈਸੇ ਦੇ
ਵਿਦਵਾਨ ਦਾ ਪੈਸਾ ਜਿਹਨੂੰ ਜਿੱਧਰੋਂ ਮਿਲ ਗਿਆ ਉਧਰ ਲਿਖੀ ਜਾਂਦੇ ਨੇ। ਵਿਦਵਾਨਾਂ ਨੇ ਤਾਂ ਆਪਣਾ ਆਪਣਾ ਲਿਖਾਉਂਦੇ ਨੇ, ਵਿਦਵਾਨਾਂ ਤੋਂ ਤਾਂ ਦਾਸ ਰਾਜੇ ਜਾਂ ਹੋਰ ਕੋਈ। ਹਾਂਜੀ, ਜੇ ਸਿਮਰਨ ਹੋਏ ਮੁਕਤ ਦੁਆਰ, ਜਾਹੇ ਬੈਕੁੰਠ ਨਹੀਂ ਸੰਸਾਰ। ਚਾਹੇ ਬੈਕੁੰਠ, ਉੱਥੇ ਬੈਕੁੰਠ ਹੈ, ਜਿੱਥੇ ਸਿਮਰਨ ਹੁੰਦਾ ਹੈ ਬੈਕੁੰਠ ਹੈ ਹਿਰਦੇ ਚ। ਬੈਕੁੰਠ ਬਾਹਰ ਕਿਤੇ ਨਹੀਂ ਹੈ, ਸੰਸਾਰ ਨਹੀਂ ਹੈ ਉੱਥੇ। ਨਹੀਂ ਸੰਸਾਰ, ਛੂਟ ਗਈ ਸੰਸਾਰੀ ਨਹੀਂ ਕਬੀਰ ਕਹਿ ਰਿਹਾ। ਤੇ ਸੰਸਾਰ ਕਿੱਥੇ ਹੈ? ਹੀਰਾ ਹੱਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ। ਜਦੋਂ ਗੁਰਮਤਿ ਦਾ ਸਾਰਾ ਗਿਆਨ ਉਹਨੇ ਲੈ ਲਿਆ, ਜਪ ਪੂਰਾ ਹੋ ਗਿਆ, ਉਹਦੇ ਬਾਅਦ ਸਿਮਰਨਾ। ਸਿਮਰਨਾ ਜਪ ਪੂਰੇ ਹੋਏ ਤੇ ਬਾਅਦ ਸਿਮਰਨਾ। ਜਦ ਤੈਨੂੰ ਲੋਕ ਦਾ ਗਿਆਨ ਹੋ ਗਿਆ ਇਹਨੂੰ, ਉਹਦੇ ਬਾਅਦ ਸਿਮਰਨਾ। ਸਾਡੇ ਜਿਹੜੀ ਮਾਲਾ ਫੜੀ ਫਿਰਦੇ ਨੇ, ਜੇ ਸਿਮਰਨ ਕਰਦੇ ਨੇ, ਪਹਿਲਾਂ ਤੈਨੂੰ ਲੋਕ ਦਾ ਗਿਆਨ ਦੱਸਣ ਕੀ ਹੁੰਦਾ, ਗੁਰਬਾਣੀ ਅਰਥ ਆ ਕੇ ਦੱਸਣ। ਸਿਮਰਨ ਪਹਿਲਾਂ ਸ਼ੁਰੂ ਕਰ ਲਿਆ, ਗਿਆਨ ਤੁਹਾਨੂੰ ਹੈ ਨਹੀਂ, ਉਹ ਤੁਹਾਡਾ ਟਿਕਿਆ ਨਹੀਂ। ਇਹਨਾਂ ਕੋਲ ਇੱਕ ਵੀ ਜਵਾਬ ਨਹੀਂ ਹੈ, ਪਤਾ ਹੀ ਕੁਝ ਨਹੀਂ ਹੈਗਾ। ਇਹਨਾਂ ਕੋ ਗੁਰਮਤਿ ਨਹੀਂ ਹੈ, ਇਹਨਾਂ ਕੋ ਹਿੰਦੂ ਮਤ ਹੈ। ਹਿੰਦੂ ਮਤ ਦੇ ਸੰਤ ਨੇ ਧੋਤੀ ਟਿੱਕਾ ਲਾਇਆ, ਇਹ ਮਾਲਾ ਲੈ ਕੇ ਆਵੜੇ ਆਦਾ ਬੜੇ ਗੁਰੂਆਂ ਦੇ ਬਾਅਦ। ਜਿਆਦਾ ਬੜੇ ਵੀ ਹੁਣ ਕਿਸੇ ਨੂੰ ਪਤਾ ਨਹੀਂ ਗੁਰਮਤਿ ਦਾ, ਹੁਣੇ ਆ ਕੇ ਬੜੇ ਨੇ ਇਹ, ਜ਼ਿਆਦਾ ਤਾਂ 40 ਸਾਲ ਦੇ ਹੀ ਹੋਏ ਨੇ। ਹੁਣ ਐਸੇ ਫਸ ਗਏ ਇਹ ਬੁਰੀ ਤਰ੍ਹਾਂ ਨਾਲ। ਇਹ ਸਿੱਖਾਂ ਦੇ ਵੀ ਪੈਰਾਂ 'ਚ ਬੈਠਣਗੇ ਥੱਲੇ ਜਾ ਕੇ। ਸਿੱਖ ਦੀ ਪਦਵੀ ਉੱਚੀ ਹੈ, ਇਹਨਾਂ ਦੀ ਨੀਵੀਂ ਹੈ। ਸੰਤ ਨੇ ਨਾ ਹੈ, ਇਹ ਸੰਤ ਨੇ। ਸਿੱਖ ਗੁਰੂ ਨਾਲ ਜੁੜਿਆ ਹੈ, ਗੁਰੂ ਨੇ ਸਿੱਖ ਬਣਾਏ ਨੇ, ਸੰਤ ਤਾਂ ਬਣਾਏ ਨਹੀਂ। ਸੰਤ ਖਬਰਾਂ ਕਿਹਨੇ ਬਣਾਏ ਨੇ? ਇਹ ਦੱਸਣ ਸੰਤ ਕਦ ਬਣੇ ਨੇ, ਕਿਹਨੇ ਬਣਾਏ ਨੇ? ਉਹ ਸੰਤ ਦਾ ਜੋਗੀ ਆਪਣੇ ਆਪ ਨੂੰ ਸੰਤ ਕਹਿੰਦੇ ਨੇ। ਸੰਤ ਗੁਰੂ ਨਾਨਕ ਤੋਂ ਪਹਿਲਾਂ ਦੇ ਨੇ, ਸੰਤ ਕਬੀਰ ਤੋਂ ਵੀ ਪਹਿਲਾਂ ਕੇ। ਸੰਤਾਂ ਦੇ ਦੋ ਧੜੇ ਨੇ, ਕਬੀਰ ਕਹਿੰਦਾ। ਇੱਕ ਬਨਾਰਸ ਕੇ ਠੱਗ ਨੇ, ਇੱਕ ਹਰਕੇ ਸੰਤ ਨੇ। ਹਰਕੇ ਸੰਤ ਤਾਂ ਉਹ ਨੇ ਜਿਹੜੇ ਆ ਸਿਮਰਨ ਕਰਦੇ ਨੇ। ਆ ਸਿਮਰਨ ਤਾਂ ਹਰਕੇ ਸੰਤਾਂ ਦਾ, ਦੂਆ ਸਿਮਰਨ ਬਨਾਰਸ ਕੇ ਠੱਗਾਂ ਦਾ। ਦੋ ਸਿਮਰਨ ਇੱਥੇ ਨੇੜਾ ਹੋ ਗਿਆ ਸਿਮਰਨ ਦਾ, ਹੁਣ ਦੋ ਸਿਮਰਨ ਹੋ ਗਏ ਨਾ। ਇੱਕ ਤਾਂ ਜਪ ਤੋਂ ਬਾਅਦ ਵਾਲਾ ਸਿਮਰਨ, ਜਿੱਥੇ ਸਿਮਰਨ ਹੋ ਰਿਹਾ ਹਿਰਦੇ 'ਚ, ਉੱਥੇ ਬੈਕੁੰਠ ਹੈ। ਉਹ ਕੀ ਕਹਿ ਰਿਹਾ? ਇੱਕ ਘੜੀ ਨਾ ਮਿਲਤੇ ਤਾਂ ਮਿਲ ਜੂਗਾ। ਉੱਥੇ ਚਤਰਮਾਨ ਇੱਕ ਹੋਏ ਬੈਠੇ ਨੇ, ਸਿਮਰਨ ਹੋ ਰਿਹਾ, ਅੱਡ ਹੋ ਹੀ ਨਹੀਂ ਸਕਦੇ। ਇੱਕ ਮਨ ਕਿਤੇ ਇੱਕ ਦੂਆ ਸਿਮਰਨ ਕਿਹਾ ਜਾ, ਕਹਿੰਦਾ ਮਾਇਆ ਤੋਂ ਮਾਲਾ ਤੋਂ ਕਰਮ ਹੈ ਫਿਰੇ। ਉਹ ਦੂਏ ਕਹਿ ਰਹੇ ਨੇ ਸੰਤ ਜਿਹੜੇ ਅਸਲੀ ਨੇ, ਗਿਆਨ ਥੋੜਾ, ਸਿਮਰਨ ਵਾਲੇ ਦੂਏ ਨੇ ਜਿਹੜੇ ਪਰਮ ਗਿਆਨੀਆਂ ਦੇ ਨੇ ਸੰਤ। ਉਹ ਕਹਿ ਰਿਹਾ ਇੱਕ ਸੰਤ, ਕਹਿੰਦਾ ਮਾਲਾ ਤੋਂ ਕਰਮ ਹੈ ਫਿਰੇ। ਮਾਲਾ ਤੇਰੇ ਹੱਥ 'ਚ ਫਿਰਦੀ ਹੈ, ਹੱਥ 'ਚ ਮਾਲਾ ਹੋਰ ਕਿੱਥੇ? ਜੀਭ ਫਿਰੇ ਮੁਖ ਮਾਹੇ, ਜਿਹੜਾ ਮੰਤਰ ਪੜ੍ਹਨਾ ਮੂੰਹ 'ਚ ਜੀਭ ਫਿਰਦੀ ਹੈ। ਮਨ ਦਾ ਮਨ ਪੰਛੀ ਦਾ ਦਿਸ ਫਿਰੇ, ਇਹ ਤਾਂ ਸਿਮਰਨਾ ਹੈ। ਇਹਨੂੰ ਕੌਣ ਕਹਿੰਦਾ ਸਿਮਰਨਾ ਹੋਵੇ? ਉਹ ਤਾਂ ਉਹਨਾਂ ਨੇ ਰੱਦ ਕਰਤਾ, ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ। ਆਹ ਸਿਮਰਨ ਦਾ ਉਹਨਾਂ ਦਾ ਰੱਦ ਕੀਤਾ ਹੈ। ਜਿਹੜਾ ਇਹ ਸਿਮਰਨ ਕਰਦੇ ਨੇ ਤਾਂ ਮਾਮੂਲੀ ਆਦਮੀ ਨੇ ਰੱਦ ਕਰਤਾ। ਗੁਰਬਾਣੀ ਅਰਥ ਆਉਂਦੇ, ਗੁਰਬਾਣੀ ਦੇ ਅਰਥ ਕਰਕੇ ਦੱਸਦੇ, ਗੁਰਬਾਣੀ ਸਮਝਾਉਂਦੇ, ਫਿਰ ਇਹਨਾਂ ਨੂੰ ਮੰਨਦੇ ਵੀ ਇਹਨਾਂ ਨੂੰ ਪਤਾ ਕੁਛ। ਸਾਰਾ ਪ੍ਰਚਾਰ ਗੁਰਮਤਿ ਤੋਂ ਵਿਰੁੱਧ ਹੈ ਇਹਨਾਂ ਦਾ। ਤਾਂ ਹੀ ਡੇਰਿਆਂ ਦੇ ਮਾਇਆ ਇਕੱਠੀ ਕਰੀ ਜਾਂਦੇ। ਮਾਇਆ ਦਾ ਸੰਤ ਦਾ ਮਾਇਆ ਨਾਲ ਕੀ ਸੰਬੰਧ? ਸੰਤ ਕੀ ਤੇ ਮਾਇਆ ਕੀ? ਮਾਇਆਧਾਰੀ ਨੇ, ਮਾਇਆਧਾਰੀਆਂ ਨੇ ਬੋਲੇ ਹੁੰਦੇ ਹੀ ਨੇ। ਹਾਂਜੀ, ਨਿਰਭਉ ਕੇ ਘਰ ਬਜਾਵੇ ਤੂਰ। ਨਿਰਭਉ ਕੇ ਘਰ, ਜਿੱਥੇ ਬੈਕੁੰਠ ਹੁੰਦਾ ਕਿਸੇ ਦੀ ਭੈ ਨਹੀਂ ਹੁੰਦੀ। ਇਹ ਵੀ ਗੱਲ ਹੈ। ਜੇ ਹਿਰਦੇ 'ਚ ਬੈਕੁੰਠ ਹੈ, ਭੈ ਕੋਈ ਨਹੀਂ, ਬਹੁਤ ਵੀ ਜਿੱਤੀ ਹੋਈ ਹੈ ਉੱਥੇ। ਉਹ ਤਾਂ ਅਮਰਾਬਾਦ ਹੈ, ਉਹ ਤਾਂ ਅਮਰਾਬਾਦ ਹੈ। ਲੋਕਾਂ ਨੂੰ ਅਮਰਾਬਾਦ ਦਾ ਉਪਦੇਸ਼ ਦੇ ਰਿਹਾ। ਨਿਰਭਉ ਕੇ ਘਰ ਬਜਾਵੇ ਤੂਰ, ਇੱਥੇ ਬੈਠ ਕੇ ਤੂਰ ਵਜਾਇਆ। ਤੂਰ ਵਜਾਉਣਾ ਹੁੰਦਾ ਗੁਰਬਾਣੀ ਉਚਾਰਨ ਕਰਨੀ। ਆ ਸਰੀਰ ਦਾ ਬਾਜਾ ਵਜਾ ਰਿਹਾ ਨਾ, ਤੂਰ ਦਾ ਮਤਲਬ ਹੈ ਬੈਠ ਕੇ ਬੈਕੁੰਠ 'ਚ ਆ ਸਰੀਰ ਨਾਲ ਵਜਾ ਕੇ ਬਾਜਾ ਗੁਰਬਾਣੀ ਬੋਲ ਰਿਹਾ। ਵਜਾਵੇ ਤੂਰ ਕਿਹਾ ਕਬੀਰ ਕਹਿੰਦਾ, ਜੋ ਹਮ ਜੰਤ ਵਜਾਵਤੇ, ਜੋ ਪਹਿਲਾਂ ਮੈਂ ਬੋਲਦਾ ਸੀ, ਟूट गई सब तार। जंत बेचारा क्या गले
क्या करे चले बजावड़ हार मने छड़ के चलिया गया ਨੂੰ ਤਿਰਕੁਟੀਓ ਛੜਤੀ ਹੁਣ ਹਿਰਦੇ ਚੋਂ ਵਜਾ ਰਿਹਾ ਤੂਰ ਤਿਰਕੁਟੀ ਚੋਂ ਨਹੀਂ ਵਜਾ ਰਿਹਾ ਆ ਹੈ ਮਤਲਬ ਹੁਣ ਬੋਲਦਾ ਰਿਹਾ ਪਰ ਹਿਰਦੇ 'ਚ ਬੈਠ ਕੇ ਬੋਲ ਰਿਹਾ ਦਿਮਾਗ 'ਚ ਬੈਠ ਕੇ ਨਹੀਂ ਬੋਲ ਰਿਹਾ ਗੱਲ ਦਿਮਾਗ ਦੀ ਨਹੀਂ ਹੈ ਗੱਲ ਦਿਲ ਦੀ ਹੈ ਗੁਰਬਾਣੀ ਦਿਲ ਦੀ ਦਿਲ 'ਚੋਂ ਆਈ ਹੋਈ ਗੱਲ ਹੈ ਪਹਿਲੀ ਜਿਹੜੀ ਉਹਦੀ ਹੈ ਨਾ ਸਾਰਾ ਵਿੱਚ ਮੂੰਹ ਕਰ ਦਿਓ ਕਿ ਹਵਾ ਉਸੇ ਉਹ ਦਿਮਾਗ ਦੇ ਵਿੱਚੋਂ ਆਇਆ ਹੋਇਆ ਸੀ ਉਹ ਬਾਹਰੋਂ ਦੇਖ ਕੇ ਬਾਹਰਲੀ ਗੱਲ ਸੀ ਇਹ ਅੰਦਰਲੀ ਗੱਲ ਹੈ ਗੱਲੇ ਅੰਦਰਲੀ ਹੈ ਜਦ ਅੰਦਰਲੀ ਗੱਲ ਹੈ ਤਾਂ ਅੰਦਰ ਬੈਠ ਕੇ ਹੀ ਦੇਖ ਕੇ ਅੰਦਰੋਂ ਦੇਖ ਕੇ ਸਾਰੀ ਗੱਲ ਕਹੀ ਹੋਈ ਇਹ ਗੱਲ ਅੰਦਰਲੀ ਹੈ ਅੰਦਰ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਕਹੀ ਹੋਈ ਗੱਲ ਹੈ ਬੋਲਿਆ ਜ਼ਰੂਰ ਹੈ ਪਰ ਅੰਦਰੋਂ ਹੀ ਕੰਟਰੋਲ ਕੀਤਾ ਤਿਰਕੁਟੀ ਜਾਣ ਦੀ ਲੋੜ ਨਹੀਂ ਪਈ ਤਿਰਕੁਟੀ ਜਾਣ ਦੀ ਲੋੜ ਨਹੀਂ ਪਈ ਤਿਰਕੁਟੀ ਜਾਣ ਦੀ ਲੋੜ ਤਾਂ ਪੈਂਦੀ ਜੇ ਸੰਸਾਰ ਦੀ ਗੱਲ ਦਾ ਜਿਹੜੀ ਸਮਝਣੀ ਦੀ ਸਮਝ ਲਈ ਸਕੋਲ ਹੈ ਸਮਝੀ ਹੋਈ ਆ ਪਹਿਲਾਂ ਹੀ ਸੰਸਾਰ ਦੀ ਲੋੜ ਨਹੀਂ ਰਹੀ ਜੋ ਕੁਝ ਕਹਿਣਾ ਸੰਸਾਰ ਦੀ ਮਿਸਾਲ ਦੇਣੀ ਹੈ ਪਹਿਲਾਂ ਸਮਝੀ ਹੋਈ ਹੈ ਤਿਰਕੁਟੀ ਜਾਣ ਦੀ ਲੋੜ ਨਹੀਂ ਉੱਥੇ ਹਾਂ ਨਿਰਭਉ ਕੇ ਘਰ ਬਜਾਵੇ ਤੂਰ ਅਨਹਦ ਬੱਜੇ ਸਦਾ ਭਰਪੂਰ ਅਨਹਦ ਬੱਜੇ ਇੱਥੇ ਅਨਹਦ ਨਾਦ ਪ੍ਰਗਟ ਹੁੰਦਾ ਸਿਮਰਨ ਨਾਲ ਇੱਥੇ ਤਾਂ ਨਾਦ ਵੱਜਦਾ ਤਾਂ ਸਿਮਰਨ ਹੁੰਦਾ ਨਾਦ ਪ੍ਰਗਟ ਹੁੰਦਾ ਇੱਥੇ ਹੀ ਹੁੰਦਾ ਨਾਦ ਪ੍ਰਗਟ ਸਿਮਰਨ ਦੇ ਵਿੱਚ ਤਾਂ ਨਾਦ ਪ੍ਰਗਟ ਹੁੰਦਾ ਦੋ ਪਦਾਰਥ ਮਿਲਿਆਂ ਤੋਂ ਬਾਅਦ ਸਿਮਰਨ ਸ਼ੁਰੂ ਹੁੰਦਾ ਗਿਆਨ ਪਦਾਰਥ ਬਿਨਾਂ ਮਨ ਨਹੀਂ ਟਿਕਦਾ ਗੁਰਬਾਣੀ ਦੇ ਗਿਆਨ ਬਿਨਾਂ ਇਸ ਕਰਕੇ ਗਿਆਨ ਗੁਰਬਾਣੀ ਦਾ ਸਾਰਾ ਪ੍ਰਾਪਤ ਹੋ ਗਿਆ ਤਾਂ ਮਨ ਟਿਕਿਆ ਹੋਇਆ ਹਾਂਜੀ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤੀ ਕਤ ਨਾਹੇ ਐਸਾ ਸਿਮਰਨ ਕਰ ਮਨ ਮਾਹੇ ਮਨ ਦੇ ਅੰਦਰ ਸਿਮਰਨ ਹੋਊਏ ਤੇ ਮਨ ਦੇ ਅੰਦਰ ਜਿਹੜਾ ਬੈਠਾ ਸਿਮਰਨ ਉਹ ਕਰਦਾ ਹੁੰਦਾ ਮਨ ਨਹੀਂ ਕਰਦਾ ਹੁੰਦਾ ਇਹ ਗੱਲ ਹੈ ਮਨ ਆਪਣੇ ਅੰਦਰ ਬੈਠ ਕੇ ਸਿਮਰਨ ਕਿਵੇਂ ਕਰੂਗਾ ਮਨ ਮੰਦਰ ਹੈ ਮਨ ਵਿੱਚ ਬੈਠਾ ਜਿਹੜਾ ਨਾ ਸਿਮਰਨ ਉਹ ਕਰਦਾ ਸਿਮਰਨ ਕਰਨਾ ਸਤਿਗੁਰ ਨੇ ਸਤਿਗੁਰ ਤਾਂ ਖਾਲੀ ਕੋਈ ਨਹੀਂ ਨਾ ਸਿਮਰਨ ਸਤਿਗੁਰ ਕਰਦਾ ਹੁੰਦਾ ਮਨ ਕੀ ਕਰਦਾ ਹੁੰਦਾ ਮਨ ਬੁੱਧੀ ਦੇ ਜਪਦੇ ਹੁੰਦੇ ਨੇ ਗੁਰਬਾਣੀ ਨੂੰ ਸਮਝਦੇ ਹੁੰਦੇ ਨੇ ਮਨ ਜਪਦਾ ਸਿਮਰਨ ਕਰਨਾ ਮਨ ਦਾ ਕੰਮ ਨਹੀਂ ਹੈ ਸਿਮਰਨ ਇੱਕ ਹੋ ਕੇ ਕਰਦਾ ਸਾਬਤ ਸੂਰਤ ਹੋ ਕੇ ਕਰਦਾ ਟਿਕਿਆ ਹੋਇਆ ਮਨ ਟਿਕਿਆ ਹੋਇਆ ਜਦ ਇੱਕ ਹੈ ਸਾਬ ਇੱਕ ਤੋਂ ਬਿਨਾਂ ਸਿਮਰਨ ਹੁੰਦਾ ਹੀ ਨਹੀਂ ਇੱਕ ਹੋਣ ਵਾਸਤੇ ਸਿਮਰਨ ਨਹੀਂ ਹੈ ਕਦੇ ਵੀ ਇੱਕ ਹੋਣ ਕਹਿੰਦੇ ਮਨ ਤਾਂ ਤੇਰਾ ਟਿਕਿਆ ਨਹੀਂ ਤੇਰਾ ਉਹ ਮਨ ਟਿਕੇ ਤੇ ਬਾਅਦ ਸਿਮਰਨ ਹੁੰਦਾ ਟਿਕਣ ਤੋਂ ਪਹਿਲਾਂ ਤਾਂ ਮਨ ਜਪ ਹੈ ਜਪ ਨਾ ਮਨ ਟਿਕਣਾ ਜਪ ਦਾ ਮਤਲਬ ਜਾਣਾ ਗਿਆਨ ਸਮਝਣਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਜਿੰਨਾ ਚਿਰ ਗੋਬਿੰਦ ਦੀ ਬਾਣੀ ਸਾਰੀ ਸਮਝ ਨਹੀਂ ਆਈ ਉਹਨਾਂ ਚਿਰ ਜਪ ਪੂਰਾ ਨਹੀਂ ਹੋਇਆ ਜਾਂ ਜਪ ਪੂਰਾ ਹੋ ਗਿਆ ਸਿਮਰਨ ਜਾਤੇ ਬਾਅਦ ਸ਼ੁਰੂ ਹੋਣ ਸਿਮਰਨ ਦੂਜੇ ਨੇ ਕਰਨਾ ਉਦੋਂ ਮਨ ਕੀ ਕਰਦਾ ਮਨ ਕਹਿੰਦਾ ਮਨ ਨੂੰ ਕੀ ਕਿਹਾ ਫਿਰ ਘਰ ਬੈਸੋ ਹਰ ਜਨ ਪਿਆਰੇ ਉਹਨੂੰ ਕਹਾ ਤੂੰ ਬੈਠ ਜਾ ਟਿਕ ਕੇ ਹੁਣ ਤੇਰਾ ਕੰਮ ਖਤਮ ਹੋ ਗਿਆ ਸਤਿਗੁਰ ਤੁਮਰੇ ਕਾ ਸਵਾਰੇ ਸਿਮਰਨ ਸਤਿਗੁਰ ਕਰ ਰਿਹਾ ਇਹ ਜਿਹਨੂੰ ਇਸ ਗੱਲ ਦਾ ਪਤਾ ਨਹੀਂ ਮਾਲਾ ਫੜਾਈ ਜਾਂਦੇ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਲੋਕਾਂ ਨੂੰ ਬਲੈਕਮੇਲ ਜਵਾਬ ਦੇਣ ਕੀ ਦੇਣਗੇ ਜਵਾਬ ਗੁਰਬਾਣੀ ਸਭ ਕੋ ਪਿਆ ਲਿਖਿਆ ਹੈ ਉਲਟਾ ਗੁਰੂ ਪੁੱਛ ਰਿਹਾ ਤੁਹਾਨੂੰ ਬਾਣੀ ਪੁੱਛ ਰਿਹਾ ਜਿਹਨੂੰ ਮੰਨਦੇ ਹੋ ਅਸੀਂ ਜੀ ਗੁਰੂ ਨਾਲ ਜੋੜਦੇ ਹਾਂ ਬਾਣੀ ਨਾਲ ਤੁਸੀਂ ਆਪ ਜੁੜੇ ਹੋਏ ਹੈਗੇ ਆਪ ਨਹੀਂ ਜੁੜੇ ਹੋਏ ਤੁਸੀਂ ਦੂਏ ਨੂੰ ਕਿਵੇਂ ਜੋੜ ਦੋਗੇ ਜੇ ਆਪ ਨਹੀਂ ਜੁੜੇ ਹੋਏ ਹਾਂਜੀ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤੀ ਕਤ ਨਾਹੇ ਇਹ ਸਿਮਰਨ ਬਿਨਾਂ ਮੁਕਤੀ ਨਹੀਂ ਕਿਤੇ ਵੀ ਹੈਗੀ ਹੋਰ ਦੂਜਾ ਕੋਈ ਸਿਮਰਨ ਤੈਨੂੰ ਮੁਕਤੀ ਨਹੀਂ ਦਵਾ ਸਕਦਾ ਮਨ ਦੇ ਵਿੱਚ ਸਿਮਰਨ ਕਰਨਾ ਮਨ ਤਾਂ ਮੰਦਰ ਹੈ ਨਾ ਮੰਦਰ 'ਚ ਜਿਹੜਾ ਰਹਿੰਦਾ ਉਹ ਸਿਮਰਨ ਕਰੂਗਾ ਪਹਿਲਾਂ ਕਿਉਂ ਨਹੀਂ ਕਰਿਆ ਸਿਮਰਨ ਉਹਨੇ ਸਵਾਲ ਇਹ ਹੈ ਉਹ ਪਹਿਲਾਂ ਉਹਦਾ ਧਿਆਨ ਮਨ ਵਿੱਚ ਸੀ ਉਹਦਾ ਮਨੇ ਬਾਚ ਨਹੀਂ ਸਿਮਰਨ ਸੋ ਕਰਦਾ ਹੁਣ ਮਨ ਮੰਨਿਆ ਸਿਮਰਨ ਨੂੰ ਮਨ ਮੰਨਿਆ ਹੋਇਆ ਮਨ ਉਹਦੇ ਨਾਲ ਹੈ ਮਨ ਨੇ ਮਾਇਆ ਛੱਡਤੀ ਸਿਮਰਨ ਦੇ ਬਾਅਦ ਨਾਮ ਮਿਲਦਾ ਹੁੰਦਾ ਸਿਮਰਨ ਨਾਮ ਦੀ ਪ੍ਰਾਪਤੀ ਵਾਸਤੇ ਕਰੀਦਾ
ਸਿਮਰਨ ਕਿਉਂ ਕਰੀਦਾ? ਨਾਨਕ ਨਾਮ ਮਿਲੇ ਤਾਂ ਜੀਵਾ ਜੀਵਨ, ਉਹਦੀ ਪ੍ਰਾਪਤੀ ਵਾਸਤੇ ਕਰੀਦਾ, ਨਾਮ ਦੀ ਵਾਸਤੇ ਸਿਮਰਨ ਦਾ। ਜਿਹੜਾ ਗੁਰਬਾਣੀ ਚ ਨਾਮ ਸਮਾਇਆ ਹੋਇਆ ਮੱਖਣ, ਉਹ ਤਾਂ ਖਾ ਲਿਆ, ਉਹ ਤਾਂ ਖਾ ਲਿਆ, ਉਹ ਤਾਂ ਸਮਝ ਲਿਆ, ਕੱਢ ਲਿਆ। ਉਹ ਗਾਹਦਾ ਵਾਲਾ ਜਿਹੜਾ ਸਿੱਧਾ ਨਾਮ, ਬਿਨਾਂ ਕੰਨਾਂ ਤੇ ਸੁਣਨ ਵਾਲਾ ਜਿਹੜਾ ਨਾਮ ਹੈ ਨਾ, ਅੱਖਾਂ ਵਾਜੋ ਦੇਖਣਾ, ਬਿਨ ਕੰਨੀ ਸੁਣਨ ਵਾਲੀ ਚੀਜ਼ ਰਹੇਗੀ, ਉਹਦੇ ਵਾਸਤੇ ਸਿਮਰਨ ਕੀਤਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਹਾਂਜੀ, ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੇ ਉਤਰੇ ਬਹੁ ਭਾਰ। ਜਿਹੜੇ ਸਿਮਰਨ ਨੂੰ ਦਰਗਾਹ ਜਨਕਾਰ ਨਹੀਂ ਕੀਤਾ ਜਾ ਸਕਦਾ, ਰੱਦ ਨਹੀਂ ਕੀਤਾ ਜਾ ਸਕਦਾ, ਕਿ ਦਰਗਾਹ ਦਾ ਤਾਂ ਦੱਸਿਆ ਹੋਇਆ ਸਿਮਰਨ ਹੈ। ਇਹ ਸਿਮਰਨ ਦਰਗਾਹ ਚ ਪ੍ਰਵਾਨ ਹੈ, ਬਾਕੀ ਕੋਈ ਪ੍ਰਵਾਨ ਹੈ ਨਹੀਂ। ਹਾਂਜੀ, ਮੁਕਤ ਕਰੇ ਉਤਰੇ ਬਹੁ ਭਾਰ। ਇਹ ਸਿਮਰਨ ਹੀ ਮੁਕਤੀ ਦਵਾਊਗਾ, ਸਾਰਾ ਭਾਰ ਸਿਰ ਤੋਂ ਉਤਰ ਜਾਊਗਾ। ਇਹ ਸਿਮਰਨ ਤੋਂ ਬਿਨਾਂ ਭਾਰ ਨਹੀਂ ਉਤਰਦਾ, ਭਾਰ ਰਹੂਗਾ, ਦੂਆ ਜਨਮ ਲੈਣਾ ਪਊਗਾ। ਉਤਰੇ ਬਹੁ ਭਾਰ। ਨਮਸਕਾਰ ਹਿਰਦੇ ਮਾਹੇ, ਫਿਰ ਤੇਰਾ ਆਵਣ ਨਾਹੇ। ਨਮਸਕਾਰ ਕਰੀ ਹਿਰਦੇ ਮਾਹੇ, ਹਿਰਦੇ ਦੇ ਵਿੱਚ ਬੈਠਾ ਨਾ ਸਤਿਗੁਰ ਜਿਹੜਾ ਸਿਮਰਨ ਕਰ ਰਿਹਾ। ਨਮਸਕਾਰ ਕੀ ਹੁੰਦਾ? ਉਹਦੇ ਅੱਗੇ ਨੀਵਾ ਹੋ ਕੇ ਰਹੀ। ਨਮਸਕਾਰ ਨਮਹਿਕਾਰ ਲਫ਼ਜ਼ ਹੈ। ਨਮਸਕਾਰ ਦਾ ਮਤਲਬ ਇਹ ਨਹੀਂ ਹੁੰਦਾ ਸਿਰ ਨੀਵਾ ਕਰਕੇ ਫੇਰ ਸਿਰ ਚੱਕ ਲੈਣਾ, ਇਹ ਨਹੀਂ, ਇਹਦਾ ਨਮਸਕਾਰ ਨਹੀਂ ਇਹਨੂੰ ਕਹਿੰਦੇ। ਇਹ ਨਮਸਕਾਰ ਨਹੀਂ ਹੁੰਦੀ। ਸਿਰ ਇੱਕ ਵਾਰ ਨੀਵਾ ਕਰਤਾ, ਚੱਕਣਾ ਹੀ ਨਹੀਂ ਸਿਰ, ਉਹਨੂੰ ਨਮਸਕਾਰ ਕਹਿੰਦੇ ਨੇ। ਨਮਹਿਕਾਰ, ਸਿਰ ਉਹਦੇ ਅੱਗੇ ਨੀਵਾ ਹੀ ਰੱਖਣਾ ਲਗਾਤਾਰ, ਬਾਹਰ ਉਹਦੇ ਅੱਗੇ ਨੀਵਾ ਹੀ ਰੱਖਣਾ, ਉਹਦਾ ਦਾਸ ਹੈ ਬਣ ਕੇ ਰਹਿਣਾ, ਉਹਦੇ ਅੱਗੇ ਦਾਸ ਬਣ ਕੇ ਰਹਿਣਾ। ਜਿਹੜਾ ਇਹਨੂੰ ਨਵਾਂ ਲਵਲ ਨੀਵਾ ਹੋਣਾ। ਅਸੀਂ ਮੱਥਾ ਟੇਕ ਕੇ ਫਿਰ ਖੜੇ ਹੋ ਜਾਣਾ, ਕਹਿੰਦੇ ਨਮਸਕਾਰ ਕਰਤੀ। ਇਹ ਨਮਸਕਾਰ ਨਹੀਂ ਹੈ। ਇਹ ਕੀ ਹੈ? ਇਹ ਕੀ ਹੈ ਜਿਹੜਾ ਅਸੀਂ ਮੱਥਾ ਟੇਕ ਕੇ ਖੜੇ ਹੋ ਜਾਂਦੇ ਨਾ? ਇਹ ਕੀ ਕਹਿੰਦੇ ਨੇ? ਇਹ ਸਲਾਮ ਜਵਾਬ ਦੋਵੇਂ ਕਰਿਆ। ਸਲਾਮ ਕਰਦੀ, ਜਵਾਬ ਜਦੇ ਖੜਾ ਹੋ ਗਿਆ, ਨਾਲੇ ਜਵਾਬ ਹੋ ਗਿਆ, ਸਿਰ ਚੱਕ ਲਿਆ ਜਦੇ। ਇਹ ਨਹੀਂ ਹੈ। ਮਨ ਨੀਵਾ ਕਰ ਲਾਂਦਾ, ਸਿਰ ਸੀਸ ਨਵਾਈਏ ਕਿਆ ਥੀਏ, ਜਾਂ ਹਿਰਦੇ ਕੋ ਸੁੱਧਾ ਜਾਏ ਤਾਂ ਕਿਆ ਹੋਇਆ ਹੈ। ਉਹ ਨਮਸਕਾਰ ਨਹੀਂ ਹੈ, ਸਿਰ ਨੀਵਾ ਕਰ ਨੂੰ ਕਹਿੰਦੇ। ਇਹ ਪੰਡਤ ਵਾਲੀ ਨਮਸਕਾਰ ਹੈ। ਇਹ ਜਿਹੜੇ ਫਰੌਡੀ ਨੇ ਨਾ ਧਰਮ ਵਾਲੇ, ਉਹਨਾਂ ਵਾਲੀ ਨਮਸਕਾਰ ਹੈ, ਠੱਗਾਂ ਵਾਲੀ, ਦਿਖਾਵੇ ਦੀ। ਇਹ ਤਾਂ ਦਿਖਾਵੇ ਦੀ ਨਮਸਕਾਰ ਹੈ, ਨਮਸਕਾਰ ਨਹੀਂ ਹੁੰਦੀ। ਉਹ ਕਹਿੰਦੇ ਸੀਸ ਨਵਾਈਏ ਕਿਆ ਥੀ ਹੈ, ਕੀ ਹੋ ਗਿਆ ਜੇ ਤਾਂ ਨੀਵਾ ਕਰਤਾ? ਜਦੇ ਦੇਖ ਸੁਧਾ ਜਾਏ। ਹਿਰਦੇ ਚੋਂ ਨੀਵਾ ਨਹੀਂ ਹੈ ਤੂੰ, ਜਿਹੜਾ ਅੰਦਰੋਂ ਨੀਵਾ ਹੋ ਗਿਆ ਉਹ ਸਿਰ ਨੀਵਾ ਕਰੇ ਜਾਏ ਨਾ ਕਰੇ, ਉਹਦਾ ਨਹੀਂ ਰੌਲਾ। ਉਹ ਤਾਂ ਫਿਰ ਕੀ ਕਰੂਗਾ? ਉਹ ਗੁਰਬਾਣੀ ਨੂੰ ਸੱਤ ਕਰਕੇ ਮੰਨੂਗਾ। ਕੁਛ ਵੀ ਵਿਗੜ ਜਾ ਉਹਦਾ ਮੰਨੂਗਾ ਹੀ ਮੰਨੂਗਾ। ਗੁਰਬਾਣੀ ਨੂੰ ਜਿਹੜਾ ਮੰਨਣ ਦੇ ਵਿੱਚ ਉਹਦਾ ਨਮਸਕਾਰ ਹੈ, ਜਿਹੜਾ ਗੁਰਬਾਣੀ ਨੂੰ ਮੰਨਦਾ, ਹਰ ਕੀਮਤ ਤੇ ਗੁਰਬਾਣੀ ਨੂੰ ਮੰਨਦਾ, ਕੁਛ ਵੀ ਵਿਗੜ ਜਵੇ ਜਾਏ, ਉਹਦੀ ਹੈ ਨਮਸਕਾਰ। ਬਾਕੀ ਦੀ ਕਿਸੇ ਦੀ ਨਮਸਕਾਰ ਨਹੀਂ ਹੈ। ਬਾਕੀ ਤਾਂ ਧੋਖਾ ਹੈ। ਖੈਰ ਗੁਰੂ ਦਾ ਘੜ ਦੀ ਜਾਣਦਾ, ਉਹਨੂੰ ਤਾਂ ਕੋਈ ਹੈ ਹੀ ਨਹੀਂ ਪਤਾ। ਆਪਣੇ ਆਪ ਨਾਲ ਵੀ ਧੋਖਾ, ਲੋਕਾਂ ਨੂੰ ਵੀ ਉਹ ਪਕੜਨ ਕਰਕੇ ਦਿਖਾਉਂਦਾ। ਜੀ, ਜੇ ਸਿਮਰਨ ਕਰੇ ਤੂੰ ਕੇਲ। ਜੇ ਸਿਮਰਨ ਕਰੇ ਤੂੰ ਕੇਲ, ਉਹ ਸਿਮਰਨਾ ਤਾਂ ਕੇਲ ਹੈ ਕਰਨਾ, ਖੁਸ਼ੀਆਂ ਹੀ ਨੇ। ਫਿਰ ਨਾਨਕ ਭਗਤਾਂ ਸਦਾ ਵਿਗਾਸ, ਤੇ ਸਦਾ ਵਿਗਾਸ ਹੈ, ਫਿਰ ਕੇਲ ਨੇ। ਦੀਪਕ ਬੰਦ ਧਰਿਓ ਬਿਨ ਤੇਲ। ਤੇਰੇ ਅੰਦਰ ਦੀਵਾ ਜਲਦਾ ਹੈ ਗਿਆਨ ਦਾ, ਤੇਲ ਹੈ, ਤੇਲ ਦੀ ਲੋੜ ਨਹੀਂ। ਦੀਪਕ ਕੀ ਹੈ? ਬੰਦ ਦੀਪਕ ਹੈ, ਜੋਤ ਸਰੂਪ ਹੈ। ਗਿਆਨ ਨਾਲ ਬੰਨ ਕੇ ਰੱਖ ਦਿੱਤਾ, ਅੰਦਰ ਟਿਕਾ ਦਿੱਤਾ। ਗਿਆਨ ਨਾਲ ਬੰਨ ਕੇ ਨਹੀਂ ਰੱਖਿਆ ਮਨ, ਬਿਨਾਂ ਤੇਲ ਤੇ। ਤੇਲ ਕੀ ਹੈ? ਤੇਲ ਤਾਂ ਹੈ ਨਹੀਂ।
देखो तेल जड़ा तत्त है ज्ञान नहीं है, तत्त ज्ञान है। जीवा मेरा एक ना ਜਿਹੜਾ ਤੱਤ ਹੈ ਤੇਲ ਹੈ, ਉਹ ਤੇ ਦੁੱਖ ਵਿੱਚ ਪਾਇਆ ਤੇਲ ਹੈ। ਮੰਨਦੇ ਤਾਂ ਦੁੱਖ ਜਾਣਦੇ ਸਾਰੇ, ਤੇਲ ਹੈ ਹੀ ਨਹੀਂ, ਦੁੱਖਾਂ ਤੇਲ ਕਿੱਥੇ ਇੱਥੇ। ਤਤ ਗਿਆਨ, ਤਤ ਵਸਤੂ ਦਾ ਗਿਆਨ ਮਨ ਕੋਲ, ਤਤ ਨਹੀਂ ਹੈ, ਤਤ ਤਾਂ ਆਪੇ ਹੈ ਮਨ। ਤੇਲ ਤਤ ਹੈ, ਤਤ ਤੇਲ ਨਾਮ ਕੀਆ ਬਾਤੀ। ਤੇਲ ਹੈ ਤਤ, ਤੇਲ ਜਲਦਾ ਹੈ ਤਾਂ ਹੀ ਜਲਣ ਹੁੰਦਾ ਨਾ। ਜੀ ਤੋਂ ਮਨ ਪੈਦਾ ਹੋਇਆ ਰੋਸ਼ਨੀ, ਉਹ ਤੱਤ ਹੈ ਅੰਦਰਲਾ, ਆਪ ਤੱਤ ਹੈ। ਉਹਦਾ ਗਿਆਨ ਕੀ? ਉਹਦਾ ਗਿਆਨ ਗੁਰਬਾਣੀ ਹੈ। ਸਤਿਗੁਰ ਕੀ ਹੈ? ਸਤਿਗੁਰ ਆਪ ਤੱਤ ਸਰੂਪ ਹੈ। ਤੱਤ ਸਰੂਪ ਹੈ ਨਾ ਸਤਿਗੁਰ, ਫਿਰ ਤੱਤ ਆਪ ਹੈ। ਉਹਦਾ ਗਿਆਨ ਤੱਤ ਗਿਆਨ ਹੋ ਗਿਆ। ਤੱਤ ਗਿਆਨ ਨਾਲ ਤੱਤ ਦਾ ਗਿਆਨ ਗੁਰਬਾਣੀ ਚ ਹੈ। ਤੱਤ ਵਸਤੂ ਦਾ ਗਿਆਨ, ਤੱਤ ਗਿਆਨ। ਹਾਂਜੀ। ਸੋ ਦੀਪਕ ਅਮਰਕ ਸੰਸਾਰ, ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਇਹ ਜਿਹੜਾ ਮਨ ਹੈ ਦੀਪਕ, ਜਿਹੜਾ ਬੰਨ ਕੇ ਰੱਖਿਆ ਹੈ ਬਿਨਾਂ ਤੇਲ ਤੇ, ਇਹ ਅਮਰਕ ਹੈ, ਆਪ ਅਮਰ ਹੈ, ਦੂਏ ਨੂੰ ਅਮਰ ਕਰ ਦੇਣ ਵਾਲਾ ਹੈ। ਇਹ ਜੋ ਬੋਲੂਗਾ ਹੁਣ, ਇਹ ਅਮਰਕ ਹੈ। ਐਸਾ ਦੀਵਾ ਅਮਰਕ ਹੈ, ਜਿਹਦਾ ਵੀ ਐਸਾ ਦੀਵਾ ਜਲ ਕੇ ਆ ਗਿਆ ਹੁੰਦਾ। ऐसे दीवे जड़े ते ही राजा राम की कहानी जानी जा सकती है। जानी जानी रे राजा राम की कहानी अंतर जोत राम प्रकाशा। राम का प्रकाश है, राम तत्त है, ਉਹਦਾ प्रकाश की है? रोशनी, ज्ञान प्रकाश। राम प्रकाशा किन गुरमुख मिले जानी। हाँ है, राम प्रकाश है, ज्ञान प्रकाशा, राम प्रकाशा एको गल है। ਸੋ ਦੀਪਕ ਅਮਰਕ ਸੰਸਾਰ, ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਇਹ ਐਸਾ ਅਮਰਕ ਦੀਪ ਹੈ, ਕਾਮ ਕਰੋ। ਇਹ ਦੀਵੇ ਦੀ ਰੋਸ਼ਨੀ ਨਾਲ ਕਾਮ ਕ੍ਰੋਧ ਅੰਦਰ ਦਿਖਦਾ ਨਹੀਂ, ਕਾਮ ਕ੍ਰੋਧ ਦੀਦਾ ਨਹੀਂ ਹੈ। ਇਹ ਚੀਜ਼ਾਂ ਅੰਦਰ ਦੀਦੀਆਂ ਨਹੀਂ। ਮੇਰੇ ਚ ਕਾਮਨਾ ਹੈ, ਮੇਰੇ ਚ ਕਮੀ, ਆਪਣੀ ਕਮੀ ਨਹੀਂ ਦੀਦੀ ਅੰਦਰ। ਇਹਨੂੰ ਹਨੇਰਾ ਹੈ ਇਹਦੇ ਅੰਦਰ। ਜਦ ਦੀਵਾ ਜਲਦਾ ਅੰਦਰ ਸਾਰੇ ਲੁਕੇ ਛਪੇ ਜਿੰਨੇ ਨੇ ਨਾ ਬਕਾਰ ਸਭ ਦਿਖਣ ਲੱਗ ਜਾਂਦੇ ਨੇ। ਫਿਰ ਭਜਾਏ ਨੇ, ਕਾਢੀ ਲੈ ਮਾਰ, ਤੇ ਮਾਰ ਕੇ ਕੱਢੇ ਨੇ। ਜੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰੱਖ ਕੰਠ ਪਰੋਏ। ਜੇ ਸਿਮਰਨ ਤੇਰੀ ਗਤ ਹੋਏ, ਇਹ ਸਿਮਰਨ ਨਾਲ ਤੇਰੀ ਬੁੱਧੀ ਅੱਗੇ ਵਧੂਗੀ, ਅੱਗੇ ਤੋਂ ਅੱਗੇ ਗਿਆਨ। ਨਹੀਂ ਤਾਂ ਬੁੱਧੀ ਖੜੀ ਆ ਲੋਕਾਂ ਦੀ, ਆਈ ਸਮਝ ਕਰੀ ਜਾਂਦੇ, ਸੰਤ ਮਾਲਾ ਬਣੀ ਜਾਂਦੇ। ਬੁੱਧੀ ਇਹਨਾਂ ਦੀ ਸਟਿਲ ਹੋਈ ਹੈ, ਰੁਕੀ ਜਾ ਕੇ। ਬੁੱਧੀ ਅੱਗੇ ਵਧੂਗੀ, ਗਤ ਪਾਊਗੀ, ਅਗਲਾ ਗਿਆਨ ਹੋਊਗਾ। ਅੱਗੇ ਤੋਂ ਅੱਗੇ, ਉੱਚੇ ਤੋਂ ਉੱਚਾ ਭਗਵੰਤ ਹੈ। ਭਗਵੰਤ ਉੱਚੇ ਤੋਂ ਉੱਚਾ, ਉੱਚੇ ਤੋਂ ਉੱਚੀ ਅਵਸਥਾ ਗਿਆਨ ਦੀ ਚਾਹੀਦੀ ਹੈ। ਜਿੰਨੀ ਬੁੱਧੀ ਦੀ ਪਹੁੰਚ ਹੋਊ ਉੱਚੀ, ਉੱਚੀ ਪਹੁੰਚ ਹੁੰਦੀ ਚਲੀ ਜਾਂਦੀ ਹੈ ਬੁੱਧੀ ਦੀ, ਗਤ ਹੋਏ। ਸੋ ਸਿਮਰਨ ਜੋ ਜਾਣ ਲਿਆ ਅੱਗੇ ਚੱਲਣਾ। ਜੋ ਜਾਣ ਲਿਆ ਅੱਗੇ, ਜਿਵੇਂ ਆਪਾਂ ਕਲਾਸਾਂ ਵੱਧਦੀਆਂ ਨੇ, ਜੋ ਕਲਾਸ ਉਹਦੇ ਅੱਗੇ ਰੋਜ਼ ਨਵਾਂ ਸਬਕ, ਰੋਜ਼ ਨਵੀਂ ਗੱਲ, ਰੋਜ਼ ਨਵਾਂ ਗਿਆਨ। ਇਸ ਕਰਕੇ ਸਾਹਿਬ ਮੇਰਾ ਨੀਤ ਨਵਾਂ ਇਸੇ ਚੀਜ਼ ਦਾ ਨਾਮ ਹੈ। ਸਾਹਿਬ ਨੀਤ ਨਵਾਂ ਤਾਂ ਹੀ ਹੈ ਨਾ, ਜੇ ਅੱਗੇ ਗੱਲ ਵਧੇ, ਗਿਆਨ ਵਧੇ। ਜੀ ਜੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰੱਖ ਕੰਠ ਪਰੋਏ। ਉਹ ਸਿਮਰਨ ਰੱਖ ਕੰਠ ਪਰੋਏ। ਕੰਠ ਕੀ ਹੈ? ਕੰਠ ਗਲੇ ਨੂੰ ਨਹੀਂ ਕਹਿੰਦੇ ਹਨ। ਕੰਠ ਹਿਰਦਾ ਹੁੰਦਾ, ਹਿਰਦੇ 'ਚ ਪਰੋ ਕੇ ਰੱਖ। ਕਿਉਂਕਿ ਬਾਣੀ ਕੰਠ ਕਰਨੀ ਆਪਾਂ, ਕੀ ਹਲਕੇ 'ਚ ਫਸੀ ਹੁੰਦੀ ਹੈ ਬਾਣੀ। ਕੰਠ ਕੀਤੀ, ਕੰਠ ਕਿੱਥੇ ਹੁੰਦੀ? ਲਫ਼ਜ਼ਾਂ ਦੇ ਅਰਥੇ ਬਦਲਦੇ ਸਾਰੇ। ਨੀਲਕੰਠ ਉਹਦਾ ਹਿੰਦੂਆਂ ਦਾ ਨੀਲਕੰਠ। ਕੰਠ ਲਫ਼ਜ਼ ਦੇ ਅਰਥ ਬਦਲਦੇ ਪੰਡਤ ਨੇ ਬਾੜ ਪਾੜੀ ਹੈ। ਉਹ ਤਾਂ ਉਹਨਾਂ ਦਾ ਹੈ, ਉਹਨਾਂ ਦਾ ਲਫ਼ਜ਼ ਦੇ ਅਰਥ ਕੀਤੇ ਹੋਏ ਨੇ, ਤਾਂ ਹੀ ਤਾਂ ਕੰਠ ਹੈ ਮੰਨ ਲਿਆ। ਉਹ ਤਾਂ ਬਾਹਮਣ ਦੀ ਡਿਕਸ਼ਨਰੀ ਦਾ ਲਫ਼ਜ਼ ਹੈ। ਬਾਹਮਣ ਦੀ ਡਿਕਸ਼ਨਰੀ 'ਚ ਹੋਰ ਹੈ, ਸਾਡੀ ਡਿਕਸ਼ਨਰੀ 'ਚ ਹੋਰ ਹੈ। ਜਦ ਬਾਣੀ ਕੰਠ ਕਰਨੀ ਦੱਸ ਕਿੱਥੇ ਕੀਤੀ ਹੈ? ਹਿਰਦੇ ਹੀ ਲਿਖ ਲਿਆ, ਉਹਨੂੰ ਕੰਠ ਕਹਿੰਦੇ ਨੇ।
ਕੰਠ ਉਹ ਚੀਜ਼ ਹੈ ਜਿਹੜੀ ਸਾਡੇ ਅੰਦਰ ਲਿਖੀ ਹੋਈ ਹੈ। ਬਾਣੀ ਕੰਠ ਕਹਿੰਦੇ ਪੈਸਾ ਗੰਠ, ਪੈਸਾ ਉਹ ਜਿਹੜਾ ਤੇਰੇ ਗੰਢ ਵੱਜਾ ਹੈ। ਜੇ ਜੇਬ ਚ ਪੈਸਾ ਤੇਰੇ ਅੱਗੇ ਕੰਨਾਂ ਨੂੰ ਬੰਨ ਕੇ ਰੱਖਦੇ ਨਾ ਪੈਸੇ, ਪੈਸਾ ਗੰਢ ਜਿਹੜਾ ਤੇਰੇ ਕੋਲ ਹੈ, ਜਾਂ ਮਰਜੀ ਖਰਚ ਲਾ ਉਹਨੂੰ। ਜੇ ਬੈਂਕ 'ਚ ਵੀ ਇਹ ਬੈਂਕ ਖੁੱਲੂਗਾ, ਕਾਪੀ ਨਾ ਹੋਵੇ ਕੋਲ, ਜਾਂ ਕੋਈ ਗੱਲ ਹੋਵੇ ਬੈਂਕ ਨਾ ਹੋਵੇ ਉਸ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਖੜੇ ਹੋ, ਹੁਣ ਜਿੱਥੇ ਖੜੇ ਹੋ ਉੱਥੇ ਬੈਂਕ ਨਾ ਹੋਇਆ, ਫਿਰ ਬੈਂਕ ਦੇ ਪੈਸੇ ਨੂੰ ਕੈਸ਼ ਇਨ ਹੈਂਡ ਨਹੀਂ ਮਿਲਦੇ। ਕੈਸ਼ ਇਨ ਹੈਂਡ ਉਹ ਹੈ ਜਿਹੜਾ ਕੈਸ਼ ਇਨ ਹੈਂਡ ਜਿਹੜਾ ਜੇਬ 'ਚ ਹੈ ਉਹ ਹੈ ਕੈਸ਼ ਇਨ ਹੈਂਡ। ਬੈਂਕ ਵਾਲੇ ਪੈਸੇ ਨੂੰ ਕੈਸ਼ ਇਨ ਹੈਂਡ ਕਿਵੇਂ ਮਿਲਣਗੇ? ਉੱਥੇ ਜਾਂ ਮਰਜ਼ੀ ਖਰਚ ਲੈ, ਉੱਥੇ ਜੇ ਬੈਂਕ ਜਾਏਗਾ ਤਾਂ ਮਿਲੂਗਾ ਨਾ। ਉਹਦਾ ਕਿਤਾਬਾਂ 'ਚ ਪਿਆ ਗਿਆਨ, ਦੂਆ ਬੈਂਕ 'ਚ ਪਿਆ, ਤਾਂ ਉਹਦਾ ਗ੍ਰੰਥਾਂ 'ਚ ਪਿਆ। ਜਿਹੜਾ ਕੰਠ ਹੈ ਉਹ ਤੁਹਾਡੇ ਕੋਲ ਹੈ, ਫਿਰ ਕਿੱਥੋਂ ਦੱਸੋਗੇ? ਫਿਰ ਤਾਂ ਬੈਂਕ ਪਿਆ, ਗ੍ਰੰਥ ਬੈਂਕ ਹੈ, ਉੱਥੋਂ ਲੈ ਲਓ, ਜਾ ਕੇ ਲੱਭ ਲਓ। ਇਸ ਪੁਰਾਣੇ ਸਿੰਘ ਕਹਿੰਦੇ ਨੇ, ਕਹਿੰਦੇ ਬਾਣੀ ਕੰਠ ਪੈਸਾ ਗੰਠ, ਪੈਸਾ ਉਹੀ ਖਰਚ ਕਰੋਗੇ ਜਿਹੜਾ ਤੁਹਾਡੇ ਕੋਲ ਹੈ। ਚੱਲਦੇ ਫਿਰਦੇ ਬਾਣੀ ਫੜੀ ਜਾਓ ਜਿੱਥੇ ਮਰਜੀ, ਕੰਮ ਵੀ ਕਰੀ ਜਾਓ, ਪੜ੍ਹੀ ਵੀ ਜਾਓ, ਵਿਚਾਰੀ ਵੀ ਜਾਓ। ਇਹਨੂੰ ਤਾਂ ਕੰਮ ਛੱਡ ਕੇ ਕਰਾਂਗੇ ਨਾ ਅਸੀਂ। ਜੇ ਇਹਨੂੰ ਪੜ੍ਹਨਾ ਫਿਰ ਤਾਂ ਕੰਮ ਛੱਡਣਾ ਪਊਗਾ। ਕੰਠ ਕਰਨਾ ਮਤਲਬ ਇਹ ਹੁੰਦਾ ਸੀ, ਕੰਮ ਕਰਦੇ ਹੀ ਵਿਚਾਰੀ ਜਾਣੀ, ਕੰਮ ਕਰਦੇ ਹੀ ਪੜ੍ਹੀ ਜਾਣੀ। ਹੱਥ ਪੈਰ ਕਰ ਕੰਮ ਸਭ ਚੀਤ ਨਾਲ ਜੁੜਨਾ, ਇਸ ਕਰਕੇ ਕੰਠ ਕਰੀਦੀ ਹੈ। ਕਰਦੇ ਸੀ ਇਹੀ ਕਰਦੇ ਸੀ। ਜੇ ਸਾਡੇ ਕੰਠ ਹੋਵੇ, ਅਸੀਂ ਸਾਡੇ ਕੋਲ ਅਸੀਂ ਗੱਲਾਂ ਦੂਜੀਆਂ ਹੀ ਕਰਦੇ ਹਾਂ ਸਾਰਾ ਦਿਨ। ਉਹ ਲੰਗਰ ਸਜਾਉਂਦੇ ਨੇ, ਉੱਥੇ ਲੰਗਰ ਸਜਾਉਣ 'ਚ ਬੋਲਣ ਨਹੀਂ ਦਿੰਦੇ ਹੁੰਦੇ ਸੀ। ਪਹਿਲਾਂ ਬੋਲਣ ਨਹੀਂ ਦਿੰਦੇ, ਗੱਲ ਨਹੀਂ ਕੋਈ ਕਰਨੀ। ਇੱਕ ਜਣਾ ਪਾਠ ਕਰੋ ਸੁਖਮਨੀ ਸਾਹਿਬ ਦਾ, ਜਾਂ ਪੰਜੇ ਬਾਣੀਆਂ ਦਾ ਪਾਠ ਕਰੋ, ਕੁਛ ਵੀ ਕਰੋ, ਪਾਠ ਕਰੋ, ਬੋਲਣਾ ਨਹੀਂ, ਗੱਲ ਨਹੀਂ ਕੋਈ ਕਰਨੀ। ਹੱਥਾਂ ਨਾਲ ਕਰਨਾ, ਹੋਰ ਕੋਈ ਗੱਲ ਕਰਨੀ ਨਹੀਂ। ਜੇ ਕੋਈ ਲੋੜ ਵੀ ਹੈ ਇਸ਼ਾਰੇ ਨਾਲ ਕਰ ਲਓ, ਗੱਲ ਬੋਲ ਨਹੀਂ ਸਕਦਾ ਕੋਈ। ਹੁਣ ਜੇ ਪਾਬੰਦੀ ਨਹੀਂ ਰਹੀ, ਸਿੱਖ ਵੀ ਹੋ ਜਾਈ ਹੋਵੇ, ਅੱਗੇ ਨਹੀਂ ਬੋਲਣ ਦਿੰਦੇ ਸੀ, ਫਾਲਤੂ ਗੱਲ ਨਹੀਂ ਕਰਦੇ। ਬਸ ਪੈ ਮੰਨਦੇ ਸੀ। ਬਾਣੀ ਪੜੋ ਜਾਂ ਸੇਵਾ ਕਰੋ, ਪੱਠੇ ਪਾਲੇ ਕੁਛ ਕਰੇ, ਆਪਸ ਵਿੱਚ ਕੋਈ ਗੱਲ ਫਾਲਤੂ ਕਰਨੀ ਹੋਈ ਨਹੀਂ ਹੈ। ਲੋੜ ਤੋਂ ਬਿਨਾਂ ਬੋਲਣੇ ਨਹੀਂ ਦੇਣਾ। ਉਹੀ ਰਹਿੰਦੇ ਤੇ ਫਿਰ ਜਿਹੜੇ ਸਕੰਜੇ 'ਚ ਰਹਿਣ ਦੇ ਆਦੀ ਹੋ ਜਾਂਦੇ, ਉੱਥੇ ਦਾ ਘੜਿਆ ਹੋਇਆ ਫਿਰ ਉਹ ਤਾਂ ਘੜ ਹੁੰਦਾ ਸੀ। ਭਾਜੂ ਛੱਡ ਕੇ ਪਿਆ ਭੱਜਵੇ, ਉਹ ਗਾਂ ਲੈਣ ਗਏ ਤੇ ਤੈਨੂੰ ਘਰੋਂ ਬੁਲਾਉਣ ਗਏ ਸੀ। ਉਹਦਾ ਅੰਮ੍ਰਿਤ ਛਕਾਉਂਦੇ ਨਹੀਂ ਸੀ, ਕੋਈ ਆਪਣੀ ਆਦੀ ਵਧਾਈ ਵਧਾਉਂਦੇ ਹੀ ਨਹੀਂ ਸੀ। ਇਹ ਉਹਨਾਂ ਨੂੰ ਪਤਾ ਬੇੜੇ ਦੇ ਵਿੱਚ ਬੰਦੇ ਪੱਥਰ ਨਹੀਂ ਜਾੜੀ ਦੇ ਹੁੰਦੇ, ਬੇੜਾ ਡੁੱਬ ਜਾਂਦਾ। ਤੇ ਤੂੰ ਆ ਜਾ, ਤੂੰ ਵੀ ਚੜ ਜਾ, ਆ ਜਾ, ਬੇੜਾ ਡੁੱਬ ਜੂਗਾ। ਹੁਣ ਤਾਂ ਤੁਸੀਂ ਬਕਾਰੀ ਆਦਮੀਆਂ ਨੂੰ, 10 ਨੰਬਰੀਆਂ ਨੂੰ ਤੁਸੀਂ ਅੰਮ੍ਰਿਤ ਛਕਾਉਣ ਲੱਗੇ, ਉਹ 10 ਡੁਬੋ ਦੇਣਗੇ, ਸਾਰੇ ਬਦਨਾਮ ਕਰ ਦੇਣਗੇ। ਕੀ ਕਰਾਉਣਾ ਤੁਸੀਂ ਅੰਮ੍ਰਿਤ ਛਕਾ ਕੇ? ਖੋਟੇ ਸਿੱਕੇ ਤੁਸੀਂ ਜੇਬ 'ਚ ਪਾ ਕੇ ਕਰਨਾ ਕੀ ਹੈ? ਜੇਬ ਪਾੜਨੀ ਹੈ। ਖੋਟੇ ਸਿੱਕੇ ਕਿਸ ਕੰਮ ਹੋਣਗੇ ਤੁਹਾਡੇ? ਖਰੇ ਚਾਹੇ ਇੱਕੋ ਹੀ ਹੋਵੇ, ਦੋਏ ਹੁਣ ਬਹੁਤ ਨੇ। ਖੋਟਿਆਂ ਜੋ ਖਰੇ ਹੀ ਕੱਢੇ ਸੀ ਦਸਮ ਪਾਤਸ਼ਾਹ ਨੇ, ਉਹ ਕਹਿੰਦਾ ਮੈਨੂੰ 5 ਬਹੁਤ ਨੇ, ਜਾਓ ਤੁਸੀਂ। ਤੇ ਕੀ ਰੋਣਾ ਮੈਂ ਭੀੜ ਤੇ? ਉਹ ਫਾਰਮੂਲਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਗੱਲ ਕੀ ਸੀ। ਜਦੋਂ ਭੀੜ ਜ਼ਿਆਦਾ ਹੋ ਜਾਵੇ ਪਰਖ ਕਰ ਲਈਦੀ ਹੁੰਦੀ ਹੈ। ਹਾਂ, ਉਹਨਾਂ ਦੀ ਪਰਖ ਕਰ ਲਓ, ਜਿਹੜੇ ਖੋਟੇ ਨੇ ਉਹਨੂੰ ਕੱਢ ਦੋ ਬਾਹਰ, ਖਰੇ ਖਰੇ ਰੱਖ ਲਓ, ਉਹਦੀ ਭੀੜ ਨਹੀਂ ਕਰੀਦੀ ਹੁੰਦੀ। ਕਬੀਰ ਕਹਿੰਦੇ ਚੇਲੇ ਬਹੁ ਕੀ ਹੈ, ਜਿਹਦੇ ਬਹੁਤੇ ਚੇਲੇ ਹੋਣ ਉਹਦੀ ਕੇਸੋ ਨੂੰ ਮਿੱਤਰਤਾ ਨਹੀਂ ਰਹਿ ਸਕਦੀ। ਕੇਸੋ ਕੀ ਉਹਨੂੰ ਮੀਤ, ਸਿੱਖ ਸਾਖਾ ਬਹੁਤੇ ਕੀ ਹੈ। ਕਬੀਰ ਕਹਿੰਦੇ ਸਿੱਖ ਸਾਖਾ ਬਹੁਤੇ ਕੀ ਹੈ, ਕੇਸੋ ਕੀ ਉਹਨੂੰ ਮੀਤ। ਸਿੱਖ ਸੰਗਤ ਤਾਂ ਬਹੁਤ ਬਣਾ ਲਈ, ਕੇਸੋ ਨਾਲ ਮਿੱਤਰਤਾ ਨਹੀਂ ਪਾਈ। ਸੰਤਾਂ ਦੀ ਕੀ ਹੈ, ਇਹੀ ਜੋਰ ਹੈ ਸਿੱਖ ਸਾਖਾ ਬਣਾਉਣ ਤੇ। ਕੇਸੋ ਨਾਲ ਮਿੱਤਰਤਾ ਤਾਂ ਹੈ ਨਹੀਂ। ਇਹਨਾਂ ਸੰਤਾਂ ਵੱਲ ਇਸ਼ਾਰਾ ਕਰਦਾ ਕਬੀਰ। ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਜੋ ਗੁਰਬਾਣੀ ਸਾਨੂੰ ਹਦਾਇਤਾਂ ਨੇ। ਗੁਰਬਾਣੀ ਜਿਹੇ ਵੀ ਡੁੱਬ ਜਾਓਗੇ ਤੁਸੀਂ ਜੇ ਨਾ ਮੰਨੀਆਂ ਹਦਾਇਤਾਂ।
ਬਹੁਤੇ ਨਹੀਂ ਇਕੱਠੇ ਕਰੀਦੇ ਹੁੰਦੇ, ਖਰੇ ਖਰੇ ਹੀ ਇਕੱਠੇ ਕਰੀਦੇ ਨੇ। ਥੋੜੇ ਨੋਟ ਨੇ, ਥੋੜੇ ਹੀ ਰੱਖੋ ਜੇਬ 'ਚ, ਪਰ ਰੱਖੋ ਖਰੇ ਹੀ, ਖੋਟਾ ਨਾ ਰੱਖੋ ਕੋਈ ਵੀ। ਖੋਟਾ ਤਾਂ ਇੱਕ ਵੀ ਨਿਕਲਿਆ ਆ, ਕੱਲ ਸ਼ੱਕੀ ਬਣ ਜਾਓਗੇ ਤੁਸੀਂ ਵੀ। ਖਰੇ ਵੀ ਪਤਾ ਨਹੀਂ ਖੋਟੇ ਪਟਾ ਕੇ ਹੀ ਲਏ ਨੇ ਇਹਦੇ। ਕਿਸੇ ਨੂੰ 1000 ਦਾ ਨੋਟ ਦੇ ਦਿੱਤਾ, 100 ਰੁਪਈਏ ਦੀ ਚੀਜ਼ ਲਈ 900 ਤਾਂ ਦਊਗੇ ਮੋੜੂ ਉਹ, ਜਿਹਨੂੰ ਸਮਝ ਨਹੀਂ ਖੋਟੇ ਦੀ। ਲਾਗੂ ਵੀ ਜਿਹੜੀ ਜੇਬ ਭਰੀ ਫਿਰਦਾ ਖੋਟੇ ਬਣਾਏ ਨੇ। ਸ਼ੱਕ ਪੈ ਗਈ ਦੁਆਂ ਤੇ ਵੀ ਖਰਿਆਂ ਤੇ ਵੀ, ਖਰਿਆਂ ਤੇ ਵੀ ਸ਼ੱਕ ਪੈ ਜੂਗੀ ਜੇ ਖੋਟੇ ਤੋਂ ਨਿਕਲਿਆ ਵਿੱਚੋਂ। ਖੋਟੇ ਨਹੀਂ ਰੱਖੀ ਦੇ ਉਹਦੇ ਨਾਲ, ਲੋੜ ਨਹੀਂ ਹੈ, ਕੱਲਾ ਹੀ ਠੀਕ ਹੈ। ਹਾਂਜੀ, ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਗੁਰ ਪ੍ਰਸਾਦੀ ਉਤਰੇ ਪਾਰ। ਸੋ ਸਿਮਰਨ ਕਰੀ ਲਵਦਾ ਕਰੀ, ਸੋ ਸਿਮਰਨ ਸਿਮਰਨ ਸਾਰੀ ਹੈ। ਇਹੀ ਸਿਮਰਨ ਕਰੀ, ਨਹੀਂ ਰਾਖ ਉਤਾਰ। ਉਤਾਰ ਕੇ ਨਹੀਂ ਰੱਖਣਾ ਇਹਨੂੰ, ਛੱਡਣਾ ਨਹੀਂ ਹੈ ਇਹਨੂੰ, ਤਿਆਗਣਾ ਨਹੀਂ ਹੈ ਸਿਮਰਨ ਨੂੰ। ਨਹੀਂ ਰਾਖ ਉਤਾਰ ਕੇ ਨਹੀਂ ਰੱਖਣਾ ਇਹਨੂੰ ਸਿਮਰਨ ਨੂੰ। ਇਹ ਸਿਮਰਨ ਹਰ ਵਕਤ। ਉਤਾਰ ਕਿਉਂ ਲਿਖਿਆ, ਰਾਖ ਉਤਾਰ ਕਿਉਂ ਲਿਖਿਆ? ਕਿਉਂਕਿ ਕਬੀਰ ਜਿੱਥੇ ਸਿਮਰਨ ਦੀ ਗੱਲ ਕਰਦਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਰਸਨ ਦੇ ਉੱਪਰ ਰਾਮ ਹੈ, ਬੁੱਧੀ ਦੇ ਉੱਪਰ ਰਾਮ ਹੈ, ਬੁੱਧੀ ਤੋਂ ਉਤਾਰ ਨਹੀਂ ਰਾਮ ਨੂੰ। ਰਾਖ ਇਹੀ ਰੱਖ ਉੱਤੇ ਲੱਦ ਕੇ ਬੁੱਧੀ ਦੇ, ਸਿਮਰਨ ਉਤਾਰ ਕੇ ਨਾ ਰੱਖਦੀ ਇਹਨੂੰ ਪਰੇ। ਇਹ ਕੀ ਕਰਦੇ ਨੇ, ਮਾਲਾ ਗਲ ਚ ਪਾ ਲੈਂਦੇ ਨੇ, ਕਹਿੰਦੇ ਉਤਾਰ ਨਹੀਂ। ਮਾਲਾ ਗਲ ਸਿਮਰਨਾ ਰੱਖ ਲਿਆ, ਇਹ ਪਾ ਕੇ ਰੱਖਣਾ ਜੀ, ਉਤਾਰਨਾ ਨਹੀਂ। ਸਭ ਕੁਝ ਡੁਪਲੀਕੇਟ ਬਣਾ ਲਿਆ। ਸੌਖੀ ਗੱਲ ਹੈ ਨਾ, ਲੋਕਾਂ ਨੂੰ ਭਰਮ ਚ ਫਸਾਤਾ। ਸੋ ਸਿਮਰਨ ਕਰੀ ਨਹੀਂ ਰਾਖ ਉਤਾਰ, ਰੱਖ ਕੇ ਨਾ ਇਹਨੂੰ ਉਤਾਰ ਕੇ ਨਾ ਰੱਖਦੀ ਪਰੇ, ਰਾਮ ਨੂੰ ਪਰੇ ਕਰ ਦੇਵੇ। ਗੁਰ ਪ੍ਰਸਾਦੀ ਉਤਰੇ ਪਾਰ। ਹਾਂ, ਗੁਰ ਪ੍ਰਸਾਦੀ ਉਤਰੇ ਪਾਰ। ਜਿਹੜਾ ਗਿਆਨ ਹੈ ਲਿਆ ਨਾ, ਇਹਦੀ ਕਿਰਪਾ ਨਾਲ ਪਾਰ ਉਤਰ ਜਾਵੇ। ਜੇ ਸਿਮਰਨ ਨਹੀਂ ਤੁਹੇ ਕਾਨ, ਮੰਦਰ ਸੋਵੇ ਪਟੰਬਰ ਦਾਨ। ਇਹ ਜਿਹੜੇ ਸਿਮਰਨਾ ਤੈਨੂੰ ਕਿਸੇ ਦੀ ਲੋੜ ਹੀ ਨਹੀਂ ਹੈ, ਕਿਸੇ ਦੇਵੀ ਦੇਵਤੇ ਦੀ ਲੋੜ ਹੀ ਨਹੀਂ ਹੈ, ਕਿਸੇ ਦੀ ਮਦਦ ਦੀ ਲੋੜ ਹੀ ਨਹੀਂ ਹੈ। ਹਾਂ, ਕਾਹੂ ਕੀ ਕਾਰਨ ਕੱਢਤੇ ਆਪਣੇ ਗੁਰ ਪ੍ਰਸਾਦੇ। ਕਿਸੇ ਚੀਜ਼ ਦੀ ਮਸ਼ੰਦਗੀ ਨਹੀਂ ਤੈਨੂੰ ਹੈ, ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ। ਜੇ ਸਿਮਰਨ ਨਹੀਂ ਤੁਹੇ ਕਾਨ, ਮੰਦਰ ਸੋਵੇ ਪਟੰਬਰ ਦਾਨ। ਦੇ ਵਿੱਚ ਮਨ ਮੰਦਰ ਦੇ ਵਿੱਚ ਸੁੱਤਾ ਰਿਹਾ, ਪਟੰਬਰ ਤਾਣ ਕੇ ਸੱਚ ਦਾ ਪਰਦਾ ਲੈ ਕੇ, ਸੱਚ ਪਹਿਨ ਕੇ, ਪਟੰਬਰ ਕੀ ਹੈ? ਪਟ ਅੰਬਰ, ਸਾਰੇ ਅੰਬਰ ਦਾ। ਸਾਰਾ ਅੰਬਰ ਤਾਣ ਕੇ, ਅੰਬਰ ਨਾਲ ਜੁੜ ਕੇ ਰਹਿ। ਅੰਬਰ ਹੈ ਨਾ ਆਕਾਸ਼ ਨੂੰ, ਪਟੰਬਰ। ਹਾਂ, ਪਟ ਅੰਬਰ, ਅੰਬਰ ਰੂਪੀ ਪੜਦਾ, ਅੰਬਰ ਰੂਪੀ ਕੱਪੜਾ ਅੰਬਰ ਦਾ। ਆ ਕੱਪੜਾ ਜਿਹੜਾ ਮਾਇਆ ਵਾਲਾ ਲਾਤਾ ਹੁਣ, ਇਹ ਆਕਾਸ਼ ਨਾਲ ਜੁੜਿਆ ਰਹਿ, ਮਾਇਆ ਨਾਲ ਜੁੜ ਕੇ ਨਾ ਰਹਿ। ਹਿਰਦੇ ਟਿਕਾਇਆ, ਪਟੰਬਰ ਤਾਣਿਆ ਹੋਇਆ। ਸੇਜ ਸੁਖਾਲੀ ਬਿਕਸੇ ਜਿਉ, ਸੋ ਸਿਮਰਨ ਤੂੰ ਅਨਦਿਨ ਪੀਓ। ਹਿਰਦਾ ਜਿਹੜਾ ਸੇਜ ਆ, ਸੁਖਾਲੀ ਹੈ, ਸੁਖ ਹੈ ਉੱਥੇ। ਸੁਖਾਲੀ ਦਾ ਸੁਖ ਵਾਲੀ ਸੁਖ ਹੈ ਹਿਰਦੇ ਚ। ਬਿਕਸੇ ਜਿਉ ਜਿਹੜਾ ਹੈ ਬੜਾ ਖੁਸ਼ ਹੈ। ਨਾਨਕ ਭਗਤਾਂ ਸਦਾ ਬਗਾਸ, ਬਿਕਸੇ ਜਿਉ ਜੀ, ਮਨ ਖੁਸ਼ ਰਹੂਗਾ ਉੱਥੇ। ਸੋ ਸਿਮਰਨ ਤੂੰ ਅਨਦਿਨ ਪੀਓ। ਇਹ ਸਿਮਰਨ ਅਨਦਿਨ ਪੀਣਾ, ਇਹ ਹੈ ਇੱਥੇ ਨਾਮ ਅੰਮ੍ਰਿਤ ਮਿਲੂ। ਇਹ ਪੀਣਾ, ਇਹ ਸਿਮਰਨ ਤਾਂ ਪੀਣੇ ਵਾਲੀ ਗੱਲ ਹੈ। ਫਿਰ ਇਹਨਾਂ ਦੇ ਸਿਮਰਨ ਚ ਪੀਣ ਵਾਲੀ ਕਿਹੜੀ ਗੱਲ ਹੈ? ਇਹਨਾਂ ਦੇ ਸਿਮਰਨ ਵਿੱਚ ਪੀਣ ਵਾਲੀ ਦੱਸੋ ਕੀ ਗੱਲ ਹੈ? ਪੀਓ ਲਫ਼ਜ਼ ਕਿਉਂ ਲਿਖਿਆ? ਕੀ ਆ ਉੱਥੇ ਪੀਣ ਨੂੰ? ਇਹਨਾਂ ਦੇ ਧਰਿਆ ਹੁੰਦਾ ਗੜ ਵਿੱਚ ਪਾਣੀ, ਰਾੜੇ ਵਾਲੇ ਦਾ ਬਰਾਬਰ ਗੜਬਾ ਹੁੰਦਾ ਸੀ ਪਾਣੀ, ਉਹ ਪੀ ਲੈਂਦਾ ਸੀ ਚੱਕ ਕੇ। ਕਹਿੰਦਾ ਉਹਦੇ ਚ ਸਿਮਰਨ ਅਸਰ ਕਰਦਾ, ਮੈਂ ਪਾਣੀ ਪੀ ਲਿਆ। ਅੰਦਰ ਅਸਰ ਨਹੀਂ ਹੋਇਆ ਸਿਮਰਨ ਦਾ। ਇਹਦਾ ਨਾ ਮੂੰਹ ਚ ਸੀ ਸਿਮਰਨ, ਤੇਰੇ ਅੰਦਰ ਨਹੀਂ ਸੀ। ਘੜੇ ਚ ਵੀ ਪਾਣੀ ਐਸੇ ਕਰਕੇ ਰੱਖਦੇ ਸੀ। ਘੜੇ 'ਚ ਵੀ ਪਾਣੀ ਤਾਂ ਹੀ ਰੱਖਦੇ ਨੇ ਕੁੰਭ ਦੇ ਵਿੱਚ। ਉਹ ਤਾਂ ਚਲੋ ਉਹਨਾਂ ਵਾਸਤੇ ਰੱਖਦੇ ਨੇ ਜਿਹੜੇ ਬਿਲਕੁਲ ਸ਼ਰਧਾਵਾਨ ਹੈ, ਉਹਦੀ ਪਬਲਿਕ ਵਾਸਤੇ। ਇਹ ਤਾਂ ਜਿਹੜਾ ਭਗਤੀ ਕਰਦਾ ਉਹਦੇ ਵਾਸਤੇ, ਉਹਨੂੰ ਤਾਂ ਕਮ ਤੋਂ ਕਮ ਗਿਆਨ ਚਾਹੀਦਾ। ਨਿਆਣੇ ਨੂੰ ਆਪਾਂ ਟੌਫੀ ਦਿੰਦੇ ਹਾਂ ਪਹਿਲਾਂ ਸਕੂਲ ਜਾਣ ਦੇ ਵਿੱਚ, ਸਕੂਲ ਵਾਲੇ ਉਹਦਾ ਜੀ ਲਾਉਣ ਵਾਸਤੇ ਦਿੰਦੇ ਹਾਂ।
ਟੌਫੀ ਤਾਂ ਸਾਨੂੰ ਪਤਾ ਵੀ ਟੌਫੀ ਗਲਤ ਹੈ, ਕਹਾਂ ਜਾ ਕੇ ਉਹਨੂੰ ਸਮਝਾ ਦੇਣਾ ਵੀ ਟੌਫੀ ਨਹੀਂ ਖਾਈ ਦੀ ਹੁੰਦੀ। ਉਹ ਤਾਂ ਦੇਣਾ ਘੜੇ ਦਾ ਪਾਣੀ, ਇਹ ਕਹਿੰਦੇ ਨੇ ਘੜਾ ਕਿਉਂ ਰੱਖਿਆ, ਇਹ ਤਾਂ ਮੂਰਖ ਨੇ। ਟੌਫੀ ਕਿਧਰ ਨੇ ਨਿਆਣੇ ਨੂੰ ਪਹਿਲਾਂ, ਫਿਰ ਛਡਾਉਣੀ ਉਹ ਤਾਂ ਟੌਫੀ ਹੈ। ਉਹ ਮੂਰਖ ਨੇ ਸਾਰੇ ਜਿਹੜੇ ਇਹ ਗੱਲਾਂ ਕਰ, ਕਈ ਗੱਲਾਂ ਅਸੀਂ ਜਾਣ ਬੁੱਝ ਕੇ ਕਰਦੇ ਹਾਂ, ਫਿਰ ਸਿਆਣਾ ਹੋਏ ਨੂੰ ਆਪੇ ਪਤਾ ਲੱਗ ਜਾਂਦਾ ਉਹਨੂੰ। ਨਿਆਣੇ ਨੂੰ ਖਿਡੌਣੇ ਲੱਗੇ ਦਿੰਦੇ, ਸਾਰੀ ਜ਼ਿੰਦਗੀ ਉਹ ਖਿਡੌਣੇ ਨਾਲ ਖੇਲਦਾ ਕਿਤੇ। ਉਹ ਸਕੂਲਾਂ 'ਚ ਵੀ ਖਿਡੌਣੇ ਨੇ, ਛੋਟੇ ਜਿਹੜੇ ਬੱਚੇ ਨੇ ਬਹੁਤੇ, ਉਹ ਨਿਆਣੇ ਨਹੀਂ ਉੱਥੇ ਮਾਂ ਬਾਪ ਦੇ ਨਾਲ ਰਹਿੰਦੇ ਜਾ ਕੇ। ਕੜਾ ਪ੍ਰਸ਼ਾਦ ਦਿੰਦੇ ਗੁਰਦੁਆਰੇ, ਕਿਉਂ ਦਿੰਦੇ ਨੇ, ਕਿਉਂ ਦਿੰਦੇ ਨੇ? ਤਾਂ ਕੱਲ ਨੂੰ ਕਹਿ ਦੇਣਗੇ ਕੜਾ ਪ੍ਰਸ਼ਾਦ ਦੀ ਲੋੜ ਨਹੀਂ ਹੈ, ਕੁਝ ਵੀ ਕਹਿ ਸਕਦੇ ਨੇ, ਇਹਦੀ ਵੀ ਕੀ ਲੋੜ ਹੈ? ਫਿਰ ਕੁਝ ਚੀਜ਼ਾਂ ਦੀ ਲੋੜ ਹੁੰਦੀ ਹੈ, ਪਰ ਉਹ ਗੱਲ ਹੋਰ ਹੈ। ਉਹ ਸ਼ੁਰੂਆਤੀ ਜਦੋਂ ਆਦਮੀ ਬਿਲਕੁਲ ਅਗਿਆਨੀ ਹੈ, ਉਹਨੂੰ ਇੱਧਰ ਲਾਉਣ ਵਾਸਤੇ, ਜਿਵੇਂ ਕਹਿੰਦੇ ਫਰੀਦ ਦੀ ਮਾਂ ਦੇ ਸਰਾਣੇ ਗੁੜ ਰੱਖ ਦਿੰਦੀ ਸੀ, ਕਹਿੰਦੇ ਨੇ ਨਾ ਵੀ ਤੂੰ ਭਗਤੀ ਕਰ, ਅੱਲਾ ਤੈਨੂੰ ਗੁੜ ਦਊਗਾ। ਕਹਿੰਦਾ ਅੱਲਾ ਤੋਂ ਕੁਝ ਮਿਲਦਾ, ਕੀ ਮਿਲਦਾ? ਗੁੜ ਮਿਲਦਾ। ਨਿਆਣੇ ਗੁੜ ਖਾ ਕੇ ਰਾਜੀ ਹੁੰਦੇ ਨੇ। ਸਾਖੀ ਜੋੜੀ ਹੈ ਵੀ ਉਹਦੇ ਉੱਥੇ ਜਦ ਉਹਨੇ ਬਹਿ ਜਾਣਾ ਭਗਤੀ ਤੇ, ਉਹਦੇ ਚਟਾਈ ਥੱਲੇ ਉਹਨੇ ਰੋੜੀ ਰੱਖ ਦੇਣੀ ਗੁੜ ਦੀ। ਉਹ ਕਹਿੰਦੇ ਅੱਲਾ ਨੇ ਗੁੜ ਦੇਤਾ ਮੈਨੂੰ, ਕਹਿੰਦੇ ਹਾਂ ਦੇਖਦਾ ਚਟਾਈ ਚੱਕ ਕੇ ਹੋਊਗਾ, ਉਹਨੇ ਦੇਖਣਾ ਚਟਾਈ, ਉਹਨੂੰ ਪਰ ਵਿਸ਼ਵਾਸ ਹੋ ਗਿਆ ਵੀ ਸੱਚੀ ਅੱਲਾ ਗੁੜ ਦਿੰਦਾ। ਨਿਆਣਾ ਹੈ ਨਾ, ਨਿਆਣੇ ਦਾ ਵਿਸ਼ਵਾਸ ਹੋ ਗਿਆ। ਪਹਿਲਾਂ ਉਹਨੂੰ ਵਿਸ਼ਵਾਸ ਕਿਵੇਂ ਦੌਣ? ਉਹ ਗੱਲ ਹੋਰ ਹੈ। ਪੰਜ ਆ ਉਹਨੂੰ ਪਤਾ ਲੱਗ ਗਿਆ ਵੀ ਗੱਲ ਕੀ ਹੈ, ਪਰ ਲੱਗਦਾ ਗਿਆ ਨੂੰ ਦੂਏ ਪਾਸੇ। ਜਦ ਉਹਨੂੰ ਨਸ਼ਾ ਲੱਗ ਗਿਆ, ਫੀਮ ਕੌੜੀ ਲੱਗਦੀ ਹੈ ਸਭ ਨੂੰ ਪਹਿਲਾਂ, ਵਜਾ ਖਾਣ ਲੱਗ ਜਾਵੇ ਫਿਰ ਛੁੱਟਦੀ ਨਹੀਂ। ਇਹੀ ਹੈ ਨਾਮ ਦਾ ਨਸ਼ਾ, ਪਹਿਲਾਂ ਲਾਉਣਾ ਹੋਰ ਤਰੀਕੇ ਨਾਲ ਹੈ, ਫਿਰ ਛੁੱਟਦਾ ਆਪੇ ਨਹੀਂ। ਪਹਿਲਾਂ ਲੱਗਦਾ ਨਹੀਂ ਹੈ, ਲਾਉਣਾ ਕਿਵੇਂ ਉਹ ਗੱਲ ਹੋਰ ਹੈ, ਛੁੱਟਦਾ ਤਾਂ ਫਿਰ ਆਪੇ ਨਹੀਂ ਜੇ ਲੱਗ ਜਵੇ। ਕਈ ਗੱਲਾਂ ਲਾਉਣ ਵੇਲੇ ਲਾਈ ਦੀਆਂ ਕਿਵੇਂ ਹੁੰਦੀਆਂ। ਹਜ਼ੂਰ ਸਾਹਿਬ ਗਏ, ਕੜੇ ਲਿਆਉਂਦੇ ਹੁੰਦੇ ਤੇ ਸਿਆਣੇ ਆਦਮੀ, ਇੱਕ ਕੜਾ ਦੇ ਦਿੱਤਾ, ਕਿਰਪਾਨ ਦੇ ਦਿੱਤੀ, ਕਹਿੰਦੇ ਇਹਨੂੰ ਝੂਠੇ ਹੱਥ ਨਹੀਂ ਲਾਉਣੇ ਕੜੇ ਨੂੰ। ਦੇਖੋ ਨਾ, ਸ਼ਰਧਾ ਪੈਦਾ ਕਰਤੀ ਉਹਦੇ ਅੰਦਰ, ਕਿਰਪਾਨ ਦੇ ਕੇ ਸ਼ਰਧਾ ਪੈਦਾ ਕਰਤੀ ਉਹਦੇ ਅੰਦਰ। ਲੈ ਵੀ ਹੁਣ ਤੈਨੂੰ ਕੜਾ ਦੇ ਦਿੱਤਾ ਤਾਂ ਚੋਰੀ ਨਹੀਂ ਕਰਨੀ। ਉਹ ਕੜਾ ਕਿਹੜਾ ਹੱਥ ਫੜਦਾ ਤੇਰਾ? ਕੁਛ ਉਸ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਨੇ ਜਿਹੜੀਆਂ ਇੱਧਰ ਲਾਉਣ ਵਾਲੀਆਂ ਨੇ। ਫਿਰ ਜਾਣਾ ਹੋ ਕੇ ਆਪੇ ਛੱਡ ਦਿੰਦਾ, ਗਾਂ ਕੁਰਬਾਨੀ ਆਪੇ ਛਡਾ ਦਿੰਦੀ ਹੈ। ਪਰ ਜੇ ਸਾਰੀ ਜ਼ਿੰਦਗੀ ਇਹੀ ਫੜ ਰੱਖੇ, ਇਹ ਗੱਲ ਵੀ ਗਲਤ ਹੈ। ਅਸੀਂ ਤਾਂ ਸਾਰੀ ਜ਼ਿੰਦਗੀ ਕੁਰਬਾਨ ਫੜ ਲਈ, ਛੱਡਦੇ ਹੀ ਨਹੀਂ। ਸਾਰੀ ਜ਼ਿੰਦਗੀ ਮਾਲਾ ਫੜ ਲਈ, ਛੱਡਦੇ ਹੀ ਨਹੀਂ। ਪਹਿਲੀ ਸਟੇਜ ਦੀ ਗੱਲ ਮਾਲਾ ਹੋ ਸਕਦੀ ਹੈ, ਪਰ ਸਾਰੀ ਜ਼ਿੰਦਗੀ ਵਾਸਤੇ ਨਹੀਂ। ਜਿਹੜੇ ਸਾਰੀ ਜ਼ਿੰਦਗੀ ਆਪ ਸੰਤ ਮਾਲਾ ਫੇਰਦੇ ਨੇ, ਫਿਰ ਬ੍ਰਹਮ ਗਿਆਨੀ ਕਿਵੇਂ ਹੋ ਗਏ? ਬ੍ਰਹਮ ਗਿਆਨੀ ਤਾਂ ਆਪ ਪਰਮੇਸ਼ਰ ਹੈ। ਉਹ ਬ੍ਰਹਮ ਗਿਆਨੀ ਨੇ ਪਰਮੇਸ਼ਰ ਕਿਹਦੀ ਮਾਲਾ ਫੇਰਦਾ ਹੁੰਦਾ? ਉਹ ਕਿਹਦੀ ਭਗਤੀ ਕਰਦੇ ਨੇ? ਉਹ ਮਾਲਾ ਵੀ ਫੇਰੀ ਜਾਂਦੇ ਹੋ, ਬ੍ਰਹਮ ਗਿਆਨੀ ਵੀ ਕਹਾਈ ਜਾਂਦੇ ਹੋ। ਇੱਥੇ ਫਸੇ ਨੇ ਸਾਰੇ। ਇਹ ਤਾਂ ਸਾਫ਼ ਹੈ ਵੀ ਪਖੰਡ ਹੈ। ਤੁਹਾਡੀ ਭਗਤੀ ਪੂਰੀ ਨਹੀਂ ਹੋਈ ਜੇ ਮਾਲਾ ਫੇਰਦੇ ਹੋ। ਜੇ ਭਗਤੀ ਪੂਰੀ ਨਹੀਂ ਹੋਈ, ਬ੍ਰਹਮ ਗਿਆਨੀ ਵੀ ਨਹੀਂ ਹੋ ਤੁਸੀਂ। ਪੂਰੀ ਭਗਤੀ ਨਹੀਂ ਹੋਈ ਤਾਂ ਬ੍ਰਹਮ ਗਿਆਨੀ ਨਹੀਂ ਹੈਗੇ। ਫਿਰ ਉਹ ਬ੍ਰਹਮ ਗਿਆਨੀ ਵੀ ਕਹਿੰਦੇ ਹੋ ਤੁਸੀਂ, ਮਾਲਾ ਵੀ ਫੇਰੀ ਜਾਂਦੇ ਹੋ। ਇਹ ਜੇ ਲੋਕ ਪਾਗਲ ਨੇ ਜਿਹੜੇ ਉਹਨਾਂ ਨੂੰ ਕਹੀ ਜਾਂਦੇ ਨੇ। ਲੋਕ ਬ੍ਰਹਮ ਗਿਆਨੀ ਕੀ ਗੱਦ ਬ੍ਰਹਮ ਗਿਆਨੀ ਜਾਣ। ਜਿਹੜੇ LLB ਦੀ ਡਿਗਰੀ ਦਿੰਦੇ ਨੇ ਇਮਤਿਹਾਨ ਲੈਣ ਵਾਲੇ, LLB ਵਾਲਿਆਂ ਨੂੰ ਸਿਆਣੇ ਹੁੰਦੇ ਨੇ। ਉਹ ਇਮਤਿਹਾਨ ਲੈਣ ਵਾਲਾ ਉਹਦੇ ਨਾਲ ਕੁਆਲੀਫਾਈਡ ਹੁੰਦਾ ਹੈ। ਜਿਹੜੇ ਬ੍ਰਹਮ ਗਿਆਨੀ ਕਹਿੰਦੇ ਨੇ ਉਹ ਕੁਆਲੀਫਾਈਡ ਹੈਗੇ ਨੇ ਉਹਦੇ ਨਾਲ। ਇਹਦਾ ਮਤਲਬ ਉਹਦੇ ਨਾਲ ਜਿਨ੍ਹਾਂ ਨੇ ਬ੍ਰਹਮ ਗਿਆਨੀ ਕਿਹਾ ਉਹ ਤਾਂ ਮੂਰਖੰਦ ਘੋਰ ਨੇ। ਇਹਦਾ ਮਤਲਬ ਸੰਤ ਵੀ ਉਦੋਂ ਮੂਰਖੰਦ ਘੋਰ ਨੇ। ਸੰਤ ਉਹਨਾਂ ਨੂੰ ਵੀ ਭੈੜੇ ਨੇ ਜਿਹੜੇ ਕਹਿਣ ਵਾਲੇ ਨੇ, ਕਿ ਉਹਨਾਂ ਦੇ ਅੰਦਰ ਸ਼ਰਧਾ ਹੈਗੀ, ਇਹਦੇ ਸ਼ਰਧਾ ਵੀ ਹੈ ਨਹੀਂ।
ਇਹਨੂੰ ਬ੍ਰਹਮ ਗਿਆਨੀ ਕਹਿਣ ਵਾਲੇ ਸ਼ਰਧਾਵਾਨ ਨੇ। ਠੱਗ ਨਹੀਂ ਜਿੱਡਾ ਵੱਡਾ ਇਹ ਠੱਗ ਹੈ ਕਹਾਉਣ ਵਾਲਾ, ਇਹਨਾਂ ਨੂੰ ਘਟ ਗਿਆ ਸਾਰਿਆਂ ਨੂੰ। ਉਹ ਠੱਗ ਤਾਂ ਹੈਗੇ ਨਹੀਂ, ਸ਼ਰਧਾਵਾਨ ਤਾਂ ਹੈ। ਉਹ ਕੋ ਦਿੰਦੇ ਨੇ ਲੈਂਦੇ ਨਹੀਂ, ਇਹ ਲੈ ਕੇ ਹਜਮ ਕਰੀ ਜਾਂਦਾ। ਹਾਂਜੀ, ਜੈ ਸਿਮਰਨ ਤੇਰੀ ਜਾਏ ਬੁਲਾਏ, ਜੇ ਸਿਮਰਨ ਤੁਝ ਪੋਹੇ ਨਾ ਮਾਏ। ਬਲਾਏ ਕੀ ਹੈ? ਇਹ ਕਲਪਨਾ ਬਲਾ ਨਾਲ ਪਈ ਹੋਈ ਆ ਸਾਡੇ। ਜਿਹੜੀ ਕਲਪਨਾ ਸ਼ੁਰੂ ਤਾਂ ਗੱਲ ਨਹੀਂ, ਇਹ ਕਲਪਨਾ ਉਹ ਭੂਤ ਹੈ ਜਿਹੜਾ ਬੋਤਲ 'ਚ ਬਾਹਰ ਦਾ ਕੱਢ ਲਿਆ, ਹੁਣ ਬੋਤਲ 'ਚ ਨਹੀਂ ਪੈਂਦਾ ਮੁੜ ਕੇ। ਮਨ ਦੇ ਵਿੱਚ ਇੱਛਾਵਾਂ ਪੈਦਾ ਤਾਂ ਹੋ ਗਈਆਂ, ਹੁਣ ਇੱਛਾਵਾਂ ਦਾ ਬੂਤ ਵਿੱਚ ਨਹੀਂ ਬੰਦ ਹੁੰਦਾ, ਹੈ ਡਾਟ ਨਹੀਂ ਲੱਗਣ ਦਿੰਦਾ। ਇਹ ਬਲਾ ਗਲ ਪੈ ਗਈ। ਜਿਹੜੀਆਂ ਲੋੜਾਂ ਨੂੰ ਅਸੀਂ ਭੁੱਖ ਬਣਾ ਲਿਆ, ਇਹ ਭੁੱਖ ਬਲਾ ਗਲ ਪੈ ਗਈ। ਹੁਣ ਸਾਡੇ ਭੁੱਖ ਪੂਰੀ ਨਹੀਂ ਹੁੰਦੀ। ਇਹ ਭੁੱਖ ਜਿਹੜੀ ਹੈ ਨਸ਼ਟ ਹੋ ਜੂਗੀ, ਬਲਾ ਜਿਹੜੀ ਗੱਲ ਪਈ ਹੈ ਤੇਰੇ। ਇਹ ਸਿਮਰਨ ਨਾਲ ਤੇਰੀ ਜਾਏ ਬੁਲਾਏ, ਇਹ ਜਿਹੜੀਆਂ ਮਨ ਦੀਆਂ ਇੱਛਾਵਾਂ ਨੇ ਬਲਾ ਹੈ ਤੇਰੇ ਗੱਲ ਪਈ ਹੋਈ, ਇਹ ਦੂਰ ਹੋ ਜੂਗੀ। ਜੇ ਸਿਮਰਨ ਤੁਝ ਪੋਹੇ ਨਾ ਮਾਏ। ਮਾਇਆ ਪੋ ਵੀ ਨਹੀਂ ਸਕਦੀ ਤੇ ਨਿਸ਼ੁਭ ਨਹੀਂ ਸਕਦੀ ਮਾਇਆ। ਮਾਇਆ ਦਾ ਕੋਈ ਪ੍ਰਭਾਵ ਤੇਰੇ ਤੇ ਪੈ ਹੀ ਨਹੀਂ ਸਕਦਾ, ਇੱਥੇ ਪੋ ਨਹੀਂ ਸਕਦੀ ਮਾਇਆ ਸਿਮਰਨ ਇਸ ਨਾਲ। ਜੇ ਮਾਇਆ ਦਾ ਇਹਦੇ ਤੇ ਅਸਰ ਹੈ, ਮਾਲਾ ਵਾਲਾ ਕੋਈ ਸੰਤ ਨਹੀਂ ਜਿਹਦੇ ਮਾਇਆ ਦਾ ਅਸਰ ਨਾ ਹੋਵੇ। ਜੇ ਮਾਇਆ ਦਾ ਅਸਰ ਉਹ ਸਿਮਰਨ ਹੈ ਨਹੀਂ। ਪੋਹੇ ਨਾ ਮਾਇਆ ਲਿਖਿਆ ਹੋਇਆ, ਮਾਇਆ ਨਹੀਂ ਬੋਲਦੀ। ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਆਦਮੀ ਤੇ ਜਿਹੜਾ ਸਿਮਰਨ ਕਰਦਾ। ਜੇ ਮਾਇਆ ਦਾ ਪ੍ਰਭਾਵ ਹੈ, ਮਾਇਆ ਦੀ ਭੁੱਖ ਹੈ, ਮਾਇਆ ਦੀ ਚਿੰਤਾ ਹੈ, ਦੁਨੀਆ ਦੇ ਜਾਸਾ ਬਜਾਸ ਦੀ ਚਿੰਤਾ ਹੈ, ਫਿਰ ਉਹ ਸਿਮਰਨ ਨਹੀਂ ਹੈ। ਸਿਮਰਨਾ ਨਹੀਂ ਹੈ। ਬਲਾ ਕਿਉਂ ਨਹੀਂ ਗਈ ਤੇਰੀ? ਕਿਉਂ ਨਹੀਂ ਗਈ? ਜੇ ਬਲਾ ਨਹੀਂ ਗਈ, ਸਿਮਰਨ ਨਹੀਂ ਹੈ। ਯਾਨੀ ਜਿਹੜਾ ਸੰਸਾਰ ਦਾ ਸਿਮਰਨਾ ਛੱਡਿਆ ਹੀ ਨਹੀਂ ਕਿਸੇ ਪੱਖ ਤੋਂ, ਸਾਰੇ ਪੱਖਾਂ ਤੋਂ ਕਤਲ ਕਰਕੇ ਰੱਖਤਾ ਉਹਦਾ। ਕਿਸੇ ਪੱਖ ਤੋਂ ਕਬੀਰ ਨੇ ਸਿਮਰਨ ਡੁਪਲੀਕੇਟ ਨੂੰ ਰਹਿਣੇ ਨਹੀਂ ਦਿੱਤਾ। ਉਹ ਸ਼ਬਦ ਜਿਹੜਾ ਗੁਰਬਾਣੀ ਦਾ, ਇਹ ਸ਼ਬਦ ਕਬੀਰ ਦਾ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਵਾਸਤੇ ਰੱਖਿਆ। ਇਹ ਸ਼ਬਦ ਨੂੰ ਛੱਡ ਕੇ ਬਾਵਜੂਦ ਇਹ ਸ਼ਬਦ ਦੇ ਇਹ ਸੰਤ ਫੇਰ ਆਵੜੇ ਸਿਮਰਨ ਉਹੀ ਡੁਪਲੀਕੇਟ ਜੀ ਤੇ ਕਬੀਰ ਖਿਲਾਫ ਬੋਲਦਾ। ਅੱਜ ਸਾਡੇ ਚ ਵੜਤਾ ਲਿਆ ਕੇ ਸ਼ਬਦ ਵੀ ਸਾਡੇ ਕੋਲ ਪਿਆ, ਪ੍ਰਚਾਰ ਇਹਦਾ ਨਹੀਂ ਕਰਦੇ। ਸ਼ਬਦ ਦਾ ਕਿਉਂ ਨਹੀਂ ਕਰਦੇ? ਉਹਨਾਂ ਦੇ ਖਿਲਾਫ ਹੈ। ਕਾਹਦੇ ਕਰਨ? ਜਿਹੜੇ ਸਿਮਰਨ ਦਾ ਉਹ ਪ੍ਰਚਾਰ ਕਰਦੇ ਨੇ ਉਹਦੇ ਖਿਲਾਫ ਗੁਰਬਾਣੀ ਹੈ। ਇਹਨੂੰ ਹਾਈਲਾਈਟ ਕਿਉਂ ਨਹੀਂ ਕੀਤਾ? ਉਹਨਾਂ ਦੇ ਖਿਲਾਫ ਸੀ। ਇਹਦਾ ਮਤਲਬ ਆ ਇਹ ਸੰਤ ਗੁਰਮਤਿ ਨੂੰ ਉਲਟੇ ਰਾਹ ਪਾਉਣ ਵਾਸਤੇ ਵਿੱਚ ਬੜੇ ਤੇ ਵੀ ਸਿੱਧੇ ਰਾਹ ਹੁਣੇ ਪਏ ਨਾ ਜਾਵੇ। ਜੇ ਸਿੱਧੇ ਰਾਹ ਪੈ ਗਈ ਸਾਡੀ ਠੱਗੀ ਠੋਰੀ ਉਦਣੇ ਖਤਮ ਹੋ ਜੂ। ਇਹਨਾਂ ਨੇ ਬਹੁਤ ਬੜਾ ਅਪਰਾਧ ਕੀਤਾ ਹੈ। ਇਹ ਅਪਰਾਧ ਦਾ ਫਲ ਇਹਨਾਂ ਨੂੰ ਮਿਲੂਗਾ ਹੁਣ ਜ਼ਰੂਰ। ਇਹ ਅਪਰਾਧ ਇਹਨਾਂ ਦੇ ਗਲ ਪੈ ਜਾਣਾ ਹੁਣ ਉਲਟਾ। ਇਹ ਹੈਗੀ ਗੱਲ ਗੁਰਮਤਿ ਅਨੁਸਾਰ। ਹੋਰ ਜਿਹੜੇ ਕਹਿੰਦੇ ਨੇ ਜਕਾਰਾਂ ਲੈ ਲਿਆ, ਉਹ ਲੈ ਲਿਆ, ਉਹ ਬਕਵਾਸ ਹੈ। ਉਹ ਜੀ ਲਾਲ ਬੱਤੀ ਲਾ ਲਈ, ਲਾ ਲਈ, ਇਹਦੀ ਲੋੜ ਨਹੀਂ ਸੀ ਸਾਨੂੰ ਇਹਨਾਂ ਗੱਲਾਂ ਦੀ ਕਰਨ ਦੀ। ਇਹ ਘਟੀਆਂ ਗੱਲਾਂ ਨੇ। ਅਸੀਂ ਚੋਰ ਨੂੰ ਸੰਨ ਦੇ ਉੱਤੇ ਫੜੋ ਜਾਂ ਸੰਨ ਵਾਲੇ ਆ ਨਾ ਚੋਰ। ਗੁਰਮਤਿ ਨੂੰ ਕੀ ਨੁਕਸਾਨ ਇਹਨਾਂ ਨੇ ਪਹੁੰਚਾਇਆ, ਗੱਲ ਇਹ ਲੱਭੋ। ਜਿਹੜਾ ਕੁਛ ਇਹ ਕਰ ਰਹੇ ਨੇ ਗੁਰਮਤਿ ਦੇ ਖਿਲਾਫ ਹੈ। ਜਿਹੜੇ ਕਹਿੰਦੇ ਨੇ ਅਸੀਂ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜ ਰਹੇ ਹਾਂ, ਸਭ ਬਕਵਾਸ ਕਰਦੇ ਨੇ, ਆਪਣੇ ਨੂੰ ਜੋੜ ਰਹੇ ਨੇ। ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ ਤੁਸੀਂ। ਜੋ ਸਾਡਾ ਪ੍ਰਚਾਰ ਹੈ ਗੁਰੂ ਤੋਂ ਖਿਲਾਫ ਕਰ ਰਿਹਾ, ਗੁਰਬਾਣੀ ਤੋਂ ਖਿਲਾਫ ਕਰ ਰਿਹਾ। ਬਾਣੀ ਗੁਰੂ ਹੈ। ਪ੍ਰਚਾਰ ਤੁਹਾਡਾ ਸੰਗਤ ਨੂੰ ਗੁਰਬਾਣੀ ਨੂੰ ਤੋੜ ਰਿਹਾ ਹੈ। ਤੁਸੀਂ ਕਹਿ ਰਹੇ ਹੋ ਅਸੀਂ ਜੋੜ ਰਹੇ ਹਾਂ। ਇਹ ਬਲੈਕਮੇਲਿੰਗ ਹੈ ਤੁਹਾਡੀ। ਹੁਣ ਤੁਹਾਨੂੰ ਜਵਾਬ ਦੇਣਾ ਬਹੁਤ ਸੰਗਤ ਵਿੱਚ ਇਸ ਗੱਲ ਦਾ ਕਿ ਤੁਸੀਂ ਜੋੜ ਰਹੇ ਹੋ ਜਾਂ ਤੋੜ ਰਹੇ ਹੋ। ਹੁਣ ਤੁਸੀਂ ਕੀ ਕੀਤਾ? ਜਵਾਬ ਦਿਓ। ਗੁਰਬਾਣੀ ਸਾਡੇ ਕੋਲ ਮੌਜੂਦ ਹੈ, ਇਹਦੇ ਵਿਚਾਰ ਕੇ ਅਰਥ ਕਰੋ ਜਾਂ ਤਾਂ ਗਲਤੀ ਮੰਨੋ, ਸਿੱਧੇ ਹੋ ਕੇ ਪ੍ਰਚਾਰ ਸਿੱਧਾ ਕਰੋ,
नहीं धोती टिक्का अपना लैके कछहरे ला के कड़े कोड़े ला के जा रड़ो उन्होंने हिंदू संतां जिधरों आए उधर चले जाओ वापस। संत समाज और संत मत गुरमत ना ਇਹਦਾ कोई लेना देना नहीं, ना संत समाज का ਸਤ ਮਤ ना संत मत का, गुरमत ना कोई लेना देना नहीं ਇਹਦਾ। जे तुसीं ये रखनी है तो कछहरे ला के किरपाना ला के धोती टिक्का लैके निकल जाओ इत्थों बाहर। कपड़े चाहे चिट्टे रखो चाहे काले पा लो चाहे नीले पा लो, जेड़े मर्जी पा लो। नीले मुसलमानों ने वो पा लो, काले पा लो चिट्टे पा लो, सानू कोई रौला नहीं। पर गंद हुण नहीं असीं रहण देना विच, गंद नहीं रहण देना है विच। सिमर सिमर हर हर मन गाइए। सिख बनाए ने या खालसा बनाया गुरु ने? सिख अमरदारी होवे चाहे ना होवे कोई लोड़ नहीं। सिख वास्ते नाम अमृत है शुरू से ही। जेड़े सिख ने, सिख सिद्धि भी ने, सारे सिद्धि सिख ने, गुरु नाल जुड़े हुए ने, वो गुरबाणी नाल जुड़े हुए। चल जे उन्होंने को अर्थ नहीं है तुसीं दे दिओ, तुहाडे कोल किहड़ा हैगे। सिख सारे मनने पैणे ने जो पहलां ते हैगे चले आउंदे ने। खालसा बनाया वो अलग है, खालसे दी गल वखरी है। खालसा वर्दी दा, खालसा तो फौज है, सिख सिविल है। सिविल जिवें सिविल और फौज का फर्क होंदा है, खालसे दा सिख का फर्क है। सारे फौजी नहीं होंदे, सिविल भी होंदी है। ਜਿਹੜੀ ਸਿੱਖੀ ਹੈ ਸਿਵਲ ਹੈ ਸਾਰੇ, ਜਾਂ ਤੇ ਫੌਜ ਤਿਆਰ ਕਰ ਲਈ ਜਾਂ ਤਾਂ ਖਾਲਸਾ, ਜਾਂ ਤੇ ਖਾਲਸਾ ਫੌਜ ਹੈ। ਖਾਲਸਾ ਫੌਜ ਹੈ, ਖਾਲਸੇ ਵਾਸਤੇ ਖਾਲਸਾ ਕਾਲਪੁਰਖ ਕੀ ਫੌਜ ਫੌਜ। ਜਿਹਨੇ ਖਾਲਸਾ ਬਣਾਇਆ ਉਹਨੇ ਖਾਲਸੇ ਦਾ ਡੈਫੀਨੇਸ਼ਨ ਵੀ ਲਿਖੀ ਹੈ। ਤੇ ਸਿਵਲ ਦੇ ਬਿਨਾਂ ਫਿਰ ਫੌਜ ਕਿਵੇਂ ਬਣੂ? ਸਿਵਲ ਦਾ ਆਪਣਾ ਰੋਲ ਹੁੰਦਾ, ਫੌਜ ਦਾ ਆਪਣਾ ਰੋਲ ਹੁੰਦਾ, ਦੋਏ ਹੁੰਦੀਆਂ ਨੇ। ਦੋਵਾਂ ਬਿਨਾਂ ਗੱਡੀ ਚੱਲਦੀ ਹੋਣੀ ਹੈ। ਹਾਂਜੀ। सिमर सिमर हर हर मन गाइए। ਇਹ ਸਿਮਰਨ ਸਤਿਗੁਰ ਦੇ ਪਾਈ ਹੈ। सिमर सिमर हर हर मन गाइया। ज्यों ज्यों सिमरन होगा त्यों त्यों गुण गायन होगा होर होर। देखो जो दसम पातशाह ने नाम ਉਹਦੇ ਰੱਖੇ ਨੇ, ਦੱਸੇ ਨੇ, ਉਹ ਆਦ ਵਿੱਚ ਨਹੀਂ ਹੈ। ਸਿਮਰਨ ਕੀਤਾ ਨਾ, ਹੋਰ ਹੋਰ ਚੇਤਾ ਆਉਂਦਾ ਜਾਂਦਾ ਗਾਂ ਤੇ ਗਾਂ। ਜਿਉਂ ਜਿਉਂ ਗਿਆਨ ਵੱਧਦਾ ਜਾਂਦਾ ਹੈ, ਚੇਤਦਾ ਜਾਂਦਾ, ਨੌ ਨਵੇਂ ਤੇ ਨਵੇਂ ਆਉਂਦੇ ਜਾਂਦੇ ਨੇ। ਉਹਦੇ ਗੁਣ ਨੇ ਨੌ, ਜਿਹੜੇ ਜਿਹੜੇ ਗੁਣ ਦੇਖਦਾ ਹੈ, ਗੌਰ ਕਰਦਾ ਜਾਂ ਗੁਣ ਦੇਖਦਾ ਹੈ, ਉਹ ਜਿਹੇ ਨੌ ਆਈ ਜਾਂਦੇ ਨੇ। ਹਾਂਜੀ। ਇਹ ਸਿਮਰਨ ਸਤਿਗੁਰ ਦੇ ਪਾਈ ਹੈ। ਇਹ ਜਿਹੜਾ ਸਿਮਰਨ ਹੈ ਸਤਿਗੁਰ ਤੋਂ ਮਿਲਦਾ ਹੈ। ਆ ਜਿਹੜਾ ਉੱਪਰ ਸਾਰਾ ਸਿਮਰਨ ਦੱਸਿਆ ਇਹ ਮਿਲਦਾ ਸਤਿਗੁਰ ਤੋਂ। ਸਤਿਗੁਰ ਕੌਣ ਹੁੰਦਾ? ਸਤਿਪੁਰਖ ਜਿਹੜਾ ਜਾਣ ਲਵੇ ਉਹ ਸਤਿਗੁਰ ਹੁੰਦਾ। ਇਹਨਾਂ ਨੂੰ ਕਿਹੜੇ ਸਤਿਗੁਰ ਤੋਂ ਮਿਲਿਆ? ਸੰਤਾਂ ਨੂੰ ਇਹ ਸਿਮਰਨ, ਇਹ ਦੱਸਣ, ਉਹ ਸਤਿਗੁਰ ਦਾ ਨਾਮ ਦੱਸਣ। ਨਾਮਧਾਰੀਆਂ ਨੇ ਤਾਂ ਸਤਿਗੁਰ ਆਪਣਾ ਵੱਖਰਾ ਬਣਾ ਲਿਆ, ਉਹਨਾਂ ਦਾ ਪਤਾ ਸੀ ਨਾ, ਸਿੱਖਾਂ ਜੋ ਗਏ ਤੇ ਉਹਨਾਂ ਦਾ ਆਪਣਾ ਡੁਪਲੀਕੇਟ ਸਤਿਗੁਰ ਬਣਾ ਲਿਆ, ਸਤਿਗੁਰ ਲਫ਼ਜ਼ ਕੱਢ ਲਿਆ ਉਹਨਾਂ ਨੇ, ਉਹਦਾ ਅਲੱਗ ਗੱਲ ਹੈ। ਹੁਣ ਤੁਸੀਂ ਦੱਸੋ ਵੀ ਸਤਿਗੁਰ ਕਿਹੜਾ ਸੀ? ਉਹ ਇਹਨਾਂ ਦਾ ਸਤਿਗੁਰ ਕੋਈ ਹੁੰਦਾ ਨਹੀਂ। ਜਿਹੜੇ ਸਤਿਗੁਰ ਤੋਂ ਤੁਸੀਂ ਸਿਮਰਨ ਲੈਂਦਾ ਉਹਦਾ ਨਾਮ ਦੱਸੋ ਕੌਣ ਸੀ? ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤੋਂ ਇਸਕਾ ਨਾਮ ਸਤਿਗੁਰ ਉਹਨੂੰ ਕਹਿ ਸਕਦੇ ਜਿਹਨੇ ਸਤਿਪੁਰਖ ਜਾਣ ਲਿਆ ਹੋਵੇ। ਜਿੰਨਾ ਜਦ ਸਤਿਪੁਰਖ ਜੇ ਤੁਸੀਂ ਜਾਣ ਲਿਆ ਕਿਸੇ ਨੇ, ਜਿਹਦੋਂ ਸਿਮਰਿਆ, ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਸਤਿਪੁਰਖ ਬਾਰੇ। ਤੁਸੀਂ ਸਤਿਪੁਰਖ ਦੀ ਵਿਆਖਿਆ ਕਰੋ ਪਹਿਲਾਂ। ਜਿਹੜਾ ਤੁਹਾਨੂੰ ਸਤਿਪੁਰਖ ਦੱਸਿਆ ਉਹਨੇ ਕੀ ਹੁੰਦਾ ਹੈ, ਜਿੱਦੋਂ ਤੁਸੀਂ ਸਿਮਰਨ ਲਿਆ ਉਹਨੇ ਸਤਿਪੁਰਖ ਬਾਰੇ ਵੀ ਦੱਸਿਆ ਹੋ। ਸਤਿਪੁਰਖ ਦੀ ਵਿਆਖਿਆ ਕਰੋ। ਸਤਿਪੁਰਖ ਦੀ ਵਿਆਖਿਆ ਉਹ ਕਰ ਸਕਦਾ ਜਿਹੜਾ ਜਪ ਲਵੇ, ਸਮਝ ਲਵੇ, ਸਤਿਪੁਰਖ ਨੂੰ ਜਾਣ ਲਵੇ। ਸਤਿਪੁਰਖ ਜੇ ਨਾ ਜਾਣਿਆ, ਜਾਣਿਆ ਦਾ ਮਤਲਬ ਜਪ ਲਿਆ। ਜੇ ਜਪ ਲਿਆ ਪਹਿਲਾਂ, ਜਪੇ ਦੇ ਬਾਅਦ ਸਿਮਰਨ ਹੁਣ
ਸਤਿਪੁਰਖ ਦੀ ਵਿਆਖਿਆ ਕਰੋ। ਸਤਿਪੁਰਖ ਜਿਹੜਾ ਇੱਕ ਆ, ਉਹ ਇੱਕ ਦੇ ਵਿੱਚ ਵਿਆਖਿਆ ਸਤਿਪੁਰਖ ਦੀ ਵਿਆਖਿਆ, ਜਿਹੜੀ ਸ਼ੁਰੂ 'ਚ ਵਿਆਖਿਆ ਨਾ, ਉਹ ਸਤਿਪੁਰਖ ਦੀ ਵਿਆਖਿਆ। ਸਤਿਪੁਰਖ ਨਹੀਂ ਕੀਤੀ ਹੈ ਵਿਆਖਿਆ, ਸਤਿਪੁਰਖ ਜੇ ਜਾਣਿਆ। ਸਤਿਪੁਰਖ ਕੀ ਹੈ? ਇੱਕ ਹੈ, ਓਕਾਰ ਹੈ, ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਵੈਭੰ ਹੈ। ਸਤਿਪੁਰਖ ਦੀ ਵਿਆਖਿਆ ਹੈ ਨਾ। ਸਤਿਪੁਰਖ ਕੌਣ ਹੁੰਦਾ? ਜੋ ਹਮੇਸ਼ਾ ਰਹੇ, ਮਰਦਾ ਹੀ ਨਹੀਂ। ਅਕਾਲ ਮੂਰਤ ਹੈ ਨਾ, ਉਹਦੇ ਨਾਲ ਲੱਗਿਆ ਹੋਇਆ। ਸਤਿਪੁਰਖ ਹੈ ਹਮੇਸ਼ਾ ਰਹਿਣ ਵਾਲਾ ਪੁਰਖ, ਅਜੂਨੀ, ਅਕਾਲ ਮੂਰਤ, ਸਤਿਪੁਰਖ ਹੀ ਹੈ। ਇਹਦੀ ਵਿਆਖਿਆ ਕਰੋ। ਸਾਰੀ ਗੁਰਬਾਣੀ ਇਹਦੀ ਵਿਆਖਿਆ, ਇਹਦਾ ਦਰਸ਼ਨ ਕਰਾਓ। ਸਤਿਪੁਰਖ ਗੁਰਬਾਣੀ ਅਰਥਾ ਲਓਗੇ, ਦਰਸ਼ਨ ਹੋ ਜਾਊਗਾ। ਚੋਰੀ ਚੱਲਦੀ ਰਹੀ ਹੈ ਜਿੰਨਾ ਚਿਰ ਗਿਆਨ ਨਹੀਂ ਸੀ। ਜਦ ਕਬੀਰ ਨੂੰ ਗਿਆਨ ਹੋ ਗਿਆ, ਉਹਨੇ ਅੱਡ ਅੱਡ ਕਰਤੇ, ਹਰ ਕੇ ਸੰਤ ਅੱਡ ਕਰਤੇ, ਬਨਾਰਸ ਕੇ ਠੱਗ ਅੱਡ ਕਰਤੇ। ਸਾਬਤ ਹੋ ਚੁੱਕਿਆ ਤੁਸੀਂ ਬਨਾਰਸ ਕੇ ਠੱਗ ਹੋ। ਹੁਣ ਜਿਹੜਾ ਨਹੀਂ ਹੈ ਉਹ ਸਾਬਤ ਕਰੇ ਮੈਂ ਨਹੀਂ ਹਾਂ ਠੱਗ, ਬਾਕੀ ਠੱਗ ਨੇ। ਜਿਹੜਾ ਨਹੀਂ ਸੀ ਉਹ ਇਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਿਆ ਬਨਾਰਸ ਕੇ ਠੱਗਾਂ ਨੇ? ਕਹਾਂ ਦੀ ਗੱਲ ਇਹ ਹੈ, ਕਬੀਰ ਇੱਕ ਸੰਤ ਹੋਇਆ ਪਹਿਲਾਂ, ਸਭ ਤੋਂ ਹਰਕਾ ਸੰਤ ਕਬੀਰ ਹੋਇਆ, ਉਹ ਬਨਾਰਸ ਕੇ ਠੱਗਾਂ ਦੇ ਖਿਲਾਫ ਬੋਲ ਪਿਆ। ਗੁਰੂ ਨਾਨਕ ਹੋਇਆ, ਬਨਾਰਸ ਕੇ ਠੱਗਾਂ ਦੇ ਖਿਲਾਫ ਬੋਲਿਆ। ਜਿੰਨੇ ਭਗਤ ਹੋਏ ਬਨਾਰਸ ਕੇ ਠੱਗਾਂ ਦੇ ਖਿਲਾਫ ਬੋਲੇ। ਤੁਹਾਡੇ ਜੋ ਇੱਕ ਵੀ ਚੰਗਾ ਨਹੀਂ, ਜੇ ਚੰਗਾ ਹੁੰਦਾ ਤੁਹਾਡੇ ਹੀ ਖਿਲਾਫ ਬੋਲਦਾ। ਜੋ ਵਿਘਨ ਪਏ ਹੋਏ ਨੇ ਕਿਸੇ ਧਰਮ 'ਚ, ਜਿਹੜਾ ਉੱਥੇ ਗਿਆਨਮਾਨ ਪੈਦਾ ਹੁੰਦਾ, ਪਹਿਲਾਂ ਵਿਘਨ ਵੱਲ ਉਂਗਲ ਕਰਦਾ ਹੈ। ਵਿਘਨ ਪੈ ਗਏ ਨੂੰ ਦੂਰ ਕਰ ਲਓ। ਦੂਰ ਕਰਨ ਵਾਸਤੇ ਵਿਘਨ ਅਸੀਂ ਦੱਸੇ ਨੇ, ਨਿੰਦਿਆ ਕਰਨ ਵਾਸਤੇ ਨਹੀਂ ਦੱਸੇ। ਵਿਘਨ ਨਹੀਂ ਚਾਹੀਦੇ। ਸਿੱਖੀ ਦੀ ਚਿੰਤਾ ਕਰਦੇ ਹੋ, ਵਿਘਨ ਆਪ ਆਈ ਬੈਠੇ ਹੋ। ਸਿੱਖੀ ਦੀ ਚਿੰਤਾ ਕਰਨੀ ਜਾਇਜ਼ ਹੈ, ਹੋਣੀ ਵੀ ਚਾਹੀਦੀ ਹੈ। ਪਰ ਸਿੱਖੀ ਕਿਵੇਂ ਪੈਦਾ ਹੋਊਗੀ? ਵਿਘਨ ਦੂਰ ਕਰਕੇ ਹੀ ਹੋਊਗੀ। ਸਿੱਖੀ ਦੀ ਸਿਹਤਯਾਬੀ ਵਾਸਤੇ, ਸਿੱਖੀ ਦੀ ਤੰਦਰੁਸਤੀ ਵਾਸਤੇ ਸਾਰੇ ਵਿਘਨ ਦੂਰ ਕਰਨੇ ਪੈਣੇ। ਹਾਂਜੀ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਰਾਸ। ਆ ਦੇਖੋ, ਸਾਥ ਸਾਥ ਸਿਮਰੋ ਗੋਬਿੰਦ। ਗੋਬਿੰਦ, ਇਸੇ ਦੀ ਗੱਲ ਦੀ ਵਿਆਖਿਆ। ਇਹ ਗੱਲ ਤਾਂ ਕਬੀਰ ਨਹੀਂ ਕਹਿੰਦੀ ਸੀ। ਕੋਈ ਗੱਲ ਐਸੀ ਨਹੀਂ ਜਿਹੜੀ ਕਬੀਰ ਨੇ ਨਾ ਕਹੀ ਹੋਵੇ ਔਰ ਗੁਰਬਾਣੀ 'ਚ ਹੋਵੇ। ਸਦਾ ਸਦਾ ਸਿਮਰੋ ਦਿਨ ਰਾਤ। ਹੁਣ ਦਿਨ ਔਰ ਰਾਤ ਸਿਮਰੋ। ਉਠਤ ਬੈਠਤ ਸਾਸ ਕੀ ਗਰਾਸ। ਸੰਤ ਦਿਨ ਰਾਤ ਸਿਮਰਦੇ ਨੇ? ਸਿਮਰਿਆ ਜਾ ਸਕਦਾ ਏਦਾਂ? ਏਦਾਂ ਨਹੀਂ ਸਿਮਰਿਆ ਜਾ ਸਕਦਾ ਦਿਨ ਰਾਤ ਜਿਵੇਂ ਇਹ ਸਿਮਰਦੇ ਨੇ। ਉਠਤ ਬੈਠਤ ਸਾਸ ਗਰਾਸ, ਭਾਵੇਂ ਮੂੰਹ 'ਚ ਗਰਾਸ ਵੀ ਹੋਵੇ। ਉਹ ਮੂੰਹ ਦੇ ਵਿੱਚ ਗਰਾਸ ਕਿਵੇਂ? ਜੇ ਜੀਭ ਨਾਲ ਸਿਮਰਨਾ ਕਿਵੇਂ ਹੋ ਜਾਊਗਾ ਜੇ ਮੂੰਹ 'ਚ ਗਰਾਸ ਹੈ? ਫਿਰਦੇ ਵਾਲਾ ਤਾਂ ਹੋ ਜਾਊਗਾ, ਮੂੰਹ ਵਾਲਾ ਨਹੀਂ ਹੁੰਦਾ। ਘੁੱਟ ਭਰਦਾ ਪਾਣੀ ਦੀ, ਉਦੋਂ ਵਾਹਿਗੁਰੂ ਅੰਦਰ ਨੂੰ ਕਿਵੇਂ ਚਲੇ ਜਾਊਗੇ? ਇਹਨਾਂ ਦੇ ਚਲੇ ਜਾਊਗਾ। ਪਖੰਡਵਾਦ ਨੂੰ ਕੋਈ ਜਗ੍ਹਾ ਨਹੀਂ ਹੈ ਗੁਰਬਾਣੀ 'ਚ। ਗਰਾਸ ਦੇ ਨਾਲ ਕਿਵੇਂ ਚਲੇ ਜਾਊਗਾ? ਬਾਹਰ ਕਿਵੇਂ ਆਊਗਾ? ਗਰਾਸ ਨਾਲੇ ਆਜੂ ਬਾਹਰ, ਪਾਣੀ ਹੱਥੋਂ ਆ ਕੇ ਬਾਹਰ ਆਜੂ। ਉਦੋਂ ਘਰੋਂ ਕਿਵੇਂ ਕਰਦੇ ਹੋ? ਪਾਣੀ ਪੀਓ ਔਰ ਵਾਹਿਗੁਰੂ ਨੂੰ ਕਰਕੇ ਦਿਖਾਓ। ਆ ਸ਼ਰਤ ਪੂਰੀ ਕਰੋ, ਆ ਸ਼ਰਤਾਂ ਸਿਮਰਨ ਦੀ ਪੂਰੀ ਕਰੋ। ਇਹ ਸਦਾ ਸਦਾ ਸਿਮਰੋ, ਸਦਾ ਸਦਾ ਸਿਮਰ ਦਿਨ ਰਾਤ, ਦਿਨ ਰਾਤ। ਇੱਕ ਤਾਂ ਸੁੱਤੇ ਪੈ ਵੀ ਕਰਕੇ ਦਿਖਾਓ। ਉਠਤ ਬੈਠਤ ਸਾਸ ਸੁੱਤਾ ਗਰਾਸ। ਪਿਆ ਵਾਹਿਗੁਰੂ ਕਰੂਗਾ, ਨੀਂਦ ਕਿਵੇਂ ਕਰੂਗਾ? ਕਿਵੇਂ ਕਰੂਗਾ? ਹਾਂ, ਜੇ ਸੌਊਗਾ ਨਹੀਂ ਤਾਂ ਹੀ ਕਰੂਗਾ। ਪਾਣੀ ਨਹੀਂ ਪੀ ਸਕਦਾ, ਰੋਟੀ ਨਹੀਂ ਖਾ ਸਕਦਾ, ਫਿਰ ਕੁਛ ਨਹੀਂ ਕਰ ਸਕਦਾ, ਕੋਈ ਚੀਜ਼ ਮੂੰਹ 'ਚ ਨਹੀਂ ਪਾ ਸਕਦਾ। ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਨੇ। ਲੋਕਾਂ ਨੂੰ ਪਖੰਡਵਾਦ ਦਿਖਾਉਂਦੇ ਹੋ। ਜੋ ਸ਼ਰਤਾਂ ਨੇ ਤੇ ਪੂਰੀਆਂ ਕਰੋ ਗੁਰਬਾਣੀ ਦੀਆਂ। ਬਥੇਰਾ ਝੂਠ ਬੋਲ ਲਿਆ ਤੁਸੀਂ, ਬਥੇਰਾ ਪਖੰਡਵਾਦ ਕਰ ਲਿਆ। ਹੁਣ ਨਹੀਂ ਝੂਠ ਚੱਲਣਾ ਹੈ। ਹਾਂਜੀ, ਜਾਗ ਸੋਏ ਸਿਮਰਨ ਰਸ ਭੋਗ। ਜਾਗ ਸੋਏ, ਭਾਵੇਂ ਜਾਗ ਭਾਵੇਂ ਸੋਏ।
ਸਿਮਰਨ ਰਸ ਭੋਗ ਨਹੀਂ ਜਾਗ ਸੋਈ ਹੈ, ਸੋਏ ਨਹੀਂ ਹੈ। ਜਾਗ ਸੋਈ ਜਾਗ ਸੋਈ ਕੀੜੀ ਨੂੰ ਸਿਆਰੀ ਹੈ। ਜਾਗ ਸੋਈ ਸਿਮਰਨ ਰਸ ਭੋਗ ਸੁੱਤੀ ਹੋਈ ਬੁੱਧੀ ਨੂੰ ਕਹਿ ਤੂੰ ਜਾਗ ਉੱਠ। ਜਾਗ ਸੋਈ ਸਿਮਰਨ ਰਸ ਭੋਗ ਸਿਮਰਨ ਰਸ ਭੋਗ। ਸਿਮਰਨ ਦਾ ਰਸ ਹੈ ਨਾ ਜਿਹੜਾ, ਸਿਮਰਨ ਚੋਂ ਰਸ ਮਿਲਿਆ, ਨਾਮ ਰਸ, ਇਹਨੂੰ ਖਾ। ਇਹ ਸੁੱਤੇ ਹੋਏ ਨੇ ਜਿਹੜੇ ਵੈਗਰੂ ਵੈਗਰੂ ਵਾਲੇ ਨੂੰ ਕਿਹਾ ਵੀ ਜਾਗ ਸਿਮਰਨ ਵਿੱਚ ਤਾਂ ਰਸ ਆਉਂਦਾ ਹੁੰਦਾ, ਉਹ ਭੋਗ ਖਾ। ਇਹ ਹਵਾ ਨਾਲ ਵੈਗਰੂ ਲਫ਼ਜ਼ ਖਾਂਦੇ ਨੇ। ਉਹ ਜੇ ਰਸ ਦੱਸਣ ਕਾਹਦਾ ਫਿਰ ਉਹ, ਜੇ ਉਹ ਰਸ ਹੈ ਰੋਟੀ ਖਾਣ ਦੀ ਲੋੜ ਨਹੀਂ। ਉਹ ਬਾਅਦ ਜਿਹੜੀ ਖੀਰ ਖਾਂਦੇ ਹੋ, ਕੜਾਹ ਖਾਂਦੇ ਹੋ, ਕਾਹਦੇ ਖਾਂਦੇ ਪਏ? ਰਸ ਤਾਂ ਤੁਸੀਂ ਰੱਜੇ ਤਾਂ ਨਾਮ ਨਾ ਪਏ ਹੋ। ਨਾਮ ਨਾਲ ਰੱਜ ਨਹੀਂ ਆਇਆ ਤੁਹਾਨੂੰ। 3 ਘੰਟੇ ਵੈਗਰੂ ਵੈਗਰੂ ਕਰਕੇ ਰੱਜੇ ਹੀ ਨਹੀਂ, ਭੁੱਖੇ ਰਹਿ ਗਏ। ਫਿਰ ਬਹਿ ਜਾਣਾ ਬਦਾਮ ਵਾਲੀ ਖੀਰ ਨੂੰ, ਕਦੇ ਪੈਨੇ ਉਹਦੇ 'ਚ ਰਸ ਜ਼ਿਆਦਾ ਹੈ, ਇਹਦੇ 'ਚ ਪਹਿਲਾਂ ਰਸ ਹੈ ਨਹੀਂ ਸੀ। ਗੁਰਬਾਣੀ ਦਾ ਕਹਿੰਦੇ ਹੋਰ ਅਨ ਰਸ ਬਿਸਰੇ ਜਾਂ ਹਰ ਵਸੇ ਮਨ ਆਏ। ਗੁਰਬਾਣੀ ਕੀ ਕਹਿੰਦੀ ਹੈ, ਤੁਸੀਂ ਕੀ ਕਰਦੇ ਹੋ? ਕਿਹਨੂੰ ਇਹ ਦੱਸਦੇ ਹੋ ਕਰਕੇ? ਫਰਾਡ ਕਿਹਦੇ ਨਾਲ ਕਰਦੇ ਹੋ? ਫਰਾਡ ਜੋਕਾਂ ਨਾਲ ਹੋ ਸਕਦਾ, ਮੂਰਖਾਂ ਨਾਲ ਹੋ ਸਕਦਾ, ਖਾਲਸਾ ਨਾਲ ਨਹੀਂ ਹੋ ਸਕਦਾ ਫਰਾਡ। ਜਿੰਨਾ ਚਿਰ ਅਸੀਂ ਚੁੱਪ ਰਹੇ ਜਾਣਗੇ ਚੁੱਪ ਰਹੇ। ਸ਼੍ਰੋਮਣੀ ਕਮੇਟੀ ਦੀ ਡਿਊਟੀ ਸੀ ਨਾ ਬੋਲਣਾ, ਜਥੇਦਾਰਾਂ ਦੀ ਡਿਊਟੀ ਸੀ ਬੋਲਣਾ। ਆ ਸਾਰਾ ਗੰਦ ਤਾਂ ਪਿਆ, ਅਸੰਦ ਤਾਂ ਹੀ ਪੈਦਾ ਹੋਏ ਨੇ। ਇਹਨਾਂ ਨੇ ਹਟਾਇਆ ਕਿਉਂ ਨਾ? ਜਵਾਬ ਦੇਣ ਇਹਨਾਂ ਨੇ ਕਿਉਂ ਨਹੀਂ ਹਟਾਏ? ਜਿਹੜਾ ਘਰ ਸਾਰਾ ਲੁੱਟਿਆ ਗਿਆ, ਸ਼੍ਰੋਮਣੀ ਕਮੇਟੀ ਕੀ ਕਰਦੀ ਸੀ, ਜਥੇਦਾਰ ਕੀ ਕਰਦੇ ਸੀ? ਜਵਾਬ ਇਹ ਦੇਣਗੇ। ਸਿੱਖੀ ਦੀ ਬੁਰੀ ਹਾਲਤ ਹੋਈ ਜਿਹੜੀ ਇਹ ਐਨੀ, ਇਹ ਕਿਉਂ ਹੋਈ? ਇਹਨਾਂ ਸਿਰ ਹੁਣ ਜਵਾਬ ਹੈ, ਇਹਨਾਂ ਤੋਂ ਮੰਗਿਆ ਜਾਊਗਾ। ਨਹੀਂ ਤਾਂ ਇਹਨਾਂ ਦੇ ਉੱਤੇ ਦੀ ਲੱਗ ਜੂਗਾ ਸਲਾਬ ਸੰਗਤ ਦਾ। ਹੁਣ ਕਿਸੇ ਨੂੰ ਨਹੀਂ ਬੋਲਣਾ। ਜਾਗ ਸੋਈ ਸਿਮਰਨ ਰਸ ਭੋਗ ਹਰ ਸਿਮਰਨ ਪਾਈਏ ਸੰਜੋਗ। ਹਰ ਸਿਮਰਨ ਪਾਈਏ ਸੰਜੋਗ। ਹਰ ਸਿਮਰਨ ਨਾਲ ਕੀ ਪ੍ਰਾਪਤ ਹੁੰਦਾ? ਸੰਜੋਗ। ਐਸਾ ਜੋਗ ਜਿਹੜਾ ਸਰਬ ਸ੍ਰੇਸ਼ਟ ਹੋਵੇ। ਉਹ ਜੋ ਕਹਿ ਜਾ, ਉਹ ਸ਼ਬਦ ਸੁਰਤ ਦਾ ਮੇਲ ਹੈ। ਸੱਚਖੰਡ ਦੇ ਵਿੱਚ ਵਾਸਾ ਉਹ ਸੰਜੋਗ। ਜੇ ਸਿਮਰਨ ਨਾਹੀ ਤੁਝ ਭਾਰ ਸੋ ਸਿਮਰਨ RAM ਨਾਮ ਆਧਾਰ। ਜਿਹੜੇ ਸਿਮਰਨ ਦੇ ਕਰਕੇ ਤੇਰੇ ਤੇ ਭਾਰ ਨਹੀਂ ਕੋਈ ਪੈਂਦਾ, ਤੈਨੂੰ ਕੋਈ ਚਿੰਤਾ ਨਹੀਂ ਹੈ। ਭਾਰ ਜਿੱਥੇ ਭਾਰ ਉੱਥੇ ਚਿੰਤਾ, ਕੋਈ ਚਿੰਤਾ ਨਹੀਂ ਰਹਿੰਦੀ। ਨਾ ਹੀ ਤੁਝ ਭਾਰ ਸੋ ਸਿਮਰਨ RAM ਨਾਮ ਆਧਾਰ। ਉਹ ਸਿਮਰਨ ਰਾਮ ਨਾਮ ਹੈ, ਆਧਾਰ ਹੈ ਰਾਮ ਨਾਮ ਦਾ। ਰਾਮ ਨਾਮ ਆਧਾਰ, ਨਾਮ ਦਾ ਹੀ ਆਧਾਰ ਹੈ। ਉੱਥੇ ਕਿਸੇ ਚੀਜ਼ ਦੀ ਹੁਣ ਇੱਛਾ ਨਹੀਂ ਹੈ, ਲੋੜ ਨਹੀਂ ਹੈ। ਬਾਕੀ ਤਾਂ ਦੇਣ ਵਾਲੇ ਨੇ ਦੇਣਾ, ਜੋ ਦੇਵੇ ਸੋ ਖਾਏ। ਸਰੀਰ ਦੀਆਂ ਲੋੜਾਂ ਤੇਰੀ ਜ਼ਿੰਮੇਵਾਰੀ ਨਹੀਂ, ਪਰਮੇਸ਼ਰ ਦੀ ਜ਼ਿੰਮੇਵਾਰੀ। ਇਹ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਕੋਈ। ਕਹਿ ਕਬੀਰ ਜਾਕਾ ਨਹੀਂ ਅੰਤ ਤੇ ਤੰਤ ਨਾ ਮੰਤ। ਦੇਖੋ ਤੰਤ ਮੰਤ ਕਿਹਦਾ? ਤੰਤਰ ਮੰਤਰ ਸਾਰੇ ਸੰਤ ਦੱਸਦੇ ਨੇ, ਜੋਗੀ ਦੱਸਦੇ ਨੇ। ਕਬੀਰ ਕਹਿੰਦਾ ਜਿਹਦਾ ਅੰਤ ਹੀ ਨਹੀਂ ਹੈ ਕੋਈ, ਜਿਹਨੇ ਮਰਨਾ ਹੀ ਨਹੀਂ, ਉਹਦੇ ਅੱਗੇ ਤੰਤਰ ਮੰਤਰ ਜੰਤਰ ਕੀ ਕਰੂਗਾ? ਸਿੱਖੀ 'ਚ ਤੰਤਰ ਮੰਤਰ ਜੰਤਰ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ। ਸਿੱਖੀ ਦਾ ਗਿਆਨ ਅੰਤ ਵਿਹੀਨ, ਅਨੰਤ ਨਾਲ ਜੋੜ ਦਿੰਦਾ, ਜੰਮਣ ਮਰਨ ਕੱਟ ਦਿੰਦਾ। ਇਹ ਗੁਰਬਾਣੀ ਅੱਗੇ ਤੰਤਰ ਮੰਤਰ ਕਿਹੜੇ ਤੁਸੀਂ ਲਈ ਫਿਰਦੇ ਹੋ? ਆਹ ਸ਼ਬਦ ਪੜ੍ਹ ਲਓ ਜੀ, ਜਪ ਲਓ ਜੀ। ਨਵੀਂ ਟੈਕਨੀਕ ਸ਼ੁਰੂ ਕਰਤੀ ਇਹਨਾਂ ਨੇ, ਠੱਗਾਂ ਨੇ। ਹੁਣ ਤਾਂ ਇਹ ਹੈ ਵੀ ਬੈਠੋ ਗੁਰਬਾਣੀ ਦੇ ਅਰਥ ਕਰੋ, ਸਭ ਭੱਜ ਲੈਣਗੇ। ਉੱਥੇ ਤਾਂ ਬਾਬੇ ਬਗਾੜੇ ਦਾ ਥੋੜੇ ਹੀ ਤੇ ਹੁਣ ਤਾਂ ਦੁਕਾਨ ਕੱਲੀ ਕੱਲੀ ਗਲੀ 'ਚ 2-2 ਦੁਕਾਨਾਂ ਨੇ। ਭੱਜਦੇ ਕਿਵੇਂ ਨੇ? ਹੁਣ ਇਹ ਦੇਖਣ ਦੀ ਗੱਲ ਹੈ, ਭੱਜਣਗੇ ਕਿਵੇਂ? ਸੁਧਾਰ ਇਸ ਗੱਲ ਦਾ ਹੋਣਾ ਚਾਹੀਦਾ ਸੀ। ਇਸ ਗੱਲ ਦਾ ਸੁਧਾਰ ਦੀ ਬਜਾਏ ਹੋਰੇ ਪੰਗਾ ਲੈ ਲਿਆ ਟਕਸਾਲ ਵਾਲਿਆਂ ਨੇ। ਕੀ ਲੋੜ ਸੀ ਦੂਆ ਪੰਗਾ ਲੈਣ ਦੀ? ਤੁਹਾਨੂੰ ਸਿਆਸੀ ਪੰਗਾ ਲੈਣ ਦੀ ਸਾਨੂੰ ਕੀ ਲੋੜ ਸੀ?
ਸਰਕਾਰ ਨਾਲ ਕਾਹਦੀ ਲੜਾਈ ਹੈ ਸਾਡੀ? ਸਾਡੀ ਲੜਾਈ ਤਾਂ ਇਹਨਾਂ ਨੇ ਜਿਹੜੇ ਸਾਡੇ ਘਰ ਖਰਾਬ ਕਰਦੇ ਨੇ। ਉਹ ਜਿਹੜੇ ਸਿੱਖੀ ਦੇ ਖਿਲਾਫ ਨੇ ਉਹਨਾਂ ਨਾਲ ਲੜਾਈ ਦੀ ਬਜਾਏ ਹੋਰੇ ਪੰਗਾ ਲੈ ਲਿਆ। ਕੀ ਲੋੜ ਸੀ ਇਹ ਪੰਗਾ ਲੈਣ ਦੀ ਸਾਨੂੰ? ਸਾਰੇ ਮੁੰਡੇ ਉਹ ਮੁੰਡੇ ਜੇ ਇਹ ਲੜਾਈ 'ਚ ਅਸੀਂ ਝੋਕਦੇ ਉਹਨਾਂ ਨੂੰ ਪੜ੍ਹਾ ਕੇ, ਉਹ ਚੰਗਾ ਸੀ ਮਰਵਾਤੇ ਸਾਰੀ ਗਲਤ ਲੜਾਈ ਲੜਾ ਕੇ। ਇਹ ਵੀ ਅਪਰਾਧ ਕੀਤਾ ਇੱਕ, ਇਹਦਾ ਵੀ ਹਿਸਾਬ ਮੰਗਿਆ ਜਾਊਗਾ। ਕਹਿ ਕਬੀਰ ਜਾਗਾ ਨਹੀਂ ਅੰਤ, ਤਿਸਕੇ ਆਗੇ ਤੰਤ ਨਾ ਮੰਤ। ਜਿਹਦਾ ਅੰਤੇ ਨਹੀਂ ਉਹਦੇ ਅੱਗੇ ਤੰਤਰ ਮੰਤਰ ਜੰਤਰ ਕੁਛ ਨਹੀਂ ਕਰਦੇ। ਇਸ ਕਰਕੇ ਤੰਤਰ ਮੇ ਨਾ ਜੰਤਰ ਮੇ ਨਾ ਮੰਤਰ ਮੇ, ਤੰਤਰ ਮੰਤਰ ਜੰਤਰ ਜਿਹੜੇ ਪ੍ਰਚਾਰ ਕਰਦੇ ਨੇ ਉਹ ਜਵਾਬ ਦੇਣ ਹੁਣ ਕਿਉਂ ਕਰਦੇ ਨੇ? ਉਹਨਾਂ ਦੇ ਜਵਾਬ ਸੰਗਤ ਮੰਗੂਗੀ, ਔਰ ਉਹਨਾਂ ਕੋਲ ਜਵਾਬ ਕੋਈ ਹੈ ਨਹੀਂ। ਇਹ ਸਾਰੇ ਬੰਦੇ ਸੰਗਲ ਲਾਉਣ ਵਾਲੇ ਨੇ। ਹੁਣ ਇਹਨਾਂ ਖਾਤਰ ਅੱਗੇ ਬੁੱਢਾ ਦਲ ਸੰਗਲ ਲਾ ਲੈਂਦਾ ਸੀ, ਜਦ ਤੇ ਉਹ ਚੁੱਪ ਕੀਤੇ ਨੇ ਨਾ, ਜਦ ਤੇ ਜਮਲ ਗਏ। ਅੱਗੇ ਸੰਗਲ ਇਹਨਾਂ ਦੇ ਲੱਗਦੇ ਸੀ, ਇਹ ਜਿਹੜੇ ਲੋਕ ਕਰਦੇ ਸੀ। ਉਹਨੇ ਸੰਗਲ ਲਾ ਲੈਣਾ ਜਾ ਕੇ, ਲਿਆ ਬਈ ਮੰਤਰ ਲਿਆ ਤੇਰਾ, ਦੇਖੀਏ ਕੀ ਕਰਦਾ ਤੇਰਾ ਮੰਤਰ। ਬਸ ਉਹ ਇਹ ਕਮੇਟੀ ਵਾਲਿਆਂ ਨੇ ਕਿਹਾ ਵੀ ਇਹਨਾਂ ਦਬਦਬਾ ਚੱਕ ਦਈਏ, ਸਿੱਖੀ ਖਤਮ ਕਰਨ ਨੂੰ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਜ਼ਿੰਮੇਵਾਰ। ਉਹ ਡਰ ਸੀ ਜਿਹੜਾ ਚੱਕਦਾ ਖਾਲਸੇ ਦਾ। ਅਸੀਂ ਕਿਹਾ ਚੱਲ ਤੁਸੀਂ ਕਰ ਲਓ। ਅਪਰਾਧ ਦੀ ਇਹ ਖੜੇ ਹੋ ਗਏ, ਹੁਣ ਅਪਰਾਧ ਇਹਨਾਂ ਦੇ ਜੁਬੇ ਜਵਾਬ ਇਹਨਾਂ ਨੇ ਦੇਣਾ। ਅਕਾਲ ਤਖਤ ਤੁਹਾਡੇ ਕੋਲ ਹੈ, ਅਕਾਲ ਤਖਤ ਦੀ ਡਿਊਟੀ ਸੀ, ਤੁਸੀਂ ਕਿਉਂ ਨਹੀਂ ਕੀਤੀ? ਉਹਨਾਂ ਨੇ ਕੀ ਕੀਤਾ? ਹੱਥ ਜਿਹੜਾ ਕੋ ਕੀਤਾ ਸਾਰੇ ਲੋਕਾਂ ਦੇ ਸਾਹਮਣੇ, ਕਹਿਣ ਦੀ ਲੋੜ ਹੀ ਨਹੀਂ।